ਤੁਸੀਂ ਐਂ ਲਾ ਲਓ ਵੀ ਪਿਛਲੇ 15 ਸਾਲਾਂ 'ਚ ਜੇ ਤੁਸੀਂ ਦਿਨਾਂ ਨੂੰ ਗਿਣਨ ਲੱਗ ਜਾਓ ਤਾਂ 14 ਸਾਲ ਬ੍ਰੇਕਫਾਸਟ ਇਹਨੂੰ ਮੈਂ ਹੀ ਥਾਲੀ 'ਚ ਪਾ ਕੇ ਦਿੱਤਾ, ਇਹਨੇ ਥੋੜ੍ਹੀ ਦਿੱਤਾ। ਇੱਕ ਜਿਹੜਾ ਆਪਾਂ ਇਹ ਕਹਿੰਦੇ ਆ ਹਨਾ ਵੀ ਨਹੀਂ ਮੇਰੀ ਸੈਲਫ ਰਿਸਪੈਕਟ, ਪਿਆਰ 'ਚ ਕਾਹਦੀ ਸੈਲਫ ਰਿਸਪੈਕਟ ਹੁੰਦੀ ਆ? ਜਦੋਂ ਤੁਸੀਂ ਇੱਕ ਦੂਜੇ ਦੇ ਹੋਗੇ ਫਿਰ ਉੱਥੇ ਸੈਲਫ ਰਿਸਪੈਕਟ ਕਿਹੜੀ ਰਹਿ ਗਈ? ਈਗੋ ਹੁੰਦੀ ਆ ਉਹ ਸਾਡੀ। ਕਿੰਨੇ ਡਿਵੋਰਸ ਸਿਰਫ ਇਹਨਾਂ ਚੀਜ਼ਾਂ ਨੂੰ ਲੈ ਕੇ ਹੋ ਜਾਂਦੇ ਆ। ਪਰ ਅਖੀਰ ਦੇ ਵਿੱਚ ਮੇਰੇ ਪਿਓ ਨੇ ਮੈਨੂੰ ਇੱਕ ਗੱਲ ਕਹਿਤੀ ਸੀ ਕਿ ਪੁੱਤ ਬੋਲਡ ਬਣ, ਜੇ ਤੂੰ ਇਹ ਚੀਜ਼ ਚਾਹੁੰਦੀ ਆ ਨਾ ਤਾਂ ਤੂੰ ਆਪਣੇ ਦਮ ਤੇ ਕਹਿ ਦੇ ਵੀ ਮੈਂ ਉਹਦੇ ਨਾਲ ਹੀ ਕਰਾਉਣਾ। ਤੇ ਇਸ ਚੀਜ਼ ਨੇ ਮੇਰੇ ਅੰਦਰ ਬੋਲਡਨੈਸ ਭਰਤੀ ਸੀ। ਤੇ ਬਸ ਉਹਦੇ ਤੋਂ ਬਾਅਦ ਫਿਰ ਇਹੀ ਸੀ ਵੀ ਦੁੱਖ ਨੇ ਸੁੱਖ ਨੇ, ਬਸ ਇਹਨੂੰ ਰੱਬ ਮੰਨ ਲਿਆ। ਇਹ ਵੈਸੇ ਲੋਕ ਕਹਿ ਦਿੰਦੇ ਆ ਨਾ ਵੀ 2 ਲੇਖਕਾਂ ਨੂੰ, 2 ਅਦਾਕਾਰਾਂ ਨੂੰ ਤੇ 2 ਗਾਇਕਾਂ ਨੂੰ ਕਦੀ ਆਪਸ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੀਦਾ ਨਾ, ਪਰ 2 ਆਰਟਿਸਟ ਮਿਲੇ ਨੇ ਤਾਂ ਇੰਨੀ ਸੋਹਣੀ ਜਰਨੀ ਨੂੰ ਸੁਣਨ 'ਚ ਮਜ਼ਾ ਹੀ ਆਊਗਾ ਸਾਰੇ ਲੋਕਾਂ ਨੂੰ, ਹੈ ਨਾ। ਇਹਨੇ ਆਪਣੇ ਆਪ 'ਚ ਢਾਲ ਲਿਆ, ਮੈਂ ਇਹਦੇ ਰੂਪ 'ਚ ਢਲ ਗਿਆ, ਹੈ ਨਾ, ਵੀ ਇਹ ਕੀ ਚਾਹੁੰਦੀ ਆ। ਸੋ ਹੌਲੀ ਹੌਲੀ ਇਹਦੇ ਸ਼ੌਕ ਬਦਲਦੇ ਗਏ। ਆਪਾਂ ਇੱਕ ਚੀਜ਼ ਸੋਚ ਕੇ ਚੱਲੋ ਮਨ ਦੇ ਵਿੱਚ ਵੀ ਕੀ ਆਪਾਂ ਇਹ ਬੰਦੇ ਤੋਂ ਬਿਨਾਂ ਰਹਿ ਸਕਦੇ ਹਾਂ? ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ, ਤੁਹਾਡੀ ਕਿੰਨੀ ਬਣਦੀ ਨਾ ਬਣਦੀ, ਹੈ ਨਾ। ਕੁੜੀਆਂ ਨੇ ਨਹੀਂ, ਕੁੜੀਆਂ ਘਰੇ ਬੈਠੀਆਂ ਹੁੰਦੀਆਂ, ਹਸਬੈਂਡ ਕਮਾਉਣ ਚਲਿਆ ਗਿਆ, ਹੈ ਨਾ। ਦੇਖੋ ਮੈਂ ਕਮਾਉਣ ਚਲੀ ਗਈ, ਮੇਰੇ ਬੱਚੇ ਕਿੰਨੇ ਸੋਹਣੇ ਪਲ ਗਏ ਪਿੱਛੋਂ। ਲਾਈਫ 'ਚ ਨਾ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਸੋਚ ਲੈ ਕੇ ਚੱਲਦੇ ਹੋ, ਤੁਸੀਂ ਪੋਜ਼ਿਟਿਵ ਹੋ ਜਾਂ ਨੈਗੇਟਿਵ ਹੋ। ਜੇ ਤਾਂ ਨੈਗੇਟਿਵ ਹੋ, ਨੁਕਸਾਨ ਵੀ ਆਪਦਾ ਹੀ ਹੋਈ ਜਾਣਾ, ਕਿਸੇ ਦਾ ਤਾਂ ਹੋਣਾ ਨਹੀਂ। ਮਤਲਬ ਉੱਥੇ ਇਹਦਾ ਇਹ ਪੱਖ ਪਲੱਸ ਸੀਗਾ ਵੀ ਮੇਰੇ ਪਿਓ ਨੇ ਮੈਨੂੰ ਗਊ ਬਣਾ ਕੇ ਇਸ ਕਰੇ ਭੇਜਿਆ ਸੀ, ਇਹਨੇ ਮੈਨੂੰ ਸ਼ੇਰਨੀ ਬਣਾਇਆ ਵੀ ਸੋਂਜੀ ਤਾਂ ਆਪਦੇ ਲਈ ਕੋਈ ਜ਼ਿੰਦਗੀ ਹੁੰਦੀ ਆ, ਇਹਨੂੰ ਖੁੱਲ ਇਹ ਹੈ ਨਾ। ਹਾਂ ਹੁਣ ਆਪਾਂ ਖੁੱਲ ਗਏ, ਹੈ ਨਾ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਰੁਪਿੰਦਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਮੁਹੱਬਤਨਾਮਾ 'ਚ। ਜਦੋਂ ਕਿਸੇ ਜੋੜੇ ਦਾ ਵਿਆਹ ਹੁੰਦਾ ਹੈ ਤਾਂ ਦੋਵਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਜਿਹੀ ਤਬਦੀਲੀ ਆ ਜਾਂਦੀ ਹੈ। ਕੁੜੀ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਹੁੰਦੀ ਹੈ ਕਿ ਵਿਆਹ ਤੋਂ ਬਾਅਦ ਉਹਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਕਿ ਪੇਕੇ ਘਰ ਦੀਆਂ ਬਹੁਤ ਸਾਰੀਆਂ ਆਦਤਾਂ ਛੱਡ ਕੇ ਸਹੁਰੇ ਘਰ ਦੀਆਂ ਨਵੀਆਂ ਆਦਤਾਂ ਅਪਣਾਉਣ ਦਾ ਭਾਰ ਆ ਜਿਹੜਾ ਉਹਦੇ ਮੋਢਿਆਂ ਦੇ ਉੱਪਰ ਹੁੰਦਾ ਹੈ। ਅਤੇ ਸੇਮ ਇਸੇ ਕਦਰ ਤਬਦੀਲੀ ਹੈ ਜਿਹੜੀ ਇੱਕ ਨੌਜਵਾਨ ਦੇ ਵਿੱਚ ਆਉਂਦੀ ਹੈ, ਇੱਕ ਨੌਜਵਾਨ ਤੋਂ ਇੱਕ ਜ਼ਿੰਮੇਵਾਰ ਇਨਸਾਨ ਬਣਨ ਦੀ ਤਬਦੀਲੀ। ਪਰ ਜੇ ਇਹਨਾਂ ਤਬਦੀਲੀਆਂ ਨੂੰ ਕੁਝ ਕੁ ਵਕਤ ਦਿੱਤਾ ਜਾਵੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਖੂਬਸੂਰਤ ਜੋੜਾ ਲੈ ਕੇ ਅੱਜ ਤੁਹਾਡੇ ਰੂਬਰੂ ਹਾਜ਼ਰ ਹੈ। ਨਾਂ ਹੈ ਸੁਖਪਾਲ ਸੇਖੋਂ ਅਤੇ ਸੋਨਜੀਤ ਕੌਰ। ਸੁਖਪਾਲ ਨੇ ਮਹਿਜ਼ ਬਹੁਤ ਛੋਟੀ ਉਮਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਅਵਾਰਡ ਜਿੱਤਿਆ, ਉਹ ਇੱਕ ਅਦਾਕਾਰ ਨੇ। ਅਤੇ ਸੋਨਜੀਤ ਬਹੁਤ ਸੋਹਣੇ ਰੰਗਾਂ ਨਾਲ ਕੈਨਵਸ ਦੇ ਉੱਪਰ ਤਸਵੀਰਾਂ ਚਿੱਤਰਦੇ ਨੇ। ਉਹਨਾਂ ਨੇ ਸੁਖਪਾਲ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਰੰਗ ਭਰੇ, ਉਹਨਾਂ ਦਾ ਇਹ 15 ਵਰ੍ਹਿਆਂ ਦਾ ਸਫ਼ਰ ਕਿਵੇਂ ਦਾ ਰਿਹਾ, ਇਹ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਾਂਗੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਡੇ ਕੋਲ ਆ ਕੇ, ਕਿਉਂਕਿ ਮੈਂ ਸਾਰੀ ਟੀਮ ਨੂੰ ਵੀ ਦੱਸ ਰਹੀ ਸੀ ਵੀ ਤੁਸੀਂ ਮੇਰੇ ਬਹੁਤ ਪੁਰਾਣੇ ਦੋਸਤ ਹੋ, ਹੈ ਨਾ। ਅਤੇ ਉਸ ਤੋਂ ਵੀ ਚੰਗੀ ਗੱਲ ਹੈ ਕਿ ਜਦੋਂ ਮੈਂ ਤੁਹਾਡੇ ਬਾਰੇ ਕਿਸੇ ਹੋਰ ਤੋਂ ਸੁਣਦੀ ਹਾਂ ਤਾਂ ਮੈਨੂੰ ਹੋਰ ਜ਼ਿਆਦਾ ਸੋਹਣਾ ਲੱਗਦਾ ਹੈ। ਇੱਕ ਮੁੰਡਾ ਮੇਰੇ ਨਾਲ ਫੇਸਬੁੱਕ 'ਤੇ ਐਡ ਆ, ਤੁਹਾਡੇ ਨਾਲ ਵੀ, ਹੈ ਨਾ। ਉਹਦਾ ਜਦੋਂ ਵਿਆਹ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਹੀ ਤਲਾਕ ਹੋਇਆ ਤਾਂ ਮੈਂ ਉਹਨੂੰ ਪੁੱਛਿਆ ਕਿ ਜ਼ਿੰਦਗੀ ਦੀ ਸ਼ੁਰੂਆਤ ਨੂੰ ਤੂੰ ਦੁਬਾਰਾ ਕਦੋਂ ਤੋਂ ਸੋਚਦਾ, ਤਾਂ ਉਹਨੇ ਕਿਹਾ ਸੀ ਕਿ ਮੈਂ ਜਦੋਂ ਮਰਜ਼ੀ ਸ਼ੁਰੂਆਤ ਕਰਾਂ, ਪਰ ਮੈਂ ਫੇਸਬੁੱਕ 'ਤੇ ਇੱਕ ਕਪਲ ਆ ਜਿਨ੍ਹਾਂ ਨੂੰ ਮੈਂ ਫੋਲੋ ਕਰਦਾ, ਤੁਹਾਡਾ ਨਾਂ ਲਿਆ ਕਿ ਮੇਰੀ ਜ਼ਿੰਦਗੀ ਉਹਨਾਂ ਵਰਗੀ ਹੋਣੀ ਚਾਹੀਦੀ ਆ, ਹੈ ਨਾ। ਅਤੇ ਇਸ ਚੀਜ਼ ਨੂੰ 1 ਸਾਲ ਗੁਜ਼ਰ ਗਿਆ ਅਤੇ ਮੈਨੂੰ ਨਹੀਂ ਸੀ ਪਤਾ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਇਕੱਲੇ ਬਲਦੇਵ ਤੱਕ ਨਹੀਂ, ਬਹੁਤ ਸਾਰੇ ਲੋਕਾਂ ਤੱਕ ਤੁਹਾਨੂੰ ਪਹੁੰਚਾਵਾਂਗੇ, ਹੈ ਨਾ। ਤਾਂ ਮੈਂ ਬਹੁਤ ਖੁਸ਼ੀ ਨਾਲ ਤੁਹਾਨੂੰ ਜੀ ਆਇਆਂ ਕਹਿੰਦੀ ਹਾਂ। ਸੁਖਪਾਲ, ਸੋਨਜੀਤ ਨੂੰ ਮੈਂ ਸਵਾਲ ਬਾਅਦ 'ਚੋਂ ਕਰੂੰਗੀ, ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਇਹ ਦੱਸੋ ਕਿ ਜਦੋਂ ਤੁਹਾਡਾ ਵਿਆਹ, ਮਤਲਬ ਇੱਕ ਆਪਣੀ ਉਮਰ ਹੁੰਦੀ ਆ ਜਦੋਂ ਅਸੀਂ ਵਿਆਹ ਬਾਰੇ ਸੋਚਦੇ ਹਾਂ, ਹੈ ਨਾ। ਬਹੁਤ ਸਾਰੀਆਂ ਪ੍ਰਾਪਤੀਆਂ ਨੇ ਤੁਹਾਡੀਆਂ ਜ਼ਿੰਦਗੀ ਨੂੰ ਲੈ ਕੇ, ਤੁਸੀਂ ਇੱਕ ਚੰਗੇ ਲੇਖਕ ਹੋ, ਅਦਾਕਾਰ ਹੋ, ਅਤੇ ਕਈ ਵਾਰੀ ਬੰਦਾ ਸੋਚਦਾ ਹੁੰਦਾ ਵੀ ਮੈਂ ਜਿੱਦਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ ਪਾਰਟਨਰ ਉਵੇਂ ਦਾ ਹੀ ਆਵੇ, ਹੈ ਨਾ। ਤੁਹਾਡਾ ਖਿਆਲ ਕੀ ਸੀ ਵਿਆਹ ਨੂੰ ਲੈ ਕੇ? ਪਹਿਲਾਂ ਤੋਂ ਇੱਕ ਮੇਰੇ ਅੰਦਰ ਡਰ ਜਿਹਾ ਸੀ।
ਸਾਡੀ ਫੈਮਿਲੀ ਜ਼ਿਆਦਾਤਰ ਫੋਰਨ 'ਚ ਆ ਅਤੇ ਮੈਨੂੰ ਵੀ ਲੱਗਦਾ ਸੀ ਫੋਰਨ ਜਾਣਾ, ਅਤੇ ਮੈਨੂੰ ਐਂ ਲੱਗਦਾ ਸੀਗਾ ਵੀ ਫੋਰਨ ਉਹੋ ਜਿਹੇ ਕੋਈ ਜੋੜ ਤੋੜ ਜਿਹਾ ਹੋਊਗਾ ਜਿਵੇਂ ਦੇ ਹੁੰਦੇ ਆ ਅੱਗੇ ਪਹਿਲਾਂ। ਹੁਣ ਤਾਂ ਬੱਚੇ ਆਈਲੈਟ ਕਰਕੇ ਬਾਹਰ ਜਾਣ ਲੱਗ ਗਏ, ਆਪਦੀ ਮਰਜ਼ੀ ਦੇ ਨਾਲ ਆਪਦਾ ਸਾਥੀ ਲੱਭ ਲੈਂਦੇ ਆ, ਪਹਿਲਾਂ ਐਵੇਂ ਨਹੀਂ ਸੀ ਹੁੰਦਾ। ਸੋ ਸੋਨਜੀ ਤਾਈ ਤਾਂ ਇੱਕ ਚਾਨਣ ਜਿਹਾ ਭਰ ਗਿਆ ਜ਼ਿੰਦਗੀ ਦੇ ਵਿੱਚ ਵੀ ਨਹੀਂ ਇਹ ਠੀਕ ਹੈ, ਕਨੇਡਾ ਕਨੂਡਾ ਨੂੰ ਤਾਂ ਕੀ ਹੈ, ਇੱਥੇ ਹੀ ਕਨੇਡਾ ਵੀ ਇਹੋ ਜਿਹਾ ਪਾਰਟਨਰ ਹੋਣਾ ਚਾਹੀਦਾ। ਇਹ ਆ ਗਈ ਤਾਂ ਬਸ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ। ਕਿਵੇਂ ਮਿਲੇ ਤੁਸੀਂ ਇਹਨਾਂ ਨੂੰ? ਅਸੀਂ ਇਹ ਵੀ ਸਬਾਬੀ ਆ, ਅਸੀਂ ਥੀਏਟਰ ਕਰਦੇ ਸੀ। ਮੈਡਮ ਨਿਰਮਲ ਰਿਸ਼ੀ ਨਾਲ ਮੇਰਾ ਗਰੁੱਪ ਬਣਾਇਆ ਹੋਇਆ ਸੀ, ਅਲਾਈਵ ਆਰਟਿਸਟ ਗਰੁੱਪ। ਇਹ ਉਦੋਂ ਗ੍ਰੈਜੂਏਸ਼ਨ ਕਰਦੀ ਸੀ। ਇੱਕ ਬਹੁਤ ਵੱਡਾ ਡਰਾਮਾ ਹੋਇਆ ਪੰਜਾਬ ਦਾ, ਮਤਲਬ ਸਚਦੇਵਾ ਜੀ ਦਾ ਲਿਖਿਆ ਹੋਇਆ ਸਾਵੀ, ਉਹ 'ਤੇ ਹਿੰਦੀ ਪਿਕਚਰ ਵੀ ਬਣੀ। ਸਾਵੀ ਦਾ ਕਰੈਕਟਰ ਸੀ ਜਿਹੜਾ, ਉਹ ਇਹਦੇ ਲਈ ਪਰਫੈਕਟ ਸੀ। ਇਹ ਹੋਸਟਲ ਸੀ ਅਤੇ ਬਾਹਰ ਆਉਣਾ ਅਲਾਊਡ ਨਹੀਂ ਸੀ ਕਰਦੇ। ਮੈਡਮ ਨੇ ਜ਼ੋਰ ਲਾ ਕੇ ਪ੍ਰਿੰਸੀਪਲ ਨੂੰ ਕਿਹਾ ਵੀ ਨਹੀਂ, ਇਹ ਸਾਨੂੰ ਇਹ ਬੱਚੀ ਚਾਹੀਦੀ ਆ। ਇਹ ਉੱਥੇ ਲੱਗ ਗਏ ਅਤੇ ਸਾਡਾ ਜਾਣੀ ਅਸੀਂ ਸਾਵੀ ਪਲੇਅ ਕੀਤਾ। ਸਾਵੀ ਇਹੋ ਜਿਹਾ ਮਤਲਬ ਪਲੇਅ ਸੀਗਾ ਜਿਹੜਾ ਇੱਕੋ ਇੱਕ ਪਲੇਅ ਆ ਜਿਹੜਾ ਪੰਜਾਬ ਦੇ ਵਿਧਾਨ ਸਭਾ ਦੇ ਅੱਜ ਤੱਕ ਦੇ ਰੈਕਡ 'ਚ ਵਿਧਾਨ ਸਭਾ ਦੇ ਅੰਦਰ ਸਾਵੀ ਨੂੰ ਅਸੀਂ ਪਰਫੋਰਮ ਕੀਤਾ। ਅਤੇ ਵੀਰ ਦਵਿੰਦਰ ਸਿੰਘ ਉਸ ਵਕਤ ਡਿਪਟੀ ਸਪੀਕਰ ਸੀ, ਉਹਨਾਂ ਨੇ ਸਪੈਸ਼ਲ ਇਹਦੇ ਲਈ ਉਦੋਂ 5100 ਦਾ ਇਨਾਮ ਵੀ ਦਿੱਤਾ। ਇਹਦਾ ਕਰੈਕਟਰ ਹੀ ਐਡਾ ਉੱਚਾ ਸੀਗਾ। ਮੇਰਾ ਇਹਦੇ ਆਪੋਜਿਟ ਕਰੈਕਟਰ ਸੀ, ਅਸੀਂ ਭੈਣ ਭਾਈ ਸੀ। ਮੇਰਾ ਢੋਲਣ ਦਾ ਕਰੈਕਟਰ ਸੀ। ਮੈਂ ਆਪਦੇ ਹਿੱਤਾਂ ਲਈ ਜਾਂ ਆਪਦੇ ਮੁਹੱਬਤ ਲਈ ਇਹਨੂੰ ਉਹਦੇ 'ਚ ਕੁਰਬਾਨ ਕਰਦਾ, ਆਪਦੀ ਭੈਣ ਦੀ ਕੁਰਬਾਨੀ ਦਿੰਦਾ। ਇਹੋ ਜਿਹੀ ਸਟੋਰੀ ਸੀਗੀ। ਸੋ ਅਸੀਂ ਮਿਲਦੇ ਸੀਗੇ ਉਦੋਂ ਨੋਰਮਲ ਜਿਵੇਂ ਆਰਟਿਸਟ ਮਿਲਦੇ ਹੁੰਦੇ ਆ, ਅਤੇ ਇਵੇਂ ਅਸੀਂ ਡਰਾਮੇ ਕੀਤੇ। ਉਦੋਂ ਬਾਅਦ ਅਸੀਂ ਧੁੱਖ ਦੇ ਕਲੀਰੇ ਕੀਤਾ, 2-3 ਹੋਰ ਡਰਾਮੇ ਕੀਤੇ। ਸੋ ਇੱਕ ਨੋਰਮਲ ਫਰੈਂਡ ਸੀਗੇ। ਹੌਲੀ ਹੌਲੀ ਕਿਵੇਂ ਉਹ ਵਿਆਹ 'ਚ ਆ ਗਿਆ। ਉਹ ਸਾਡੇ ਭੈਣ ਜੀ ਹੁਣ ਤਾਂ ਨਹੀਂ ਰਹੇ, ਉਹਨਾਂ ਨੇ ਕਿਤੇ ਪੇਰੈਂਟਸ ਨਾਲ ਗੱਲ ਕਰ ਲਈ ਵੀ ਨਹੀਂ ਬੱਚੇ ਇੱਕੋ ਹੈ ਨਾ ਕਾਸਟ ਨਾਲ ਸਾਰਾ ਕੁਛ ਠੀਕ ਆ, ਵੀ ਤੁਸੀਂ ਇਹਨਾਂ ਦਾ ਐਵੇਂ ਸੋਚ ਲਓ, ਤਾਂ ਸਾਡਾ ਵਿਆਹ ਹੋ ਗਿਆ। ਸੰਜੀਤ, ਤੁਸੀਂ ਜਦੋਂ ਤੁਹਾਡਾ ਇਹਨਾਂ ਨਾਲ ਵਿਆਹ ਹੋਇਆ ਹੈ ਨਾ, ਉਸ ਤੋਂ ਪਹਿਲਾਂ ਜਿਵੇਂ ਇੱਕ ਚੰਗਾ ਲੱਗਣਾ ਹੋਰ ਚੀਜ਼ ਹੁੰਦੀ ਆ ਵੀ ਹਾਂ ਮੈਨੂੰ ਚੰਗਾ ਲੱਗਿਆ ਹੈ ਨਾ, ਕਿ ਐਵੇਂ ਦਾ ਮੁੰਡਾ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ ਚਾਹੀਦਾ। ਪਰ ਕੁੜੀਆਂ ਦੀ ਚੋਇਸ ਕਿਤੇ ਨਾ ਕਿਤੇ ਜਾ ਕੇ ਘਰਦਿਆਂ ਦੀ ਚੋਇਸ 'ਤੇ ਖੜੀ ਹੁੰਦੀ ਹੈ ਨਾ, ਵੀ ਮੇਰੇ ਪੇਰੈਂਟਸ ਐਵੇਂ ਦਾ ਮੁੰਡਾ ਮੇਰੇ ਲਈ ਸੋਚਦੇ ਨੇ, ਜਾਂ ਫਿਰ ਉਹਨਾਂ ਨੂੰ ਜਿਵੇਂ ਆਪਣੀ ਖਾਸ ਕਰਕੇ ਆਪਣੇ ਪਿੰਡਾਂ 'ਚ ਇਹ ਥਿੰਕਿੰਗ ਹੋ ਜਾਂਦੀ ਆ ਵੀ ਜ਼ਮੀਨ ਇੰਨੀ ਆਉਣੀ ਚਾਹੀਦੀ ਆ, ਨੌਕਰੀ ਕਰਦਾ ਹੋਣਾ ਚਾਹੀਦਾ ਹੈ ਨਾ। ਤਾਂ ਤੁਸੀਂ ਜਦੋਂ ਘਰੇ ਤੁਸੀਂ ਖੁਦ ਇਹਨਾਂ ਬਾਰੇ ਗੱਲ ਕੀਤੀ, ਜਾਂ ਫਿਰ ਕਿਸੇ ਹੋਰ ਨੂੰ ਮਤਲਬ ਕਿਸੇ ਹੋਰ ਨੂੰ ਕਹਿ ਕੇ ਤੁਹਾਡਾ ਇਹ ਜਿਹੜਾ ਰਿਸ਼ਤਾ ਹੋਇਆ? ਅਸਲ 'ਚ ਮੈਂ ਨਾ ਮੇਰੇ ਫਾਦਰ ਨਾ ਸੈਰ 'ਤੇ ਜਾਂਦੇ ਹੁੰਦੇ ਸੀ 4:30 ਵਜੇ ਉੱਠ ਕੇ। ਮੇਰਾ ਬੜਾ ਬਸ ਮਤਲਬ ਜੀ ਕਰਨਾ ਕਿ ਮੇਰੇ ਫਾਦਰ ਸਾਹਿਬ ਨਾਲ ਇਹ ਗੱਲ ਕਰ ਲਾਂ ਹੈ ਨਾ, ਪਰ ਤੁਹਾਨੂੰ ਪਤਾ ਵੀ ਆਪਣੀ ਹਿੰਮਤ ਨਹੀਂ ਪੈਂਦੀ ਹੁੰਦੀ ਹੈ ਨਾ, ਥੋੜ੍ਹਾ ਜਿਹਾ ਇੱਕ ਡਰ ਹੁੰਦਾ ਮਨ ਦੇ ਅੰਦਰ। ਪਰ ਮੈਨੂੰ ਇਹ ਲੱਗਦਾ ਸੀ ਵੀ ਕਿਤੇ ਨਾ ਕਿਤੇ ਵਾਈਬਸ ਵਰਕਆਊਟ ਕਰ ਰਹੀਆਂ ਨੇ, ਵੀ ਉਹ ਮਤਲਬ ਜਿਵੇਂ ਮੈਂ ਦੱਸਣ ਦੀ ਫੀਲ ਦੇ ਰਹੀ ਹਾਂ ਅਤੇ ਉਹ ਕਿਤੇ ਨਾ ਕਿਤੇ ਸੋਚ ਰਹੇ ਨੇ ਹੈ ਨਾ ਮਾਇੰਡ ਦੇ ਵਿੱਚ। ਅਤੇ ਪ੍ਰੋਬਲਮਸ ਵੀ ਆਈਆਂ ਖੈਰ ਇਸ ਚੀਜ਼ ਨੂੰ ਲੈ ਕੇ, ਪਰ ਅਖੀਰ ਦੇ ਵਿੱਚ ਮੇਰੇ ਪਿਓ ਨੇ ਮੈਨੂੰ ਇੱਕ ਗੱਲ ਕਹਿਤੀ ਸੀ ਕਿ ਪੁੱਤ ਬੋਲਡ ਬਣ, ਜੇ ਤੂੰ ਇਹ ਚੀਜ਼ ਚਾਹੁੰਦੀ ਆ ਨਾ ਤਾਂ ਤੂੰ ਆਪਣੇ ਦਮ 'ਤੇ ਕਹਿ ਦੇ ਵੀ ਮੈਂ ਉਹਦੇ ਨਾਲ ਹੀ ਕਰਾਉਣਾ। ਅਤੇ ਇਸ ਚੀਜ਼ ਨੇ ਮੇਰੇ ਅੰਦਰ ਬੋਲਡਨੈਸ ਭਰਤੀ ਸੀ। ਅਤੇ ਬਸ ਉਹਦੇ ਤੋਂ ਬਾਅਦ ਫਿਰ ਇਹੀ ਸੀ ਵੀ ਦੁੱਖ ਨੇ ਸੁੱਖ ਨੇ, ਬਸ ਇਹਨੂੰ ਰੱਬ ਮੰਨ ਲਿਆ ਅਤੇ ਲਾਈਫ ਨੂੰ ਅੱਗੇ ਕਰਨਾ, ਪਿੱਛੇ ਮੁੜ ਕੇ ਨਹੀਂ ਦੇਖਣਾ ਅਤੇ ਤੁਰਦੇ ਜਾਣਾ। ਵਧੀਆ ਸਫ਼ਰ ਇੱਥੇ ਤੱਕ ਪਹੁੰਚ ਗਿਆ। ਇਹਨੇ ਵੀ ਬੜਾ ਸਾਥ ਦਿੱਤਾ ਖੈਰ। ਹਾਂਜੀ। ਨਹੀਂ, ਵੈਸੇ ਲੋਕ ਕਹਿ ਦਿੰਦੇ ਆ ਨਾ ਵੀ 2 ਲੇਖਕਾਂ ਨੂੰ, 2 ਅਦਾਕਾਰਾਂ ਨੂੰ ਅਤੇ 2 ਗਾਇਕਾਂ ਨੂੰ ਕਦੀ ਆਪਸ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੀਦਾ ਨਾ, ਪਰ 2 ਆਰਟਿਸਟ ਮਿਲੇ ਨੇ ਤਾਂ ਇੰਨੀ ਸੋਹਣੀ ਜਰਨੀ ਨੂੰ ਸੁਣਨ 'ਚ ਮਜ਼ਾ ਹੀ ਆਊਗਾ ਸਾਰੇ ਲੋਕਾਂ ਨੂੰ ਹੈ ਨਾ। ਜਦੋਂ ਤੁਹਾਡਾ ਵਿਆਹ ਹੋਇਆ ਹੈ ਨਾ, ਵਿਆਹ ਤੋਂ ਬਾਅਦ ਆਪਾਂ ਸਾਰਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਹੁੰਦਾ ਵੀ ਮੇਰੀ ਲਾਈਫ 'ਤੇ ਇੱਕ ਫੁੱਲ ਸਟਾਪ ਲੱਗ ਗਿਆ ਹੈ ਨਾ, ਵੀ ਜੇ ਹੁਣ ਮੇਰਾ ਕੋਈ ਸ਼ੌਂਕ ਸੀ ਜਾਂ ਮੇਰੀ ਕੋਈ ਜ਼ਿੰਦਗੀ 'ਚ ਬਣਨ ਦੀ ਰੀਝ ਸੀ, ਜੇ ਮੈਂ ਵਿਆਹ ਤੋਂ ਪਹਿਲਾਂ ਨਹੀਂ ਬਣ ਸਕੀ ਤਾਂ ਵਿਆਹ ਤੋਂ ਬਾਅਦ ਤਾਂ ਉਹਦੀ ਪੋਸੀਬਿਲਿਟੀ ਬਹੁਤ ਘੱਟ ਜਾਂਦੀ ਹੈ ਨਾ। ਇਹ ਹੋ ਜਾਂਦਾ ਸਾਨੂੰ ਕਿ ਸਾਡਾ ਘਰ ਆ, ਸਾਡਾ ਪਰਿਵਾਰ ਆ, ਗਾਂਹ ਸਾਡੇ ਬੱਚੇ ਵੀ ਹੋਣੇ ਆ, ਅਸੀਂ ਉਹਨਾਂ ਨੂੰ ਸੰਭਾਲਣਾ। ਤੁਸੀਂ ਜੋਬ ਵਿਆਹ ਤੋਂ ਪਹਿਲਾਂ ਕਰਦੇ ਸੀ ਜਾਂ ਬਾਅਦ 'ਚੋਂ ਸ਼ੁਰੂ ਕੀਤੀ? ਹਾਂਜੀ, ਉਸ ਟਾਈਮ 'ਤੇ ਮਤਲਬ ਮੈਂ B.Ed ਕਰ ਰਹੀ ਸੀ ਅਤੇ B.Ed ਕਰਨ ਤੋਂ ਬਾਅਦ ਫਿਰ ਮੇਰੀ ਜੋਬ ਹੋ ਗਈ ਸੀ ਜਲਦੀ, ਮਾਰਕਸ ਚੰਗੇ ਸੀਗੇ। ਅਤੇ ਅਸਲ ਦੇ ਵਿੱਚ ਜਿਹੜਾ ਵਿਆਹ ਦਾ ਟਾਈਮ ਹੁੰਦਾ ਨਾ, ਉਹ 23-24 ਵਰ੍ਹਿਆਂ ਦਾ ਟਾਈਮ ਹੁੰਦਾ। ਉਦੋਂ ਜ਼ਿਆਦਾ ਕੁੜੀ ਇੱਕ ਕੱਚੀ ਮਿੱਟੀ ਵਰਗੀ ਹੀ ਹੁੰਦੀ ਆ,
ਮਤਲਬ ਉਹਨੂੰ ਉਹਦੇ ਹਸਬੈਂਡ ਨੇ, ਖਾਸ ਤੌਰ ਤੇ ਆਪਾਂ ਪਰਿਵਾਰ ਵੀ ਕਹਿ ਸਕਦੇ ਹਾਂ, ਪਰ ਜਿਹੜਾ ਉਹਦਾ ਪਾਰਟਨਰ ਹੁੰਦਾ ਉਹਨੇ ਉਹਨੂੰ ਰੂਪ ਦੇਣਾ ਹੁੰਦਾ। ਉਹ ਬੜਾ ਡਰਦਾ ਵੀ ਸਮਾਂ ਹੁੰਦਾ, ਉਹ ਆਪਦੀ ਸੱਸ ਤੋਂ ਵੀ ਡਰਦੀ ਆ, ਹੈ ਨਾ। ਉਹ ਚੰਗਾ ਵੀ ਬਹੁਤ ਹੁੰਦਾ, ਉਹਦੇ 'ਚ ਅਸੀਂ ਬੜਾ ਕੁਝ ਸਿੱਖਦੇ ਆ। ਜੁਆਇੰਟ ਫੈਮਿਲੀ ਸੀ ਮੇਰੀ। ਜਿਹੜੀਆਂ ਪੇਂਟਿੰਗਸ ਆਪਾਂ ਕਹੀਏ, ਪੇਂਟਿੰਗਸ ਰੁਕਦੀਆਂ ਨਹੀਂ। ਬੱਚੇ ਹੋ ਗਏ, ਬੱਚੇ ਮੇਰੀਆਂ ਪੇਂਟਿੰਗਸ ਸੀਗੀਆਂ, ਹੈ ਨਾ। ਉਹਦੇ 'ਚੋਂ ਆਪਣੀ ਪੇਂਟਿੰਗ ਨੇ ਹੋਰ ਨਿਖਰਨਾ ਹੁੰਦਾ। ਅਤੇ ਮਤਲਬ ਉਹ ਜਿਹੜਾ ਮੈਨੂੰ ਇੱਥੇ ਐਕਸਪੀਰੀਅੰਸ ਹੋਇਆ, ਸਭ ਤੋਂ ਵੱਡਾ ਇਹ ਸੀ ਵੀ ਜਿਵੇਂ ਪਹਿਲਾਂ ਇੱਕ ਸੁਪਨਿਆਂ ਦੀ ਦੁਨੀਆ ਸੀ, ਹੈ ਨਾ। ਸੁਖਪਾਲ 'ਚ ਇੱਕ ਚੀਜ਼ ਬੜੀ ਪਲੱਸ ਹੈ ਕਿ ਇਹ ਬੜਾ ਪ੍ਰੈਕਟੀਕਲ ਕਿਸਮ ਦਾ ਬੰਦਾ। ਪਹਿਲਾਂ ਮੈਨੂੰ ਹਾਰਡ ਲੱਗਦਾ ਸੀ ਥੋੜ੍ਹਾ ਜਿਹਾ, ਵੀ ਜਿਵੇਂ ਭਾਸ਼ਾ ਪੱਖ ਤੋਂ, ਹੈ ਨਾ, ਵੀ ਥੋੜ੍ਹਾ ਰੂਡ ਆ। ਬਟ ਆਪਾਂ ਨੂੰ ਨਾ ਜ਼ਿੰਦਗੀ ਦੇ ਅਸਲ ਦਾ ਜਿਹੜਾ ਮੈਨੂੰ ਨਜ਼ਾਰਾ ਦਿਖਾਇਆ ਵੀ ਅਸਲ ਲਾਈਫ ਕੀ ਹੈ, ਇਹਨੂੰ ਕਿਵੇਂ ਜੀਣਾ, ਮਤਲਬ ਉਹਦੇ 'ਚ ਇਹਨੇ ਜਿਹੜਾ ਮੇਰਾ ਸਾਥ ਆ ਉਹ ਬਹੁਤ ਬਖੂਬੀ ਨਿਭਾਇਆ। ਹਾਂ, ਸਮਾਂ ਮੁਸ਼ਕਿਲ ਸੀਗਾ, ਇਹ ਨਹੀਂ ਹੁੰਦਾ ਕਿ ਆਲ ਟਾਈਮ ਆਪਾਂ ਇੱਕ ਬੰਦ ਬਕਸਾ ਹੁੰਦੇ ਹਾਂ। ਜੇ ਆਪਾਂ ਨੂੰ ਕਿਤੋਂ ਰੌਸ਼ਨੀ ਮਿਲਣੀ ਆ ਤਦੇ ਹੀ ਆਪਾਂ ਨੂੰ ਚਾਹੀਦਾ ਵੀ ਆਪਾਂ ਉਦੋਂ ਹੀ ਨਿਕਲ ਕੇ ਸਾਹਮਣੇ ਆਈਏ। ਪਿਛਲਾ ਸਾਲ ਕੁ ਹੋਇਆ, ਹੁਣ ਮੈਂ ਆਪਣੀਆਂ ਪੇਂਟਿੰਗਸ ਵੀ ਕਰ ਰਹੀ ਹਾਂ ਬੜੀਆਂ ਵਧੀਆ, ਅਤੇ ਉਹ ਸਾਰਾ ਇਹੀ ਆ ਵੀ ਉਹ ਸਾਥ ਦੇ ਨਾਲ ਹੀ ਹੁੰਦਾ, ਹੈ ਨਾ। ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਣੇ ਸ਼ਬਦਾਂ 'ਚ ਆਪਾਂ ਜ਼ਿੰਦਗੀ ਨੂੰ ਬਹੁਤ ਸੋਹਣੀ ਸਮਝਦੇ ਹੁੰਦੇ ਹਾਂ, ਜਾਂ ਸਾਡੀਆਂ ਇਮੈਜੀਨੇਸ਼ਨਸ ਦੇ ਵਿੱਚ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਆ, ਹੈ ਨਾ। ਪਰ ਮੈਨੂੰ ਲੱਗਦਾ ਵੀ ਦੁਨੀਆ ਤੋਂ ਕੋਈ ਬੰਦਾ ਬਿਨਾਂ ਤਜਰਬੇ ਲਈ ਨਹੀਂ ਜਾਂਦਾ, ਹੈ ਨਾ। ਅਤੇ ਵਿਆਹ ਤੋਂ ਬਾਅਦ ਵੀ ਕੁੜੀਆਂ ਲਈ ਇੱਕ ਬਹੁਤ ਵੱਡਾ ਤਜਰਬਾ ਵੀ ਹੁੰਦਾ, ਇੱਕ ਚੇਂਜ ਵੀ ਹੁੰਦਾ, ਵੀ ਸਾਡੀ ਲਾਈਫ ਦੀ ਸਮੂਥਨੈਸ ਇੱਕ ਰਾਤ ਬਾਅਦ ਹੀ ਖਤਮ ਹੋ ਜਾਂਦੀ ਹੈ ਨਾ। ਸਾਨੂੰ ਲੱਗਦਾ ਹੁੰਦਾ ਵੀ ਅੱਛਾ, ਵਿਆਹ ਤੋਂ ਬਾਅਦ ਜ਼ਿੰਦਗੀ ਐਂ ਵੀ ਹੁੰਦੀ ਆ, ਤੁਹਾਨੂੰ ਇੰਨੇ ਕਾਰਨਰਸ 'ਤੇ ਵੀ ਐਡਜਸਟਮੈਂਟ ਕਰਨੀ ਪੈਂਦੀ ਆ, ਤੁਹਾਨੂੰ ਇਹਦੇ ਬਾਰੇ ਵੀ ਸੋਚਣਾ ਪੈਂਦਾ, ਅੱਛਾ ਤੁਹਾਨੂੰ ਘਰਦਿਆਂ ਬਾਰੇ ਵੀ ਸੋਚਣਾ ਪੈਂਦਾ ਨਾ। ਤਾਂ ਉਹ ਚੀਜ਼ ਐਕਸਪੀਰੀਅੰਸ ਅਸੀਂ ਜਿੰਨੇ ਮਰਜ਼ੀ ਦੱਬ ਲਈਏ, ਪਰ ਕਦੇ ਨਾ ਕਦੇ ਸਾਡੀਆਂ ਅੱਖਾਂ 'ਚੋਂ, ਸਾਡੇ ਚਿਹਰੇ 'ਚੋਂ ਦਿਸਦੇ ਨੇ, ਹੈ ਨਾ। ਤੁਹਾਡੀ ਜਰਨੀ 'ਚ ਵੀ ਬਹੁਤ ਕੁਛ ਐਵੇਂ ਦਾ ਹੋ ਸਕਦਾ ਹੋਇਆ ਹੋਵੇ, ਹੈ ਨਾ। ਪਰ ਜਦੋਂ ਤੁਹਾਡਾ ਪਾਰਟਨਰ ਉਸ ਚੀਜ਼ ਨੂੰ ਸਮਝਦਾ, ਫਿਰ ਮੈਨੂੰ ਲੱਗਦਾ ਹੁੰਦਾ ਵੀ ਤੁਹਾਨੂੰ ਇੱਕ ਖੰਭ ਮਿਲ ਜਾਂਦੇ ਆ ਦੁਨੀਆ 'ਤੇ ਉੱਡਣ ਲਈ, ਹੈ ਨਾ। ਸੁਖਪਾਲ, ਤੁਸੀਂ ਪਿੰਡ 'ਚ ਰਹਿੰਦੇ ਹੋ ਬਿਲਕੁਲ, ਹੈ ਨਾ। ਮੈਨੂੰ ਜਦੋਂ ਮੈਂ ਤੁਹਾਡੇ ਬਾਰੇ ਸੋਚਿਆ ਸੀ ਕਿ ਤੁਹਾਡੀ ਜਰਨੀ ਨੂੰ ਲੋਕਾਂ ਨੂੰ ਦਿਖਾਇਆ, ਤਾਂ ਮੈਨੂੰ ਸਭ ਤੋਂ ਸੋਹਣੀ ਚੀਜ਼ ਇਹੀ ਲੱਗੀ ਸੀ ਕਿ ਆਲਮੋਸਟ ਸ਼ਹਿਰਾਂ 'ਚ ਵੀ ਕਈ ਵਾਰੀ ਇੱਦਾਂ ਦਾ ਮਾਹੌਲ ਹੁੰਦਾ ਵੀ ਜਦੋਂ ਕੁੜੀ ਨੂੰਹ ਬਣ ਜਾਂਦੀ ਆ ਤਾਂ ਤੁਸੀਂ ਇਹ ਨਹੀਂ ਪਾਉਣਾ, ਤੁਸੀਂ ਐਂ ਨਹੀਂ ਕਰਨਾ, ਤੁਸੀਂ ਉੱਥੇ ਨਹੀਂ ਜਾ ਸਕਦੇ, ਜਾਂ ਫਿਰ ਹਮੇਸ਼ਾ ਤੁਹਾਡਾ ਲਾਈਫ ਪਾਰਟਨਰ ਤੁਹਾਡੇ ਨਾਲ ਹੋਣਾ ਚਾਹੀਦਾ, ਹੈ ਨਾ। ਜਦ ਕਿ ਸੋਨਜੀਤ ਨੂੰ ਮੈਂ ਫੋਟੋਗ੍ਰਾਫਸ 'ਚ ਮੇਲ ਫਰੈਂਡਸ ਨਾਲ ਵੀ ਸੈਲੀਬ੍ਰੇਟ ਕਰਦੇ ਦੇਖਿਆ, ਹੈ ਨਾ, ਸ਼ਾਰਟਸ 'ਚ ਵੀ ਦੇਖਿਆ, ਉਸ ਤੋਂ ਬਾਅਦ ਇੰਡਸਟਰੀ 'ਚ ਵੀ ਉਹਨਾਂ ਨੇ ਆਪਣੇ ਆਪ ਨੂੰ ਐਕਸਪਲੋਰ ਕੀਤਾ। ਤਾਂ ਕਦੇ ਨਾ ਕਿਤੇ ਤੁਹਾਡੀ ਸਪੋਰਟ ਰਹੀ ਹੋਊਗੀ ਇਸ ਚੀਜ਼ 'ਚ, ਹੈ ਨਾ। ਪਰ ਇਨਸਿਕਿਉਰਿਟੀ ਨੇ ਕਿ ਸੋਸ਼ਲੀ ਲੋਕ ਕੀ ਕਹਿਣਗੇ ਜਾਂ ਸਾਡੀ ਸੁਸਾਇਟੀ ਕੀ ਕਹੂਗੀ, ਕਿਉਂਕਿ ਸੁਸਾਇਟੀ 'ਚ ਐਕਸੈਪਟੈਂਸ ਨਹੀਂ, ਖਾਸ ਕਰਕੇ ਘਰਦਿਆਂ 'ਚ ਹੀ ਨਹੀਂ ਹੁੰਦੀ, ਮਤਲਬ ਤੁਸੀਂ ਬਾਹਰਲਿਆਂ ਤੋਂ ਕੀ ਉਮੀਦ ਕਰੋਗੇ। ਤਾਂ ਇਹ ਹੌਸਲਾ ਕਿਵੇਂ ਆਇਆ ਵੀ ਖੰਭ ਦੇਣੇ ਨੇ ਹੁਣ ਇਹਨੂੰ? ਰੁਪਿੰਦਰ, ਇਹਨੂੰ ਖੰਭ ਦੇਣ ਦੀ ਗੱਲ ਨਹੀਂ, ਮੈਂ ਮੇਰੀ ਮਾਂ ਨੂੰ ਵੀ ਖੰਭ ਦਿੱਤੇ ਆ। ਇਹ ਸਾਡੇ ਘਰ ਦਾ ਮਾਹੌਲ ਥੋੜ੍ਹਾ ਜਿਹਾ ਹੋਰ ਸੀ, ਕਿਉਂਕਿ ਸੋਚਣਾ ਕਿ ਉਹ ਕੀ ਸੋਚੂ, ਮੈਂ ਹੋਰ ਤਰ੍ਹਾਂ ਦਾ ਸੀ। ਮੈਂ ਪਹਿਲਾਂ ਤੋਂ ਬੋਲਡ ਜਿਹਾ ਸੀ, ਮਿਊਜ਼ਿਕ ਲਾਉਣਾ, ਉੱਚੀ ਵੀ ਲਾਉਣਾ, ਕਿਸੇ ਨੂੰ ਕੀ ਪਰਵਾਹ, ਸਾਡੇ ਘਰੇ ਵੱਜਦਾ ਕਿਸੇ ਨੂੰ ਕੀ ਆ, ਹੈ ਨਾ। ਮੈਂ ਇਸ ਕਿਸਮ ਦਾ ਸੀ, ਮੈਂ ਇਹ ਨਹੀਂ ਦੇਖਦਾ। ਹੁਣ ਵੀ ਮੈਂ ਐਂ ਨਹੀਂ ਵਿਚਰਦਾ ਵੀ ਸਾਡੇ ਬਾਰੇ ਕੋਈ ਕੀ ਸੋਚੂ। ਅਤੇ ਆਫਟਰ 40 ਮੈਂ ਹੁਣ ਵੀ, ਹੁਣ ਸਾਰੀ ਗਰਮੀ ਮੈਂ ਸ਼ਾਰਟ ਪਾਉਣਾ, ਮੈਂ ਕੋਈ ਉਹ ਬੰਦਿਆਂ ਜਿਹਾ ਵਾਂਗੂ ਜਾਂ ਹੋਰ ਆ, ਇਹੋ ਜਿਹੀ ਮੇਰੇ ਕੋਈ ਨੇਚਰ ਹੈ ਨਹੀਂ। ਇਹ ਜਦੋਂ ਆਈ ਆ, ਇਹਦੇ ਕੋਲ ਬਹੁਤ ਸਾਰੇ ਗੁੱਟਕੇ ਸੀ ਪਾਠ ਵਾਲੇ, ਬਹੁਤ ਸੀਗੇ। ਮੈਂ ਨਹੀਂ ਕਹਿੰਦਾ ਕਿ ਇਹਨੂੰ ਮੈਂ ਅਧਿਆਤਮ ਤੋਂ ਦੂਰ ਕਰਤਾ। ਮੈਂ ਇੱਕ ਜਿਹੜਾ ਟਿਪੀਕਲ ਸਾਡੇ ਬਣਿਆ ਹੋਇਆ ਸਵੇਰ ਸ਼ਾਮ, ਜਾਂ ਇਹਨੇ ਵਾਲ ਵਾਹੁਣੇ, ਦੇਸੀ ਘਿਓ ਐਂ ਲਾ ਕੇ ਫਿਰ ਉਹਨਾਂ ਨੂੰ ਜਾਲਣਾ, ਐਂ ਕਰਨਾ, ਇਹ ਹੌਲੀ ਹੌਲੀ ਜਦੋਂ ਮੇਰੇ ਕੋਲ ਆ ਗਈ ਥੋੜ੍ਹਾ ਜਿਹਾ ਇਹ ਮੇਰੇ ਢੰਗ 'ਚ, ਕਿਉਂਕਿ ਇਹਦੀ ਗੱਲ ਸਹੀ ਆ ਵੀ ਔਰਤ ਜਾਂ ਕੁੜੀ, ਹੈ ਨਾ, ਕੱਚੀ ਮਿੱਟੀ ਵਰਗੀ ਹੁੰਦੀ ਆ। ਜੇ ਨਹੀਂ ਢਲਦੀ ਉਹ, ਫਿਰ ਹੋਰ ਤਾਂ ਜਾਂ ਤਾਂ ਬੰਦਾ ਢਲ ਜੇ, ਜਾਂ ਫਿਰ ਤੁਸੀਂ ਲੜਦੇ ਭਿੜਦੇ ਰਹੋਗੇ, ਤੁਹਾਡੀ ਗ੍ਰਹਿਸਤ ਉਹੋ ਜਿਹੀ ਹੋਊਗੀ। ਇਹਨੇ ਆਪਣੇ ਆਪ 'ਚ ਢਾਲ ਲਿਆ, ਮੈਂ ਇਹਦੇ ਰੂਪ 'ਚ ਢਲ ਗਿਆ, ਹੈ ਨਾ, ਵੀ ਇਹ ਕੀ ਚਾਹੁੰਦੀ ਆ। ਸੋ ਹੌਲੀ ਹੌਲੀ ਇਹਦੇ ਸ਼ੌਕ ਬਦਲਦੇ ਗਏ, ਅਤੇ ਪੈਂਟਾਂ ਵੀ ਪਾਉਣ ਲੱਗ ਗਈ। ਮੈਂ ਮੇਰੀ ਮਦਰ ਨੂੰ ਕਿਹਾ ਤਾਂ ਇੱਕ ਵਾਰੀ ਇਹਨੂੰ ਸ਼ੌਕ ਚੜ੍ਹਿਆ, ਕਹਿੰਦੇ ਮੈਂ ਸਵਿਮਿੰਗ ਕਰਨੀ ਆ। ਅਜੇ ਤੱਕ ਮੇਰੇ ਤੋਂ ਇਹਨੂੰ ਸਵਿਮਿੰਗ ਸਿਖਾਈ ਨਹੀਂ ਗਈ, ਪਰ ਸਿਖਾਉਣੀ ਆ। ਡਰਾਈਵਿੰਗ ਨਹੀਂ ਸਿਖਾ ਹੋਈ, ਕਈ ਗੱਲਾਂ ਕਹਿੰਦੀ ਮੈਂ ਬੋਏ ਕੱਟ ਕਰਾਉਣਾ। ਹਾਂ, ਅਗਲੀ ਗੱਲ ਕੀ ਕਰਨ ਲੱਗੀ? ਹਾਂ, ਇਹ ਕਹਿੰਦੇ ਮੈਂ ਬੋਏ ਕੱਟ ਕਰਾਉਣਾ। ਮੈਂ ਕਰਾ ਦੇ। ਮੈਂ ਹੁਣ ਥੋੜ੍ਹਾ ਜਿਹਾ ਚਲੋ ਘਰੋਂ ਪੁੱਛਣਾ, ਇਜਾਜ਼ਤ ਲੈਣੀ, ਪਿੰਡਾਂ 'ਚ ਰਹਿੰਦੇ ਹੋਰ। ਮੈਂ ਕਿਹਾ ਮੰਮੀ ਤੂੰ ਪੋਨੀ ਕਰਾ ਦੇ। ਮੰਮੀ ਕਹਿੰਦੀ ਨਹੀਂ, ਕਹਿੰਦੀ ਲੈ ਮੇਰੀ ਕਿਹੜੀ ਉਮਰ ਆ। ਮੈਂ ਕਿਹਾ ਗੱਲ ਸੁਣ, ਤੇਰੀ ਨੂੰਹ ਨੇ ਬਾਏ ਕੱਟ ਕਰਾ ਦੇਣਾ, ਤੂੰ ਪੋਨੀ ਦਾ ਕਰਾ ਲੈ। ਮੰਮੀ ਕਹਿੰਦੀ ਠੀਕ ਹੈ। ਮੈਂ ਕਿਹਾ ਮੰਮੀ ਫਿਰ ਕਿਸੇ ਨੂੰ ਕੁਛ ਕਹਿਣਾ ਨਹੀਂ, ਮੈਂ ਖੁਦ ਚਾਹੁੰਦਾ ਮੇਰੀ ਮਾਂ ਵੀ ਕਰਾ ਲਵੇ, ਮੈਨੂੰ ਕੋਈ ਫਰਕ ਨਹੀਂ। ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਤੁਸੀਂ ਤੁਹਾਡੇ ਪਰਸਨਲ
ਘਰ ਦੇ ਵਿੱਚ ਤੁਹਾਡੇ ਰਿਸ਼ਤੇ ਕਿਹੋ ਜਿਹੇ ਆ, ਹੈ ਨਾ, ਤੁਸੀਂ ਅੰਦਰ ਕਿਵੇਂ ਰਹਿੰਦੇ ਹੋ, ਇਹੀ ਤੁਹਾਡੀ ਲਾਈਫ ਆ। ਲੋਕ ਕੀ ਸੋਚਣਗੇ, ਫਲਾਨਾ ਕੀ ਸੋਚੂ, ਰਿਸ਼ਤੇਦਾਰ ਕੀ ਸੋਚਣਗੇ, ਕੋਈ ਕਿਸੇ ਨੂੰ ਦੁੱਖ ਵੇਲੇ ਨਾ ਦੇਣ ਆਉਂਦਾ ਨਾ ਲੈਣ ਜਾਂਦਾ। ਇਹ ਤਾਂ ਤੁਹਾਡੀ ਆਪ ਦੀ ਜ਼ਿੰਦਗੀ ਆਪ ਹੀ ਕੱਟਣੀ ਆ। ਇਹਨੂੰ ਜਿਹੜਾ ਸ਼ੌਕ ਸੀ, ਜਿੰਨਾ ਕਿ ਸਾਡੀ ਚਲੋ ਗੁੰਜਾਇਸ਼ ਸੀਗੀ, ਉਸ ਹਿਸਾਬ ਦੇ ਨਾਲ ਜਿਹੜਾ ਕੁਛ ਚਾਹੁੰਦੀ ਸੀਗੀ ਕਰਨਾ, ਮੈਂ ਕਹਿੰਦਾ ਸੀ ਵੀ ਹਾਂ ਹੋ ਜੂ। ਬਹੁਤ ਚੀਜ਼ਾਂ ਨੇ ਜਿਹੜੀਆਂ ਹੋਈਆਂ ਨਹੀਂ ਹੈਗੀਆਂ, ਪਰ ਬਹੁਤ ਨੇ ਜਿਹੜੀਆਂ ਹੋ ਰਹੀਆਂ ਨੇ, ਹੌਲੀ ਹੌਲੀ ਹੋ ਜਾਣਗੀਆਂ। ਬਸ ਐਂ ਸੀਗਾ। ਇਹ ਆਪ ਵੀ ਬੇਪਰਵਾਹ ਜਿਹਾ ਹੀ ਆ ਤੇ ਇਹਨੇ ਦੂਜਿਆਂ ਨੂੰ ਵੀ ਬੇਪਰਵਾਹੀਆਂ ਹੀ ਹਨਾ ਵੰਡੀਆਂ ਨੇ, ਮਤਲਬ ਇਸ ਪੱਖ ਤੋਂ ਪਲੱਸ ਆ ਇਹ ਬਹੁਤ ਜ਼ਿਆਦਾ। ਸੋਨਜੀਤ, ਤੁਹਾਨੂੰ ਸੁਖਪਾਲ 'ਚ ਵਿਆਹ ਤੋਂ ਬਾਅਦ ਕੁਝ ਤਬਦੀਲੀਆਂ ਲਿਆਉਣੀਆਂ ਪਈਆਂ ਕਿ ਇਹ ਸੀਗਾ ਵੀ ਨਹੀਂ ਇੱਕ ਵਧੀਆ ਪੈਕੇਜ, ਮਤਲਬ ਪੂਰਾ ਮਤਲਬ ਇਹ ਸੀ ਕਿ ਉਹੀ ਆਦਤਾਂ ਨੇ ਜੋ ਮੈਨੂੰ ਪਸੰਦ ਸੀ, ਜਾਂ ਜਿਵੇਂ ਦਾ ਜ਼ਿੰਦਗੀ 'ਚ ਸੋਚਿਆ ਸੀ ਉਵੇਂ ਦਾ ਹੀ ਹੈ? ਨਹੀਂ, ਬਹੁਤ ਬਦਲ ਆਇਆ, ਬਹੁਤ ਚੀਜ਼ਾਂ ਨੂੰ ਲੈ ਕੇ। ਪਰ ਇਹ ਆ ਵੀ ਉਹਦੇ ਲਈ ਇਹ ਨਹੀਂ ਹੁੰਦਾ ਕਿ ਆਪਾਂ ਸੋਚ ਕੇ ਐਫਰਟ ਕਰਦੇ ਹਾਂ। ਜਿਹੜਾ ਸਾਡਾ ਕਿਸੇ ਲਈ ਬਿਲਕੁਲ ਖੁੱਲ੍ਹਾ ਪਿਆਰ ਹੁੰਦਾ ਨਾ, ਵੀ ਜਿੱਥੇ ਕੋਈ ਸਵਾਰਥ ਨਹੀਂ ਹੁੰਦਾ ਬਿਲਕੁਲ ਹੀ, ਉੱਥੇ ਜਿਹੜਾ ਪਰਸਨ ਹੈ ਉਹ ਹੌਲੀ ਹੌਲੀ ਆਪੇ ਉੱਦਾਂ ਦਾ ਢਲ ਜਾਂਦਾ। ਜਿਹੜੇ ਮੇਰੇ ਪਹਿਲੇ 2-4 ਸਾਲ ਇਸ ਘਰ ਦੇ ਵਿੱਚ ਰਹੇ ਹਨ, ਉਹਦੇ ਵਿੱਚ ਬੜਾ ਕੁਝ ਬਹੁਤ ਔਖਾ ਸੀ ਮੇਰੇ ਲਈ, ਅਤੇ ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਪਾਲਣਾ ਵੀ, ਉਹਦੇ 'ਚ ਕੋਈ ਇਹਦੀ ਬਹੁਤੀ ਹੈਲਪ ਨਹੀਂ ਸੀ। ਪਰ ਇਹ ਹੁੰਦਾ ਵੀ ਜਿਹੜਾ ਤੁਹਾਡਾ ਪਿਆਰ ਹੁੰਦਾ ਨਾ ਅਸਲੀ, ਉਹ ਸਾਰੇ ਸਿਸਟਮ ਨੂੰ ਬਦਲ ਲੈਂਦਾ। ਹੁਣ ਜਿਹੜੇ ਮੇਰੇ ਮੰਮੀ ਨੇ, ਹੁਣ ਸਾਡਾ ਆਪਣਾ ਆਪਸ 'ਚ ਸਹੇਲੀਆਂ ਵਰਗਾ ਪਿਆਰ ਹੈ, ਪਰ ਉਹ ਆਪਾਂ ਨੂੰ ਕ੍ਰੀਏਟ ਕਰਨਾ ਪੈਂਦਾ। ਮਤਲਬ ਇਸ ਤਰ੍ਹਾਂ ਦਾ ਆਈਆਂ ਨੇ ਇਹਦੇ 'ਚ ਮੈਮ, ਬੜੀਆਂ ਚੇਂਜਸ ਆਈਆਂ ਨੇ ਹੁਣ ਤਾਂ। ਪਰ ਮੈਂ ਦੇਖਦੀ ਹੁੰਦੀ ਹਾਂ ਵੀ ਹੈ ਨਾ, ਸੁਖਪਾਲ ਬੱਚਿਆਂ ਨਾਲ ਫੋਟੋਆਂ ਵੀ ਪਾ ਰਿਹਾ, ਕੰਮ ਕਰਦੇ ਦੀਆਂ ਵੀ, ਹੈ ਨਾ, ਤਾਂ ਉਹ ਚੀਜ਼ ਲੱਗਦੀ ਹੁੰਦੀ ਆ ਵੀ ਜਿਹੜੀ ਚੀਜ਼ ਸ਼ੁਰੂਆਤ 'ਚ ਚਾਹੀਦੀ ਸੀ ਹੁਣ ਉਹ ਹੋ ਰਹੀ ਆ। ਕਿਉਂਕਿ ਸਾਡੀ ਜਿਹੜੀ ਸੁਸਾਇਟੀ ਆ ਉਹਦੇ 'ਚ ਇਹ ਹੁੰਦਾ ਵੀ ਔਰਤ ਚਾਹੇ 24 ਘੰਟੇ ਕੰਮ ਕਰਦੀ ਆ, ਚਾਹੇ ਉਹ ਬਾਹਰ ਵੀ ਕੰਮ ਕਰਕੇ ਆਉਂਦੀ ਆ, ਫਿਰ ਉਹਨੇ ਘਰੇ ਵੀ, ਹੈ ਨਾ, ਪਰ ਉਹਨੂੰ ਕਿਤੇ ਨਾ ਕਿਤੇ ਇਹ ਮਤਲਬ ਜੈਨੇਟਿਕਲੀ ਸਿਖਾ ਦਿੱਤਾ ਜਾਂਦਾ ਵੀ ਘਰ ਦੀ ਪੂਰੀ ਜ਼ਿੰਮੇਵਾਰੀ ਤੇਰੀ ਆ, ਬੱਚਿਆਂ ਨੂੰ ਤੂੰ ਪਾਲਣਾ, ਅਤੇ ਬੰਦਾ ਆਟੋਮੈਟਿਕਲੀ ਉਹਦੇ ਤੋਂ ਦੂਰ ਰਹਿੰਦਾ ਹੈ ਨਾ ਉਸ ਚੀਜ਼ ਤੋਂ। ਪਰ ਮੈਨੂੰ ਲੱਗਦਾ ਸੁਖਪਾਲ ਦਾ ਕੰਟਰੀਬਿਊਸ਼ਨ ਹੁਣ ਬੱਚਿਆਂ ਲਈ ਬਹੁਤ ਆ, ਹੈ ਨਾ। ਇਹ ਬਿਲਕੁਲ ਹੈਗਾ। ਇਹ ਨਾ ਜਿਹੜੀ ਮੇਰੀ ਤਾਈ ਸੀਗੀ, ਹੈ ਨਾ, ਮੇਰੀ ਤਾਈ ਮੈਨੂੰ ਇਹ ਗੱਲ ਸਮਝਾਉਂਦੀ ਹੁੰਦੀ ਸੀ ਵੀ ਪੁੱਤ ਤੂੰ ਆਪਦੇ ਘਰ ਵਾਲੇ ਨਾਲ ਨਾ ਖੁੱਲ੍ਹ ਕੇ ਨਹੀਂ ਗੱਲਾਂ ਕਰਨੀਆਂ, ਹੈ ਨਾ, ਕਈ ਵਾਰੀ ਵੀ ਆਪਾਂ ਨੂੰ, ਪਰ ਕਹਿੰਦੇ ਹੁੰਦੇ ਨੇ ਪਤਾ ਨਹੀਂ ਬੰਦਾ ਇੱਦਾਂ ਦਾ, ਮਤਲਬ ਸਾਡੀ ਦੋਸਤੀ ਵਰਗੀ ਜ਼ਿੰਦਗੀ ਹੈ। ਜਿਹੜਾ ਦੋਸਤ ਹੁੰਦਾ ਨਾ, ਫਿਰ ਇਹ ਵੀ ਉੱਥੇ ਆਪਦਾ ਰੂਪ ਦਿਖਾਉਂਦਾ। ਬਾਕੀ ਦੇਖੋ, ਮੁੰਡੇ ਦੀ ਜਿਹੜੀ ਫਿਤਰਤ ਆ ਉਹ ਕੁੜੀ ਵਰਗੀ ਸੇਮ ਨਹੀਂ ਹੋ ਸਕਦੀ, ਹੈ ਨਾ, ਕਿਉਂਕਿ ਜਿਹੜੀ ਲੇਡੀ ਆ ਰੱਬ ਨੇ ਉਹਨੂੰ ਬਣਾਈ ਇੱਦਾਂ ਦੀ ਆ। ਹੁਣ ਉਹ ਬੱਚੇ ਨੂੰ ਜਨਮ ਵੀ ਦਿੰਦੀ ਆ, ਹੈ ਨਾ, ਸੋ ਉਹਦੇ 'ਚ ਜਿਹੜੇ ਪੇਸ਼ੈਂਸ ਲੈਵਲ ਨੇ ਜਾਂ ਜਿਹੜੀ ਸਮਝ ਆ, ਉਹ ਬੰਦੇ ਨਾਲੋਂ ਇੱਕ ਵੱਖਰੀ ਤਰ੍ਹਾਂ ਦੀ ਹੈ। ਇਹ ਨਹੀਂ ਕਿ ਪਹਿਲਾਂ ਵੀ ਇਹ ਬੜਾ ਵਧੀਆ ਸੀ, ਉਦੋਂ ਬਸ ਮੇਰੇ ਜਿਹੜੇ ਸੁਪਨੇ ਸੀ ਉਹ ਥੋੜ੍ਹੇ ਹੋਰ ਤਰ੍ਹਾਂ ਦੇ ਸੀ, ਮਤਲਬ। ਪਰ ਐ ਵੀ ਹੁਣ ਅਸੀਂ ਬਿਲਕੁਲ ਦੋਸਤਾਨਾ ਹੋ ਗਏ, ਇੱਕ ਦੂਜੇ ਨੂੰ ਸਮਝਦੇ ਹਾਂ, ਲੜਦੇ ਵੀ ਹਾਂ ਬਥੇਰੀ ਵਾਰੀ। ਮਤਲਬ ਇੱਥੇ ਤੱਕ ਵੀ ਗੱਲਾਂ ਪਹੁੰਚੀਆਂ ਨੇ ਸ਼ੁਰੂ 'ਚ ਕਿ ਵੀ ਚੱਲ ਮੈਂ ਇਹਨੂੰ ਕਹਿਣਾ ਵੀ ਬਸ ਤੂੰ ਮੇਰੀ ਜ਼ਿੰਦਗੀ 'ਚੋਂ ਨਿਕਲ ਜਾ, ਹੈ ਨਾ, ਵੀ ਤੂੰ ਰਹਿਣਾ ਨਹੀਂ। ਪਰ ਅਸੀਂ ਨਾ ਲੜ ਕੇ ਇੱਕ ਗੱਲ ਦੋਵਾਂ ਨੇ ਬੈਠ ਕੇ ਡਿਸਕਸ ਕਰ ਲਈ ਸੀ ਕਿ ਕੋਈ ਗਲਤ ਸਟੈਪ ਨਹੀਂ ਲੈ ਲੈਣਾ, ਕਿਉਂਕਿ ਜਦੋਂ ਬਹੁਤਾ ਪਿਆਰ ਹੁੰਦਾ ਨਾ, ਕੋਈ ਮੁੰਡਾ ਕੋਈ ਜਾਂ ਠੀਕ ਆ ਦਾਰੂ ਪੀ ਕੇ ਆ ਗਿਆ ਬਹੁਤੀ, ਹੈ ਨਾ, ਜਿਵੇਂ ਕੁੜੀ ਕੋਈ ਨਾ ਕੋਈ ਆਪਾਂ ਸੁਸਾਈਡ ਕਮਿਟ ਕਰ ਲੈਂਦੇ ਆ, ਪਿਆਰ ਬੜਾ ਹੁੰਦਾ, ਉਹ ਬਸ ਜਿੱਥੇ ਪਿਆਰ ਹੁੰਦਾ ਉੱਥੇ ਹੀ ਇਹੋ ਜਿਹੀਆਂ ਗੱਲਾਂ ਵਾਪਰਦੀਆਂ। ਅਸੀਂ ਉੱਥੋਂ ਇਮੋਸ਼ਨਲੀ ਵੀਕ ਵੀ ਹੁੰਦੇ, ਵੀਕ ਹੋ ਜੰਨੇ ਆ। ਹਾਂ, ਫਿਰ ਉਹਨਾਂ ਚੀਜ਼ਾਂ ਨੂੰ ਬੈਠ ਕੇ ਅਸੀਂ, ਜਿਵੇਂ ਹੁਣ ਸਾਨੂੰ ਦੋਹਾਂ ਨੂੰ ਸਵੇਰੇ ਬਸ ਉਹਨਾਂ ਚਿਰ ਚੈਨ ਨਹੀਂ ਆਉਂਦਾ ਜਿੰਨਾ ਚਿਰ ਇਕੱਠੇ ਬੈਠ ਕੇ ਚਾਹ ਨਹੀਂ ਪੀਂਦੇ। ਫਿਰ ਇਹ ਸਾਡੀ ਪਰ ਚਾਹ ਬਣਾਉਂਦਾ ਮੈਂ ਆ। ਹਾਂ, ਇਹ ਮੈਨੂੰ ਪਹਿਲਾਂ ਮੈਡਮ ਨੂੰ 4 ਵਾਰੀ ਠਾਲਦਾ, ਮੈਨੂੰ ਤੇਰੀ ਸਵਾਦ ਨਹੀਂ ਲੱਗਦੀ, ਹੈ ਨਾ, ਤੇ ਫਿਰ ਆਪਾਂ ਹੁਣ ਐਂ ਹੀ ਕਹਿ ਦਈਦਾ ਵੀ ਚੱਲ ਕੋਈ ਨਾ ਤੂੰ ਹੀ ਬਣਾ ਲੈ, ਹੈ ਨਾ। ਹਾਂ, ਵੀ ਵਧੀਆ, ਤੇਰੀ ਬੜੀ ਸਵਾਦ ਹੈ, ਇੰਨੀ ਕੁ ਮਸਕਾ ਲਾ ਦੇਈਦਾ, ਚਾਹ ਮਿਲ ਜਾਂਦੀ ਆਪਾਂ ਨੂੰ। ਮੈਨੂੰ ਲੱਗਦਾ ਤੁਸੀਂ ਦੋਵੇਂ ਜੀ ਨਾ ਬੜੇ ਟੈਕਟਫੁਲ ਹੋ। ਜਿਵੇਂ ਸੁਖਪਾਲ ਨੇ ਕਿਹਾ ਵੀ ਜਦੋਂ ਸੋਨਜੀਤ ਨੇ ਬॉयਕਟ ਕਰਾਉਣਾ ਸੀ ਤਾਂ ਮੈਂ ਪਹਿਲਾਂ ਜਾ ਕੇ ਮੰਮੀ ਨੂੰ ਕਿਹਾ ਤੂੰ ਫੋਨ ਨਹੀਂ ਕਰਵਾ ਲਾ ਨਾ, ਜੇ ਕੋਈ ਮੇਰੇ ਵਰਗਾ ਝੱਲਾ ਹੁੰਦਾ ਉਹਨੇ ਕਹਿਣਾ ਸੀ ਮੈਂ ਬॉयਕਟ ਕਰਾਉਣਾ। ਸਾਰੀਆਂ ਕਹਿ ਕੇ ਮੰਮੀ ਨੂੰ ਨਾ ਗੱਲਾਂ ਬਾਤਾਂ ਖਿੱਚ ਵੀ ਲੈਂਦਾ ਵੀ ਜੇ ਕੋਈ ਗੱਲ ਆ ਪਤਾ, ਹੈ ਨਾ, ਮੁੜ ਕੇ ਮੰਮੀ ਦੀ ਗੋਦੀ 'ਚ ਪੈ ਜਾਣਾ, ਮੰਮੀ ਨੇ ਤਾਂ ਮੰਨ ਜਾਣਾ ਨਾਲ ਹੀ। ਪਰ ਐਵੇਂ ਜਿਹੜੀ ਗੱਲ ਕਹਿਣੀ ਆ ਉਹ ਕਹਿ ਦੇਣੀ ਆ, ਕਿਉਂਕਿ ਮੇਰੀ ਗੱਲ ਕਿਤੇ ਨਾ ਕਿਤੇ ਨੂੰ ਹੁੰਦੇ ਉਹਨਾਂ ਦੇ ਦਿਲ ਨੂੰ ਲੱਗ ਜੂਗੀ, ਉਹ ਨਿਕਲਦੀ ਨਹੀਂ, ਪੁੱਤ ਦੀ ਥੋੜੀ ਲੱਗਣੀ ਆ, ਉਹ ਚਾਰੇ ਨੇ ਆਪੇ ਕਹਿ ਦੇਣੀਆਂ ਨੇ, ਮੁੜ ਕੇ ਗੱਲ ਨੋਰਮਲ ਹੋ ਜਾਣੀ ਆ। ਸੁਖਪਾਲ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਨਾ ਸੁਖਪਾਲ, ਮੈਨੂੰ ਲੱਗਦਾ ਸੋਨਜੀਤ ਨੂੰ ਇਸ ਗੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਆਈ ਹੋਣੀ। ਨਹੀਂ ਆਈ, ਕਦੇ ਨਹੀਂ ਆਈ, ਕੋਈ ਸ਼ੱਕ ਨਹੀਂ। ਤੁਸੀਂ ਐਂ ਲਾ ਲਓ ਵੀ ਪਿਛਲੇ 15 ਸਾਲਾਂ 'ਚ ਜੇ ਤੁਸੀਂ ਦਿਨਾਂ ਨੂੰ ਗਿਣਨ ਲੱਗ ਜਾਓ ਤਾਂ 14 ਸਾਲ ਬ੍ਰੇਕਫਾਸਟ ਇਹਨੂੰ ਮੈਂ ਹੀ ਥਾਲੀ 'ਚ ਪਾ ਕੇ ਦਿੱਤਾ, ਇਹਨੇ ਥੋੜ੍ਹੀ ਦਿੱਤਾ।
ਨਹੀਂ ਦੇਖੋ ਪਤਾ ਕੀ ਜਿਵੇਂ ਹੁਣ ਚਲੋ ਕੰਮ ਵੀ ਬਹੁਤ ਵਧਾ ਦਿੰਦਾ ਸੀ ਸ਼ੁਰੂ 'ਚ, ਇਦਾਂ ਲੱਗਦਾ ਸੀ ਵੀ ਕਦੇ ਤਾਂ ਚੱਲੀਏ ਬਾਹਰ ਖਾਣ, ਹਨਾ ਵੀ ਕੀ ਘਰੇ ਲੱਗੇ ਰਹਿੰਦੇ ਆ, ਕੁਕਿੰਗ ਕਰਦਾ ਵੀ ਚਲੋ ਕਦੇ ਲਸਣ ਛਿੱਲਣਾ ਦਿੱਤਾ, ਕੰਮ ਦਿੱਤਾ ਹਨਾ। ਬਟ ਹੌਲੀ ਹੌਲੀ ਹੁਣ ਆਪਦੇ ਆਪ ਨੂੰ ਇਹੋ ਜਿਹੀ ਫੀਲਿੰਗ ਆ ਗਈ ਵੀ ਨਹੀਂ ਸਤਪਾਲ ਚੱਲ ਘਰੇ ਚੱਲਦੇ ਆ, ਉੱਥੇ ਹੀ ਬਣਾ ਕੇ ਖਾਵਾਂਗੇ। ਬਿਲਕੁਲ। ਦੇਖੋ ਤੁਸੀਂ 14 ਸਾਲ ਇਹਨਾਂ ਨੂੰ ਬਣਾ ਕੇ ਖਵਾਇਆ ਨਾ, ਤੇ ਉਹ ਪਿਛਲੀ ਪੇਂਟਿੰਗ ਆ ਜਿਹੜੀ ਸਾਰਿਆਂ ਨੂੰ ਦਿਖ ਰਹੀ ਹੋਣੀ ਆ, ਮੈਨੂੰ ਲੱਗਦਾ ਵੀ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਵੀ ਵਾਈਫ ਕੁਝ ਇੱਦਾਂ ਦਾ ਸਾਡੇ ਲਈ ਕ੍ਰੀਏਟ ਕਰੇ, ਹੈ ਨਾ। ਤਾਂ ਤੋਹਫੇ ਮੈਨੂੰ ਲੱਗਦਾ ਤੁਹਾਡੇ ਇੱਕ ਦੂਜੇ ਲਈ ਉਹ ਨੇ ਜਿਹੜੇ ਤੁਹਾਡੇ ਐਕਸਪੀਰੀਅੰਸ 'ਚੋਂ ਨਿਕਲੇ ਹੋਏ ਨੇ, ਹੈ ਨਾ। ਸੁਣਜੀਤ, ਦੋਵਾਂ 'ਚ ਸੁਭਾਅ ਕਿਹਦਾ ਜ਼ਿਆਦਾ ਗਰਮ ਹੈ? ਉਧਰੋਂ ਨਹੀਂ ਹੱਥ ਇੱਧਰ ਆਉਣਾ। ਬਹੁਤ ਜ਼ਿਆਦਾ ਦੋ ਤਰ੍ਹਾਂ ਦੀ ਗੱਲ ਹੁੰਦੀ ਆ, ਮੈਂ ਦੱਸਦਾ। ਇਹ ਇੱਕ ਛੋਟੀ ਜੀ ਗੱਲ ਆ, ਜਿਹੜਾ ਮਾਰੂਥਲ ਦਾ ਰੇਤਾ ਉਹ ਗਰਮ ਬਹੁਤ ਹੁੰਦਾ, ਪਰ ਉਹ ਠੰਡਾ ਬਹੁਤ ਛੇਤੀ ਹੋ ਜਾਂਦਾ। ਇਹ ਤਾਂ ਇਹੋ ਜਿਹਾ ਬਾਲੂ ਰੇਤਾ ਜਿਹੜਾ ਇੱਥੇ ਵਾਲਾ ਦੇਸੀ, ਇਹ ਤਾਂ ਗਰਮ ਹੋ ਗਿਆ ਬਸ, ਫਿਰ ਗਰਮ ਹੀ ਆ। ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਟਾਈਮਿੰਗ ਸਿੱਖ ਲਈਆਂ। ਹੁਣ ਜਦੋਂ ਸੋਨੀ ਗਰਮ ਹੋ ਜਾਂਦੀ ਆ, ਹੁਣ ਮੈਂ ਇਹਨੂੰ ਇਮੀਡੀਏਟਲੀ ਮਨਾਉਂਦਾ ਨਹੀਂ, ਮੈਨੂੰ ਪਤਾ ਹੁੰਦਾ ਹੁਣ ਬੋਲੂਗੀ, ਮੈਂ ਇਹਨੂੰ ਘੰਟਾ ਇਹਦੇ ਹਾਲਾਤਾਂ 'ਤੇ ਛੱਡ ਜਾਂਦਾ, ਫਿਰ ਇਹ ਤਾਂ ਹੌਲੀ ਹੌਲੀ ਠੰਡਾ ਹੋ ਜਾਂਦਾ। ਮੇਰਾ ਸੁਭਾਅ ਹੋਰ ਤਰ੍ਹਾਂ ਦਾ, ਮੈਂ ਇੱਕਦਮ ਠੀਕ ਆ ਵੀ ਹਾਈਪਰ ਹੋ ਤਾਂ ਜਾਂਦਾ, ਪਰ ਇਮੀਡੀਏਟਲੀ ਮੈਂ ਨਾਲ ਹੀ ਕੂਲ ਹੋ ਜਾਂਦਾ। ਇਹਦਾ ਸੁਭਾਅ ਥੋੜ੍ਹਾ ਜਿਹਾ ਵੱਖ, ਪਰ ਮੈਂ ਸਮਝ ਗਿਆ। ਹੁਣ ਮੈਨੂੰ ਪਤਾ ਹੁੰਦਾ ਜੇ ਮੈਂ ਇਹਨੂੰ ਤੰਗ ਕਰ ਵੀ ਦਿੱਤਾ, ਵੀ ਜੇ ਹੁਣ ਇਹ ਦੁਖੀ ਹੋ ਗਈ, ਪਰ ਫਿਰ ਮੈਂ ਵੀ ਹੁਣ ਕੋਸ਼ਿਸ਼ ਆ ਵੀ ਕੋਲੇ ਨਾ ਜਾ, 1 ਘੰਟਾ ਪੂਰਾ ਗਿਣ ਲਾ, 1 ਘੰਟੇ ਬਾਅਦ ਫਿਰ ਇਹ ਥੋੜ੍ਹੀ ਕੂਲ ਹੋ ਜਾਂਦੀ ਆ, ਫਿਰ ਕਹੀਦਾ ਵੀ ਹਾਂ ਠੀਕ ਆ। ਇਹ ਜਿਹੜਾ ਗੁਣ ਹੈ ਸਾਰੇ ਘਰ ਵਾਲਿਆਂ ਨੂੰ ਲੈ ਲੈਣਾ ਚਾਹੀਦਾ, ਇਹ ਬਹੁਤ ਜ਼ਰੂਰੀ ਆ। ਮਨ 'ਚ ਪਿਆਰ ਤਾਂ ਉਨਾ ਹੀ ਹੁੰਦਾ, ਹਨਾ। ਆਪਾਂ ਨਿੱਕੇ ਨਿੱਕੇ ਰੋਸੇ ਵੈਸੇ ਹੀ ਰੱਖ ਲੈਂਦੇ ਹਾਂ ਮਨਾਂ ਦੇ ਵਿੱਚ। ਇੱਕ ਜਿਹੜਾ ਆਪਾਂ ਇਹ ਕਹਿੰਦੇ ਹਾਂ ਹਨਾ ਵੀ ਨਹੀਂ ਮੇਰੀ ਸੈਲਫ ਰਿਸਪੈਕਟ, ਪਿਆਰ 'ਚ ਕਾਹਦੀ ਸੈਲਫ ਰਿਸਪੈਕਟ ਹੁੰਦੀ ਆ? ਜਦੋਂ ਤੁਸੀਂ ਇੱਕ ਦੂਜੇ ਦੇ ਹੋਗੇ ਫਿਰ ਉੱਥੇ ਸੈਲਫ ਰਿਸਪੈਕਟ ਕਿਹੜੀ ਰਹਿ ਗਈ? ਈਗੋ ਹੁੰਦੀ ਆ ਉਹ ਸਾਡੀ। ਕਿੰਨੇ ਡਿਵੋਰਸ ਸਿਰਫ ਇਹਨਾਂ ਚੀਜ਼ਾਂ ਨੂੰ ਲੈ ਕੇ ਹੋ ਜਾਂਦੇ ਆ। ਦੇਖੋ ਤੁਸੀਂ, ਆਪਾਂ ਇੱਕ ਚੀਜ਼ ਸੋਚ ਕੇ ਚੱਲੋ ਮਨ ਦੇ ਵਿੱਚ ਵੀ ਕੀ ਆਪਾਂ ਇਹ ਬੰਦੇ ਤੋਂ ਬਿਨਾਂ ਰਹਿ ਸਕਦੇ ਹਾਂ? ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ, ਤੁਹਾਡੀ ਕਿੰਨੀ ਬਣਦੀ ਨਾ ਬਣਦੀ, ਹਨਾ। ਜੇ ਤੁਹਾਡਾ ਮਨ ਵੀ ਆ, ਤੁਸੀਂ 6 ਮਹੀਨੇ ਰਹਿ ਕੇ ਦੇਖ ਲਓ, ਪਹਿਲਾਂ ਰਹਿ ਕੇ ਦੇਖ ਲਓ, ਹਨਾ। ਮਤਲਬ ਜੇ ਕਹੀਏ ਤਾਂ ਜਿਹੜਾ ਪਾਰਟਨਰ ਹੁੰਦਾ ਨਾ, ਸੀਰੀਅਸਲੀ ਉਹਦੇ ਤੋਂ ਬਿਨਾਂ ਲਾਈਫ ਕੱਖ ਵੀ ਨਹੀਂ ਹੁੰਦੀ। ਸੋ ਇਹ ਜਿਹੜੇ ਮਤਲਬ ਇਹ ਮੈਂ ਕਹੂੰਗੀ ਸਾਰੇ ਮਤਲਬ ਜੈਂਟਸ ਨੂੰ ਕਹੂੰਗੀ ਮੇਨਲੀ ਵੀ ਇਹ ਵਾਲਾ ਜਿਹੜਾ ਗੁਣ ਆ ਨਾ, ਕੁੜੀਆਂ ਉਹਨਾਂ ਦਾ ਬਹੁਤ ਪਿਆਰ ਕਰਦੀਆਂ ਨੇ, ਬਹੁਤ ਜ਼ਰੂਰੀ ਆ ਉਹਨਾਂ ਦੇ ਲਈ ਵੀ। ਚਲੋ ਜੇ ਕਿਤੇ ਗੁੱਸਾ ਰੁੱਸਾ ਆਉਂਦਾ ਵੀ ਆ ਤਾਂ ਉਹਨਾਂ ਦਾ ਮਨਾਉਣਾ ਫਰਜ਼ ਬਣਦਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੀਂ ਇਮੋਸ਼ਨਲੀ ਜਿਵੇਂ ਬਹੁਤ ਉਸ ਟਾਈਮ ਇਕੱਲੇ ਹੁੰਦੇ ਹਾਂ, ਜਦੋਂ ਇੱਕ ਨਵੇਂ ਘਰ 'ਚ ਆਉਂਦੇ ਹਾਂ ਨਾ, ਸਾਨੂੰ ਹੁੰਦਾ ਵੀ ਮੈਨੂੰ ਮਤਲਬ ਪੈਂਪਰ ਕਰਨ, ਹੈ ਨਾ, ਵੀ ਮੈਨੂੰ ਬੜੇ ਪਿਆਰ ਨਾਲ ਰੱਖਿਆ ਜਾਵੇ। ਹੌਲੀ ਹੌਲੀ ਅਸੀਂ ਚੀਜ਼ਾਂ ਨੂੰ ਸਿੱਖਦੇ ਹਾਂ ਵੀ ਮੇਰਾ ਪਰਿਵਾਰ ਆ, ਚਲੋ ਜੇ ਮੈਨੂੰ ਕਿਸੇ ਨੇ ਗੱਲ ਕਹਿ ਵੀ ਲਈ ਤਾਂ ਵੀ ਕੋਈ ਨਹੀਂ, ਹੈ ਨਾ। ਅਤੇ ਮੈਨੂੰ ਲੱਗਦਾ ਵੀ ਜਿਹੜੇ ਉਹ 4-5 ਸਾਲ ਹੁੰਦੇ ਨੇ ਸ਼ੁਰੂਆਤ ਵਾਲੇ, ਜੇ ਉਦੋਂ ਸਾਨੂੰ ਸੰਭਾਲ ਲਿਆ ਜਾਵੇ ਤਾਂ ਅਸੀਂ ਸਾਰੀ ਉਮਰ ਲਈ ਉਸ ਘਰ ਦੇ ਹੋ ਜਾਂਦੇ ਹਾਂ, ਹੈ ਨਾ। ਫਿਰ ਨਫੇ ਵੀ ਸਾਡੇ ਹੁੰਦੇ ਨੇ, ਨੁਕਸਾਨ ਵੀ ਸਾਡੇ ਹੁੰਦੇ ਆ ਨਾ। ਬਿਲਕੁਲ। ਹੁਣ ਜਿਵੇਂ ਸਤਪਾਲ ਤੁਸੀਂ ਮਤਲਬ ਆਪਾਂ ਸਾਰੀ ਮੈਨੂੰ ਲੱਗਦਾ ਵੀ 40 ਸਾਲ ਦੇ ਨੇੜੇ ਆ, ਹੈ ਨਾ। ਤੁਸੀਂ ਹੁਣ ਆ ਕੇ ਆਪਣਾ ਇੱਕ ਬਿਜ਼ਨਸ ਕ੍ਰੀਏਟ ਕਰ ਰਹੇ ਹੋ, ਹੈ ਨਾ, ਜਿਹੜਾ ਕਿ ਕੁੜੀਆਂ ਦਾ ਸੁਪਨਾ ਹੁੰਦਾ ਪਹਿਲਾਂ ਹੀ ਕਿ ਜਿਹਦੇ ਨਾਲ ਮੇਰਾ ਵਿਆਹ ਹੋ ਰਿਹਾ ਉਹ ਸਕਸੈਸਫੁਲ ਹੋਵੇ ਪਹਿਲਾਂ ਹੀ, ਹੈ ਨਾ। ਤਾਂ ਇੱਥੇ ਆ ਕੇ ਸੁਣ ਜੀ, ਤੁਹਾਨੂੰ ਨਹੀਂ ਲੱਗਦਾ ਵੀ ਇਸ ਸਟੇਜ 'ਤੇ ਮੈਂ ਕਿਉਂ ਐਫਰਟਸ ਕਰਾਂ, ਜਾਂ ਇਸ ਸਟੇਜ 'ਤੇ ਅਸੀਂ ਕਿਉਂ ਹੁਣ ਸਟੈਂਡ ਹੋਣ ਲਈ ਐਫਰਟਸ ਕਰ ਰਹੇ ਹਾਂ? ਇਹ ਪਹਿਲਾਂ ਹੋਣਾ ਚਾਹੀਦਾ ਸੀ, ਜਾਂ ਹੁਣ ਤੁਹਾਡਾ ਸਾਥ ਇਹਨਾਂ ਲਈ ਕਿਵੇਂ ਦਾ? ਹੋਣਾ ਚਾਹੀਦਾ ਸੀ ਪਹਿਲਾਂ, ਕੋਈ ਸ਼ੱਕ ਨਹੀਂ, ਹੈ ਨਾ। ਕਿਉਂਕਿ ਦੇਖੋ ਮਾਪਿਓ ਦਾ ਵੀ ਇੱਕ ਸੁਪਨਾ ਹੁੰਦਾ ਵੀ ਕੁਛ ਕਰਦਾ ਹੋਏ, ਪਰ ਇਹ ਆ ਵੀ ਫਿਰ ਕੁੜੀ ਦੇ ਪਿਆਰ ਦਾ ਪਤਾ ਕਿੱਥੋਂ ਲੱਗਣਾ? ਜੇ ਸੌਖ ਹੀ ਮਿਲ ਗਈ ਜ਼ਿੰਦਗੀ 'ਚ, ਫਿਰ ਤੁਹਾਨੂੰ ਤੁਹਾਡੇ ਰਿਸ਼ਤਿਆਂ ਦਾ ਪਤਾ ਕਿੱਥੋਂ ਲੱਗਣਾ ਵੀ ਤੁਸੀਂ ਕਿਸੇ ਲਈ ਕਿੰਨਾ, ਹੈ ਨਾ, ਕੀਤਾ। ਉਸੇ ਹੀ ਚੀਜ਼ ਦਾ ਹੁਣ ਮਤਲਬ ਇਹ ਮੇਰਾ ਇੰਨਾ ਰਿਗਾਰਡ ਕਰਦਾ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ। ਉਹੀ ਰਿਗਾਰਡ ਹੈ ਉਹ। ਬਾਕੀ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਉਸ ਸਮੇਂ 'ਚ ਕੁਛ ਕੀਤਾ ਨਹੀਂ। ਬਹੁਤ ਦੇਖੋ ਕੁੜੀਆਂ ਨੇ, ਨਹੀਂ ਕੁੜੀਆਂ ਘਰੇ ਬੈਠੀਆਂ ਹੁੰਦੀਆਂ, ਹਸਬੈਂਡ ਕਮਾਉਣ ਚਲਿਆ ਗਿਆ, ਹੈ ਨਾ। ਦੇਖੋ ਮੈਂ ਕਮਾਉਣ ਚਲੀ ਗਈ, ਮੇਰੇ ਬੱਚੇ ਕਿੰਨੇ ਸੋਹਣੇ ਪਲ ਗਏ ਪਿੱਛੋਂ। ਮਤਲਬ ਉਸ ਪੱਖ ਤੋਂ ਠੀਕ ਹੈ। ਜੇ ਦੇਖੋ ਜੇ ਲਾਈਫ 'ਚ ਨਾ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਸੋਚ ਲੈ ਕੇ ਚੱਲਦੇ ਹੋ, ਤੁਸੀਂ ਪੋਜ਼ੀਟਿਵ ਹੋ ਜਾਂ ਨੈਗੇਟਿਵ ਹੋ। ਜੇ ਤਾਂ ਨੈਗੇਟਿਵ ਹੋ, ਨੁਕਸਾਨ ਵੀ ਆਪਦਾ ਹੀ ਹੋਈ ਜਾਣਾ, ਕਿਸੇ ਦਾ ਤਾਂ ਹੋਣਾ ਨਹੀਂ। ਸੋ ਔਖ ਸੌਖ ਬੜੀ ਆਈ, ਉਹ ਆਪਾਂ ਖੁੱਲ੍ਹ ਕੇ ਨਹੀਂ ਡਿਸਕਸ ਕਰ ਸਕਦੇ, ਥੋੜ੍ਹਾ ਜਿਹਾ ਉਹਨੂੰ ਲੋਕ ਉਲਟਾ ਲੈ ਲੈਂਦੇ ਆ, ਹੈ ਨਾ। ਪਰ ਇਹ ਆ ਵੀ ਜਿਹੜੀ ਔਖ ਸੌਖ ਆ, ਜਿਹੜੀ ਔਖ ਆ ਜ਼ਿੰਦਗੀ ਦੇ ਵਿੱਚ, ਉਹੀ ਤੁਹਾਡੇ ਆਰਟਿਸਟ ਪੁਣੇ ਨੂੰ ਵੀ ਨਿਖਾਰਦੀ ਆ। ਇੱਥੇ ਆ ਕੇ ਮੈਂ ਉਹ ਕੁਛ ਦੇਖਿਆ ਜਿਹਨੇ ਮੇਰੇ ਆਰਟਿਸਟ ਪੁਣੇ ਨੂੰ ਹੋਰ ਚੰਗਾ ਕੀਤਾ, ਹੋਰ ਪਲੱਸ ਕੀਤਾ। ਜਿਹੜੇ ਮੁੰਡੇ ਇੱਦਾਂ ਦੇ ਹੁੰਦੇ ਆ, ਹੈ ਨਾ, ਬੜੇ ਖੁੱਲ੍ਹ ਦਿਲੇ ਹੁੰਦੇ ਆ, ਬੇਪਰਵਾਹ ਹੁੰਦੇ ਆ। ਫਿਰ ਥੋੜ੍ਹਾ ਜਿਹਾ ਮੈਂ ਵੀ ਪਿਆਰ 'ਚ ਵਿਗਾੜ ਲਿਆ। ਪਹਿਲਾਂ 9 ਆਉਂਦਾ ਸੀ, ਫਿਰ 9 ਦੀ ਜਗ੍ਹਾ 11 ਸ਼ੁਰੂ ਹੋ ਗਿਆ, ਹੈ ਨਾ। ਅਤੇ ਉਹ ਵੀ ਸਮਾਂ ਔਖਾ ਸੀ।
ਪਰ ਫਿਰ ਵੀ ਇਹ ਆ ਵੀ ਆਪਾਂ ਡਿਪੈਂਡ ਕਰਦਾ ਵੀ ਆਪਾਂ ਕਿਹੜੀਆਂ ਚੀਜ਼ਾਂ ਨੂੰ ਕੈਪਚਰ ਕਰਕੇ ਰੱਖਦੇ ਹਾਂ। ਜੇ ਮੈਂ ਆਪਦੀ ਫੇਸਬੁੱਕ ਦੀਆਂ ਫੋਟੋਆਂ ਦੇਖਾਂ, ਮੈਂ ਤਾਂ ਇਕੱਲੀ ਬੈਠੀ ਹੱਸੀ ਜਾਂਦੀ ਹਾਂ, ਹਾਂ ਰੋ ਵੀ ਲਈਦਾ, ਪਰ ਮੈਨੂੰ ਲੱਗਦਾ ਵੀ ਵਧੀਆ ਹੈਗਾ ਸਫ਼ਰ ਹੈਗਾ। ਪੋਜ਼ੀਟਿਵ ਹੋ ਕੇ ਚੱਲੋ, ਕਿਸੇ ਗੱਲ ਤੋਂ ਲਾਈਫ ਦੇ ਵਿੱਚ ਨੈਗੇਟਿਵ ਨਾ ਹੋ। ਬਾਕੀ ਜ਼ਿੰਦਗੀ ਆਪਣੀ ਹੁੰਦੀ ਆ, ਦੋਸ਼ ਦੇਈ ਜਾਣਾ। ਪਹਿਲਾਂ ਵਿੱਚ ਦੀ ਹੋ ਗਈ ਸੀ ਮੈਂ ਨੈਗੇਟਿਵ ਜੀ, ਕਿ ਇਹਨਾਂ ਨੇ ਮੈਨੂੰ ਜੀ ਇੱਦਾਂ ਨਹੀਂ ਕਰਨ ਦਿੱਤਾ, ਮੇਰੀ ਲਾਈਫ ਇੱਦਾਂ ਨਹੀਂ ਹੋਈ, ਇੱਦਾਂ ਨਹੀਂ। ਬਈ ਮੈਂ ਕਰ ਲਾਂ, ਸੂਟ ਵੀ ਤਾਂ ਮੈਂ ਲੈਣੀ ਆ, ਸੂਟ ਲੈਣ ਤੋਂ ਤਾਂ ਨਹੀਂ ਮੈਨੂੰ ਰੋਕਦੇ। ਫਿਰ ਇਹ ਕਿਹੜਾ ਮੈਨੂੰ ਕਲਮਾ ਲੈਣ ਤੋਂ ਰੋਕਦੇ ਆ, ਇਹ ਕਿਹੜਾ ਮੈਨੂੰ ਰੰਗ ਲੈਣ ਨੂੰ ਰੋਕਦੇ ਆ। ਚਾਅ ਤਾਂ ਮੇਰਾ ਹੈਗਾ ਆਰਟਿਸਟ ਬਣਨ ਦਾ, ਘਰੇ ਮੇਰੇ ਇੱਕ ਬਰਸ਼ ਨਹੀਂ, ਕੋਈ ਪੇਂਟ ਨਹੀਂ, ਹੈ ਨਾ। ਫਿਰ ਉਹ ਚੀਜ਼ ਦੀ ਇੱਕ ਪੋਜ਼ੀਟਿਵਿਟੀ ਦਿੱਤੀ ਮੈਨੂੰ। ਕੁਛ ਹੋਰ ਪਰਸਨੈਲਿਟੀਜ਼ ਨੇ, ਬਾਹਰਲੀਆਂ ਪਰਸਨੈਲਿਟੀਜ਼ ਵੀ ਦਿੰਦੀਆਂ। ਫਿਰ ਉਹ ਤੋਂ ਬਾਅਦ ਮੈਂ ਉਹੀ ਰੰਗ ਖਰੀਦਣੇ ਸ਼ੁਰੂ ਕਰਤੇ। ਉਹ ਹੁਣ ਆਪਣਾ ਕਮਰਾ ਵੀ ਉਸੇ ਰੂਪ ਜੇ ਦਾ ਕ੍ਰੀਏਟ ਕਰ ਲਿਆ। ਉਹ ਹੁਣ ਵੀ ਤਾਂ ਉਹੀ ਨੇ, ਫੜ ਕੇ ਰੋਕਦੇ ਥੋੜ੍ਹੀ ਆ। ਆਪਣੇ ਐਫਰਟਸ ਨਹੀਂ ਅਸੀਂ ਲਾ ਰਹੇ ਹੁੰਦੇ ਖੁਦ ਦੀ। ਬਾਕੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ। ਇੱਕ ਵਾਰੀ ਪਤਾ ਅਸੀਂ ਨਾ ਇੱਕ ਅਸੀਂ ਸੀਗੇ, ਇੱਕ ਸਾਡੇ ਨਾਲ ਹੋਰ ਕਪਲ, ਅਸੀਂ ਘੁੰਮਣ ਚਲੇ ਗਏ। ਅਤੇ ਉਹ ਕੁੜੀ ਨੂੰ ਇਹੀ ਪ੍ਰੋਬਲਮ ਹੋ ਗਈ ਕਿ ਸੁਖਪਾਲ ਸੋਨਜੀਤ ਦਾ ਇੰਨਾ ਪਿਆਰ ਕਰਦਾ ਕਿਉਂ, ਹੈ ਨਾ। ਉਹ ਸਿਚੁਏਸ਼ਨ ਕ੍ਰੀਏਟ ਹੋ ਗਈ। ਬਟ ਉਹਨੇ ਇਹ ਨਹੀਂ ਸੋਚਿਆ ਵੀ ਸੋਨਜੀਤ ਉਹਦਾ ਕਿੰਨਾ ਕਰ ਰਹੀ ਹੈ। ਮੈਂ ਤਾਂ ਉਹਨੂੰ ਫੜ ਕੇ ਸੁਖਪਾਲ ਨੂੰ ਕਹਿੰਦੀ ਆਪਾਂ ਕਰਦੇ, ਆਪਾਂ ਇਹ ਕਰਦੇ। ਉਹਦੇ ਘਰ ਵਾਲੇ ਨੇ ਵਿਚਾਰੇ ਨੇ ਜ਼ੋਰ ਲਾ ਲਿਆ ਵੀ ਮੈਂ ਇਹਦੇ ਲਈ ਮਾਹੌਲ ਕੰਫਰਟ ਕਰਨਾ। ਬਟ ਮਤਲਬ ਉਹ ਇੰਨੀ ਬੁਰੀ ਤਰ੍ਹਾਂ ਨਾਲ ਔਖੀ ਹੋ ਗਈ ਕਿ ਉਹ ਤੋਂ ਬਾਅਦ ਅਸੀਂ ਕਦੇ ਘੁੰਮਣ ਇਕੱਠੇ ਜਾ ਨਹੀਂ ਸਕੇ। ਸੋ ਇਹ ਕੀ ਹੈ ਕਿ ਜਿਹੜੀਆਂ ਕੁੜੀਆਂ ਨੇ ਉਹ ਪੋਜ਼ੈਸਿਵ ਬਹੁਤ ਬੁਰੀ ਤਰ੍ਹਾਂ ਨਾਲ ਨੇ। ਅਸਲ 'ਚ ਆਪਣੇ ਅੰਦਰ ਵੱਲ ਸਾਨੂੰ ਝਾਕਣ ਦੀ ਲੋੜ ਆ। ਥੋੜ੍ਹਾ ਜਿਹਾ ਮੁੰਡਿਆਂ ਨੂੰ ਖੁੱਲ੍ਹ ਦਿਓ, ਫਿਰ ਕੀ ਹੋ ਗਿਆ, ਚਾਰ ਆਪਦੀਆਂ ਸਹੇਲੀਆਂ ਨਾਲ ਚਾਰ ਗੱਲਾਂ ਕਰ ਲੈਣਗੇ, ਕੀ ਮਾੜਾ। ਨਹੀਂ ਸੀਰੀਅਸਲੀ ਦੇਖੋ ਨਾ, ਦੇਖੋ ਹਰੇਕ ਦਾ ਮਨ ਜਾ ਹੁੰਦਾ ਵੀ ਅੰਦਰ ਇੱਕ ਕਿਸੇ ਦਾ ਦੁੱਖ ਭਰਿਆ ਹੁੰਦਾ। ਹੁਣ ਦੇਖੋ ਮੈਨੂੰ ਵੀ ਤਾਂ ਚਾਰ ਕਿਸੇ ਨੇ ਅਕਲ ਦਿੱਤੀ ਕਈ ਚੀਜ਼ਾਂ ਦੀ, ਹੈ ਨਾ, ਪੋਜ਼ੀਟਿਵ ਕੀਤਾ। ਇਹ ਸਾਨੂੰ ਆਪੋਜ਼ਿਟ ਸੈਕਸ ਨਹੀਂ ਕਿਤੇ ਕਰਨਾ ਹੁੰਦਾ। ਮਤਲਬ ਇਹ 'ਚ ਕੁਛ ਮਾੜਾ ਨਹੀਂ ਹੈਗਾ। ਉਹਨਾਂ ਦੀ ਜ਼ਿੰਦਗੀ ਆਪਣੀ ਆ, ਉਹਨੂੰ ਵੀ ਖੁੱਲ੍ਹ ਦਿਓ। ਜੇ ਤੁਸੀਂ ਆਪ ਕੁਛ ਬਣਨਾ, ਕੋਈ ਤੁਹਾਡੇ ਸੁਪਨੇ ਨੇ, ਤਾਂ ਇਹ ਨਾ ਸੋਚੋ ਵੀ ਮੇਰੇ ਲਈ ਦੂਜਾ ਕੀ ਕਰਦਾ। ਤੁਹਾਨੂੰ ਉਹਦੀਆਂ ਜ਼ਿੰਮੇਵਾਰੀਆਂ ਆਪ ਚੱਕਣੀਆਂ ਪੈਣਗੀਆਂ। ਥੋੜ੍ਹੇ ਜਿਹੇ ਬੋਲਡ ਫੈਸਲੇ ਲੈਣੇ ਪੈਂਦੇ ਆ। ਮਤਲਬ ਇਹ ਚੀਜ਼ ਵੀ ਹੈਗੀ ਆ ਜਿਹੜੀ ਕਿ ਮਤਲਬ ਜ਼ਿਆਦਾਤਰ ਚਾਹੇ ਤੁਸੀਂ ਜਿੰਨੇ ਮਰਜ਼ੀ ਐਜੂਕੇਟ ਹੋ, ਵੀ ਜਦੋਂ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਹੋ ਜਾਂਦਾ ਤੁਸੀਂ ਕਹਿੰਦੇ ਵੀ ਉਹਦੀ ਜ਼ਿੰਦਗੀ 'ਚੋਂ ਆਪੋਜ਼ਿਟ ਜੈਂਡਰ ਵਾਲਾ ਜਿਹੜਾ ਇੱਕ ਕਾਰਨਰ ਆ ਉਹ ਖਤਮ ਹੋ ਜਾਣਾ ਚਾਹੀਦਾ। ਮਤਲਬ ਫੀਮੇਲ ਦਾ ਉਸ ਤੋਂ ਬਾਅਦ ਕੋਈ ਮੇਲ ਫਰੈਂਡ ਨਹੀਂ ਹੋਣਾ ਚਾਹੀਦਾ, ਹੈ ਨਾ। ਅਤੇ ਮੇਲ ਲਈ ਤਾਂ ਉਸ ਤੋਂ ਵੀ ਜ਼ਿਆਦਾ ਹਦਾਇਤਾਂ ਹੁੰਦੀਆਂ ਵੀ ਫੀਮੇਲ ਨਾਲ ਤੂੰ ਗੱਲ ਨਹੀਂ ਕਰ ਸਕਦਾ ਨਾ, ਕਿਉਂਕਿ ਸੱਚੀ ਇਹ ਗੱਲ ਬਿਲਕੁਲ ਐਕਸੈਪਟ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਔਰਤਾਂ ਜ਼ਿਆਦਾ ਸ਼ੱਕੀ ਹੁੰਦੇ ਹਾਂ ਇਸ ਮਾਮਲੇ 'ਚ, ਹੈ ਨਾ। ਸੁਖਪਾਲ ਇਹਦਾ ਮਤਲਬ ਪੂਰੀ ਖੁੱਲ੍ਹ ਆ ਤੁਹਾਨੂੰ ਵੀ ਇਸ ਗੱਲੋਂ ਨਹੀਂ ਕੋਈ ਸ਼ੱਕ ਵਹਿਮ ਵਾਲੀ ਗੱਲ, ਹੈ ਨਾ। ਰੁਪਿੰਦਰ ਇਹ ਹੁਣੇ ਟੀਚਰ ਨੇ, ਇਹਨਾਂ ਨੇ ਕਿਤੇ ਜਾਣਾ ਹੁੰਦਾ, ਕਿਤੇ ਚਿੰਤਪੁਰਨੀ, ਕਿਤੇ ਆਨੰਦਪੁਰ ਸਾਹਿਬ ਜਾਂ ਹੋਰ। ਕਿੰਨੇ ਸਾਲ ਹੋ ਗਏ ਹੁਣ ਤਾਂ, ਖੈਰ 3-4 ਸਾਲ ਹੋ ਗਏ ਗਏ ਨਹੀਂ। ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਗੱਲ ਸੁਣੋ, ਵੀ ਇੱਥੇ ਜਾਂਦੇ ਹੋ, ਬੱਸ ਜਾਂਦੀ ਆ, ਫਿਰ ਰਾਤ ਨੂੰ ਤੁਸੀਂ ਆਉਂਦੇ ਹੋ, ਵੀ ਤੁਸੀਂ ਇੱਕ ਅੱਧੀ ਰਾਤ ਉੱਥੇ ਰਹਿ ਕਰੋ। ਇਹ ਕਹਿੰਦੇ ਵੀ ਜਿਹੜੀਆਂ ਜ਼ਿਆਦਾਤਰ ਫੀਮੇਲ ਨੇ ਉਹ ਕਹਿੰਦੀਆਂ ਨੇ ਵੀ ਸਾਡੇ ਘਰ ਦੇ ਅਲਾਓ ਨਹੀਂ ਕਰਦੇ, ਵੀ ਬਾਹਰ ਨਹੀਂ ਰਹਿਣਾ। ਅੱਛਾ। ਹੁਣ ਮੈਂ ਕੁਛ ਹੋਰ ਕਿਸਮ ਦਾ, ਮੈਨੂੰ ਐਂ ਲੱਗਦਾ ਹੁੰਦਾ ਵੀ ਹਰ ਕੁੜੀ 'ਚ ਇੰਨੀ ਬੋਲਡਨੈਸ ਹੋਣੀ ਚਾਹੀਦੀ। ਹੁਣ ਇਹ ਜਾਂਦੀ ਆ, ਮੈਨੂੰ ਕਈ ਵਾਰੀ ਇਹ ਫਿਕਰ ਹੋ ਜਾਂਦਾ, ਐ ਨਹੀਂ ਗੱਲ ਹੈ ਕਿ ਮੈਨੂੰ ਇਹ ਫਿਕਰ ਨਹੀਂ ਹੁੰਦਾ ਕਿ ਇਹ ਕਿੱਥੇ, ਮੈਨੂੰ ਇਹ ਫਿਕਰ ਹੁੰਦਾ ਕਿ ਜੇ ਹਨੇਰਾ ਹੋ ਗਿਆ ਇੱਥੇ ਚੋਰ ਲੁਟੇਰੇ ਹੋਰ ਬਹੁਤ ਨੇ, ਇਸ ਲਈ ਫੋਨ ਕਰਨੀ ਮੈਂ ਲੇਟ ਹੋ ਜਾਊਂਗਾ। ਪਰ ਮੈਨੂੰ ਇਹ ਫਿਕਰ ਨਹੀਂ ਹੁੰਦਾ ਵੀ ਤੂੰ ਕਿੱਥੇ ਆ ਜਾਂ ਕਾਹਤੇ ਆ ਜਾਂ ਦੱਸ ਕੇ ਨਹੀਂ ਗਈ ਜਾਂ ਹੋਰ। ਮੈਂ ਇਹ ਚੀਜ਼ਾਂ ਕੱਢਤੀਆਂ ਲਾਈਫ 'ਚੋਂ। ਮੈਨੂੰ ਐਂ ਵੀ ਤੂੰ ਕੰਮ ਕਰਨਾ ਜਾ, ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ, ਤੂੰ ਜਾ ਜਿਹੜਾ ਕੁਛ ਕਰਨਾ। ਠੀਕ ਆ, ਚਲੋ ਲੇਟ ਹੁੰਦਾ ਬੰਦਾ ਤਾਂ ਇੱਕ ਦੂਜੇ ਨੂੰ ਦੱਸਦਾ ਹੀ ਆ। ਆਪਾਂ ਵੀ ਅੱਜ ਮੈਂ ਵੀ ਤਾਂ ਦੱਸਦਾ ਹੀ ਆ ਵੀ ਹਾਂ ਮੈਂ ਲੇਟ ਆਊਂਗਾ ਅੱਜ, ਉਵੇਂ ਹੀ ਇਹ ਹੈ। ਪਰ ਆਹ ਚੀਜ਼ਾਂ ਨਹੀਂ, ਮੈਂ ਕਹਿੰਦਾ ਵੀ ਜਿਹੜੇ ਠੀਕ ਆ ਇਹਨਾਂ ਦੇ, ਹੁਣ ਇਹਦੇ ਬਹੁਤ ਫਰੈਂਡ ਨੇ ਇਹੋ ਜਿਹੇ ਜਿਹੜੇ ਇਹਦੇ ਕਲੀਗਸ ਨੇ, ਆਉਂਦੇ ਆ ਜਾਂ ਇਹ ਕਿਸੇ ਨਾਲ ਜਾਂਦੀ ਆ ਜਾਂ ਚਾਰ ਮੁੰਡੇ ਆ ਇਹ ਚੱਲੀ ਆ ਜਾਂ ਫਲਾਨਾ। ਮੈਨੂੰ ਇਹ ਗੱਲਾਂ ਨੂੰ ਮੈਂ ਗੌਲਦਾ ਨਹੀਂ ਹੈਗਾ, ਕਿਉਂਕਿ ਸਾਡੇ ਬੰਦੇ ਜਾਂ ਸਾਡਾ ਸਮਾਜ ਜਾਂ ਹੋਰ ਕਈ ਇਹੋ ਜਿਹੀਆਂ ਛੋਟੀਆਂ ਜਿਹੀਆਂ ਗੱਲਾਂ ਹੁੰਦੀਆਂ ਨੇ ਵੀ ਮੁੰਡਾ ਕੁੜੀ ਸਕੂਟਰ 'ਤੇ ਚਲੇ ਗਏ ਤਾਂ ਉਹਨਾਂ ਨੂੰ ਵੀ ਗਲਤ ਬਣਾ ਦਿੰਦੇ ਆ। ਮੈਂ ਇਹੋ ਜਿਹਾ ਨਹੀਂ ਹੈਗਾ। ਹਰ ਕੁੜੀ ਨੂੰ ਆਪਦੇ ਕਰੈਕਟਰ ਦਾ ਪਤਾ, ਹਰ ਬੰਦੇ ਨੂੰ ਪਤਾ। ਔਰ ਇਹੋ ਜਿਹੀ ਕਿਹੜੀ ਕੁੜੀ ਆ ਵੀ ਜਿਹੜਾ ਨਾਲ ਬੈਠਾ ਹੋਵੇ ਕੋਈ ਟੱਚ ਕਰਨਾ ਤਾਂ ਦੂਰ ਦੀ ਗੱਲ ਆ, ਵੀ ਝਾਕ ਵੀ ਜਾਵੇ। ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਨਾ ਵੀ ਤੁਸੀਂ ਕੀ ਹੋ ਜਾਂ ਤੁਹਾਡਾ ਉਹਦੇ ਪ੍ਰਤੀ ਬਿਹੇਵ ਕੀ ਆ। ਸੋ ਮੈਨੂੰ ਤਾਂ ਇਹਨਾਂ ਗੱਲਾਂ ਦਾ ਹੈ ਹੀ ਨਹੀਂ। ਮੈਨੂੰ ਲੱਗਦਾ ਵੀ ਇਹ ਚੀਜ਼ ਵੀ ਕਮਾਉਣੀ ਪੈਂਦੀ ਹੈ ਇੱਕ ਰਿਸ਼ਤੇ 'ਚ, ਹੈ ਨਾ। ਸ਼ਾਇਦ ਤੁਸੀਂ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੋਈ ਸਟੈਪ ਲਿਆ ਹੀ ਨਹੀਂ ਕਿ ਸੋਨਜੀਤ ਨੂੰ
ਇਨਸਿਕਿਉਰਿਟੀ ਹੋਵੇ ਉਸ ਚੀਜ਼ ਨਾਲ, ਨਹੀਂ ਹੈ ਨਾ? ਨੇਚਰ ਹੁੰਦੀ ਨਹੀਂ ਇਹ ਨੇਚਰ ਤੇ ਡਿਪੈਂਡ ਕਰਦਾ। ਵੈਸੇ ਇਹ ਨਹੀਂ ਕਿ ਸੋਨਜੀਤ ਮਤਲਬ ਮੈਂ ਆਪਣੇ ਆਪ ਨੂੰ ਮੈਂ ਬਹੁਤ ਦੁੱਧ ਤਾਂ ਨਹੀਂ ਕਹਿੰਦੀ, ਬੜੇ ਇਹਨੇ ਮੈਨੂੰ ਖੁੱਲ੍ਹਾਂ ਦੇ ਕੇ ਮੈਨੂੰ ਬੜਾ ਖਰਾਬ ਕੀਤਾ ਮੇਰੀ ਲਾਈਫ 'ਚ ਅਜੇ। ਪਰ ਐਂ ਵੀ ਤੁਸੀਂ ਐਂ ਦੇਖੋ ਇੱਕ ਇੰਨਾ ਆਪਾਂ ਉਹਨੂੰ ਡਿਸਕਸ ਨਹੀਂ ਕਰ ਸਕਦੇ, ਪਹਿਲਾਂ ਅਸੀਂ ਐਂ ਵੀ ਥੋੜ੍ਹਾ ਜਿਹਾ ਮਿਹਨਤ ਹੋਰ ਕਰ ਲਈਏ, ਹੈ ਨਾ। ਕਹਿੰਦੇ ਹੁੰਦੇ ਨੇ ਪਹਿਲਾਂ ਕੁਛ ਬਣੋ 4 ਗੱਲਾਂ ਕਰਨ ਲਈ, ਹਲੇ ਕਈ ਐਕਸਪੀਰੀਅੰਸ ਅਸੀਂ ਸ਼ੇਅਰ ਵੀ ਨਹੀਂ ਕਰ ਸਕਦੇ। ਪਰ ਤੁਸੀਂ ਐਂ ਦੇਖੋ ਵੀ ਮੇਰੀ ਸਾਰੀ ਫੈਮਿਲੀ ਨੂੰ ਤਾਂ ਮਸਾਂ ਗੱਲ ਮਿਲੀ ਵੀ ਅੱਜ ਸੋਨਜੀਤ ਦੀ ਨਾ ਐਂਟੀ ਗੱਲ ਲੱਭ ਗਈ ਹੁਣ ਤਾਂ ਬਸ, ਹੈ ਨਾ। ਤੇ ਬਸ ਫਿਰ ਤੁਸੀਂ ਐਂ ਲਾ ਲਓ ਫਿਰ ਗੱਲ ਆਹੀ ਬੰਦੇ ਨੇ ਠੀਕ ਕੀਤੀ। ਉਹ ਇਹ ਕਹਿੰਦਾ ਕੋਈ ਗੱਲ ਨਹੀਂ ਸੋਨਜੀਤ, ਮੈਂ ਖੜਾ ਗੱਲ ਕਿਹੜੀ ਆ, ਉਹ ਤਾਂ ਦੇਖਣ ਹੈ ਵੀ ਆ ਤਾਂ ਸਿਚੁਏਸ਼ਨ ਹੀ ਬੜੀ ਹੋਰ ਹੋ ਗਈ। ਮਤਲਬ ਇਹ ਠੀਕ ਹੈ ਜੀ, ਲੜੋ ਜਿੱਥੇ ਮਰਜ਼ੀ, ਪਰ ਜਦੋਂ ਕਿਸੇ ਤੇ ਵਿਪਤਾ ਪੈਂਦੀ ਹੈ ਉਹਨੂੰ ਜਿੱਦਾਂ ਦੀ ਮਰਜ਼ੀ ਹੋਏ, ਉਦੋਂ ਬੜਾ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਤੁਹਾਡੇ ਨਾਲ ਖੜਾ ਹੋ ਜਾਏ। ਬਿਲਕੁਲ ਸਹੀ ਗੱਲ ਹੈ ਕਿ ਜਦੋਂ ਜ਼ਿੰਦਗੀ 'ਚ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਸਾਰਿਆਂ ਲਈ ਇੱਕ ਤਰ੍ਹਾਂ ਨਾਲ ਵਿਲਨ ਹੁੰਦੇ ਹੋ ਉਸ ਟਾਈਮ, ਹੈ ਨਾ। ਪਰ ਜੇ ਤੁਹਾਡਾ ਨਾਲ ਵਾਲਾ ਤੁਹਾਨੂੰ ਹੌਸਲਾ ਦੇਣ ਲਈ ਹੋ ਜਾਵੇ ਤਾਂ ਤੁਸੀਂ ਕਹਿੰਦੇ ਵੀ ਚਲ ਕੋਈ ਨਹੀਂ, ਜੇ 4 ਬੰਦਿਆਂ ਨੇ ਕਹਿ ਵੀ ਲਿਆ ਤਾਂ ਕੋਈ ਵੱਡੀ ਗੱਲ ਨਹੀਂ, ਫਿਰ ਤੁਸੀਂ ਐਂ ਕਹਿੰਦੇ ਵੀ ਸਾਰੇ ਜੱਗ ਨਾਲ ਲੜ ਪੂੰ। ਹਾਂ ਕਹਿੰਦਾ ਉਹੀ ਆ ਵੀ ਆ ਚੁਇੰਗਮ ਜੀ ਹੈ ਖਿੱਚੀ ਜਾਣ ਤੇ ਕੋਈ ਗੱਲ ਨਹੀਂ ਸੋਨਜੀ, ਤਾਂ ਇਹਦਾ ਰਸ ਖਤਮ ਹੋ ਜਾਣਾ, ਤੂੰ ਪਰਵਾਹ ਨਾ ਕਰ। ਕਹਿੰਦਾ ਮੈਂ ਕਿਹਾ ਵੀ ਗੱਲ ਸਹੀ ਆ। ਮੈਨੂੰ ਲੱਗਦਾ ਟੋਟ ਕੇ ਹੁਣ ਬਹੁਤ ਲੋਕਾਂ ਦੇ ਕੰਮ ਆਉਣਗੇ, ਹੈ ਨਾ, ਵੀ ਇਹ ਐਵੇਂ ਵੀ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਕਿਸੇ ਕੁੜੀ ਨੇ ਮੈਨੂੰ ਪਰਸੋਂ ਚੌਥੇ ਕਾਲ ਕੀਤਾ ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਜਿਹੜੇ ਜਾਵੇਦ ਅਖਤਰ ਨੇ, ਹੈ ਨਾ, ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਆਪਣੀ ਵਾਈਫ ਨੂੰ ਵਿਆਹ ਤੋਂ ਪਹਿਲਾਂ ਸ਼ਵਾਨਾ ਆਜ਼ਮੀ ਨੂੰ ਕਿਹਾ ਸੀ ਕਿ ਆਪਾਂ ਸਾਰੀ ਜ਼ਿੰਦਗੀ ਦੋਸਤ ਰਵਾਂਗੇ, ਪਤੀ ਪਤਨੀ ਨਾ ਵੀ ਚੰਗੇ ਬਣ ਸਕੀਏ ਪਰ ਦੋਸਤ ਚੰਗੇ ਬਣਾਂਗੇ, ਹੈ ਨਾ। ਅਤੇ ਉਹਦੇ ਜ਼ਰੀਏ ਉਹ ਕਹਿੰਦੇ ਵੀ ਅਸੀਂ ਜ਼ਿੰਦਗੀ ਦੀਆਂ ਵੱਡੀਆਂ ਤੋਂ ਵੱਡੀਆਂ ਪ੍ਰੋਬਲਮਸ ਵੀ ਡਿਸਕਸ ਕਰਕੇ ਛੋਟੀਆਂ ਕਰ ਲੈਂਦੇ ਸੀਗੇ। ਮੈਨੂੰ ਲੱਗਦਾ ਤੁਹਾਡਾ ਰਿਲੇਸ਼ਨ ਐਵੇਂ ਦਾ, ਹੈ ਨਾ। ਟਰਸਟ ਜ਼ਿੰਦਗੀ ਦੇ ਵਿੱਚ ਇੱਕ ਦੂਜੇ 'ਤੇ ਕਿੰਨਾ ਹੋਣਾ ਚਾਹੀਦਾ ਵੀ ਤੁਹਾਨੂੰ ਵੱਡੀਆਂ ਵੱਡੀਆਂ ਮੁਸ਼ਕਿਲਾਂ ਵੀ ਛੋਟੀਆਂ ਲੱਗਣ ਲੱਗ ਜਾਣ, ਜਾਂ ਉਹ ਚੀਜ਼ਾਂ ਜਿਵੇਂ ਤੁਸੀਂ ਕਿਹਾ ਵੀ ਅੱਜ ਕੱਲ੍ਹ ਤਾਂ ਡਾਈਵੋਰਸ ਹੀ ਇਸ ਚੀਜ਼ 'ਤੇ ਹੋ ਜਾਂਦੇ ਨੇ, ਹੈ ਨਾ। ਛੋਟੇ ਜਿਹੇ ਸ਼ੱਕ 'ਤੇ ਡਾਈਵੋਰਸ ਹੋ ਜਾਂਦਾ। ਹਸਬੈਂਡ ਨੂੰ ਆਦਤ ਹੁੰਦੀ ਆ ਵਾਈਫ ਦਾ ਫੋਨ ਇੱਕ ਵਾਰ ਦਿਨ 'ਚ ਚੈੱਕ ਕਰਨਾ, ਵਾਈਫ ਨੂੰ ਆਦਤ ਹੁੰਦੀ ਆ ਹਸਬੈਂਡ ਦਾ ਚੈੱਕ ਕਰਨਾ, ਹੈ ਨਾ। ਤਾਂ ਸੱਚੀ ਜ਼ਿੰਦਗੀ ਦੇ ਵਿੱਚ ਇੱਕ ਦੂਜੇ 'ਤੇ ਭਰੋਸਾ ਕਰਨਾ ਕਿੰਨਾ ਕੁ ਜ਼ਰੂਰੀ ਹੈ ਕਿ ਤੁਸੀਂ ਸੋਹਣੀ ਜ਼ਿੰਦਗੀ ਗੁਜ਼ਾਰ ਸਕੋ? ਪਹਿਲਾਂ ਤੁਸੀਂ ਇਸ ਸਵਾਲ ਦਾ ਜਵਾਬ ਦਿਓ। ਜਿਹੜਾ ਨਾ ਲਾਈਫ ਦੇ ਵਿੱਚ ਮਤਲਬ ਜਿਹੜੀ ਕੁੜੀ ਹੈ ਉਹ ਜ਼ਿਆਦਾਤਰ ਇੱਕ ਘਰ ਤੱਕ ਸੀਮਿਤ ਹੁੰਦੀ ਹੈ। ਉਹਦਾ ਮੰਨ ਲਓ ਜੌਬ ਕਰਦੀ ਹੈ, ਜੌਬ 'ਤੇ ਵੀ ਚਲੀ ਗਈ, ਘਰ ਆ ਗਈ, ਬਹੁਤ ਐਕਸਪੀਰੀਅੰਸ ਨਹੀਂ ਹੁੰਦੇ। ਸੋ ਇਹ ਗੱਲਾਂ ਵਾਪਰਨ ਦੇ ਚਾਂਸਿਸ ਘੱਟ ਹੁੰਦੇ ਆ। ਜਦੋਂ ਮਤਲਬ ਜਿਵੇਂ ਹੁਣ ਮੰਨ ਲਓ ਜਿਹੜਾ ਮੁੰਡਾ ਉਹਨੇ ਬਾਹਰ ਨਿਕਲਣਾ ਜ਼ਿੰਦਗੀ 'ਚ, ਹੈ ਨਾ, ਤਾਂ ਇਹ ਗੱਲਾਂ ਕਈ ਵਾਰ ਹੋ ਵੀ ਜਾਂਦੀਆਂ, ਇੱਧਰ ਉੱਧਰ ਸਾਰੇ ਹੋ ਵੀ ਜਾਂਦੇ ਆ, ਮਤਲਬ ਤੁਹਾਡੇ ਰਿਸ਼ਤੇ ਵੀ ਕੁਛ ਕ੍ਰੀਏਟ ਹੋ ਜਾਂਦੇ ਆ ਆਉਣਾ, ਪਰ ਸਭ ਨੇ ਮੁੜ ਕੇ ਆਪਦੇ ਆਲਣੇ 'ਚ ਹੀ ਹੁੰਦਾ। ਅਸੀਂ ਨਾ ਇਹਦਾ ਖਲਾਰਾ ਪਾ ਲੈਂਦੇ ਹਾਂ, ਵੱਡਾ ਕਰ ਲੈਂਦੇ ਹਾਂ। ਵਿਸ਼ਵਾਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਹਾਂ ਇਹ ਹੁਣ ਕਿਸੇ ਵੱਲ ਦੇਖੇ ਹੀ ਨਾ, ਡਿਪੈਂਡ ਕਰਦਾ ਵੀ ਤੁਸੀਂ ਵਿਸ਼ਵਾਸ ਮੰਨਦੇ ਕਿਹਨੂੰ, ਹੈ ਨਾ। ਸੋ ਇਹ ਨਹੀਂ ਕਿ ਵਿਸ਼ਵਾਸ ਦੀ ਗੱਲ ਨਹੀਂ ਹੈ। ਮੈਨੂੰ ਤਾਂ ਇਹ ਲੱਗਦਾ ਵੀ ਮੈਂ ਵੀ ਜ਼ਿੰਦਗੀ ਇੱਕ ਆਜ਼ਾਦ ਜੀ ਜ਼ਿੰਦਗੀ ਚਾਹੁੰਦੀ ਹਾਂ, ਇਸ ਲਈ ਜੇ ਮੈਂ ਚਾਹੁੰਦੀ ਹਾਂ ਤਾਂ ਮੈਂ ਦੂਜਿਆਂ ਨੂੰ ਵੀ ਆਜ਼ਾਦ ਕਰਾਂ। ਸੋ ਮੇਰੇ ਲਈ ਇਹ ਨਹੀਂ ਹੈ ਕਿ ਮੇਰੇ ਕੱਲ੍ਹ ਨੂੰ ਬੱਚੇ ਮੇਰੇ ਨਾਲ ਜੁੜ ਕੇ ਬੈਠਣਗੇ ਨਾ, ਉਹ ਵੀ ਆਜ਼ਾਦ ਨੇ। ਜਿੰਨਾ ਮੈਂ ਕਿਸੇ ਨੂੰ ਆਜ਼ਾਦ ਕਰ ਸਕਦੀ ਹਾਂ, ਇਸੇ ਤਰ੍ਹਾਂ ਇਹਦੀ ਆਪਣੀ ਤਰ੍ਹਾਂ ਦੀ ਜ਼ਿੰਦਗੀ ਦੇ ਰੰਗ ਨੇ। ਅਤੇ ਵਿਸ਼ਵਾਸ ਤਾਂ ਇਹ ਹੈ ਵੀ ਆਪਣੇ ਆਪ 'ਤੇ ਹੀ ਕਰ ਲਈਏ, ਹੈ ਨਾ, ਆਪਣੇ ਅੰਦਰ ਝਾਤੀ ਮਾਰ ਲਈਏ, ਆਪਣਾ ਵਿਸ਼ਵਾਸ ਹੀ ਜਿੱਤ ਲਈਏ, ਆਪਣੇ ਆਪ ਨੂੰ ਸੈੱਟ ਕਰ ਲਈਏ, ਇਹੀ ਬੜਾ ਵੱਡਾ ਪਲੱਸ ਹੈ। ਪਰ ਤੁਹਾਨੂੰ ਕੀ ਲੱਗਦਾ ਵੀ ਸੱਚੀ ਇੱਕ ਬੰਦੇ ਨੂੰ ਔਰਤ 'ਤੇ ਕਿੰਨਾ ਕੁ ਭਰੋਸਾ ਹੋਣਾ ਚਾਹੀਦਾ ਵੀ ਸੱਚੀ ਜ਼ਿੰਦਗੀ ਸੋਹਣੀ ਹੋਵੇ? ਇਹਦੇ 'ਚ ਪਤਾ ਆਪਣੇ ਆਪ ਲਈ ਤੁਸੀਂ ਜਿਵੇਂ ਹਸਬੈਂਡ ਵਾਈਫ ਨੇ ਜਾਂ ਕੋਈ ਸਮਾਜ ਵੀ ਆ, ਮੋਸਟਲੀ ਇਹ 'ਚ ਕੋਸ਼ਿਸ਼ ਕਰੋ ਵੀ ਤੁਸੀਂ ਸੱਚੇ ਹੋਵੋ। ਲਾਈਕ ਤੁਸੀਂ ਐਂ ਲਾ ਲਓ ਵੀ ਹੁਣ ਸੋਨਜੀਤ ਆ, ਇਹਦਾ ਫੋਨ ਆ, ਤੁਸੀਂ ਗੱਲ ਕੀਤੀ ਸੀ ਵੀ ਫੋਨ ਚੈੱਕ ਕਰਦੇ ਆ, ਮੈਂ ਨਹੀਂ ਹੱਥ ਲਾਉਂਦਾ ਕਦੇ ਵੀ। ਐਂ ਨਹੀਂ ਲਾਉਂਦਾ ਕਿ ਮੈਂ ਜਾਣ ਕੇ ਨਹੀਂ ਲਾਉਂਦਾ, ਮੈਨੂੰ ਕਦੇ ਲੋੜ ਹੀ ਨਹੀਂ ਪੈਂਦੀ ਕਿਉਂਕਿ ਮੇਰਾ ਫੋਨ ਮੇਰੇ ਕੋਲ ਹੁੰਦਾ। ਮੇਰੇ ਵਾਲੇ ਫੋਨ 'ਤੇ ਮੈਂ ਕਦੇ ਲੌਕ ਨਹੀਂ ਲਾਇਆ। ਅੱਜ ਕੱਲ੍ਹ ਉਹ ਵਟਸਐਪ ਗਰੁੱਪ ਜੇ ਬਣਾਉਂਦੇ ਆ, ਕਈ ਵਾਰੀ ਐਵੇਂ ਨੰਬਰ ਪਾ ਦਿੰਦੇ ਆ, ਗਲਤ ਮਲਤ ਵੀਡੀਓ ਆ ਜਾਂਦਾ। ਮੈਂ ਉਹਨਾਂ ਨੂੰ ਕਹਿੰਦਾ ਮੈਂ ਬਹੁਤ ਬੁਰੀ ਤਰ੍ਹਾਂ ਬੋਲਦਾ ਫਿਰ ਵੀ ਮੇਰੇ ਬੱਚਿਆਂ ਕੋਲ ਮੇਰਾ ਫੋਨ ਹੁੰਦਾ, ਠੀਕ ਹੈ, ਮੇਰੀ ਵਾਈਫ ਕੋਲ ਹੁੰਦਾ, ਵੀ ਤੁਸੀਂ ਕੋਈ ਇਹੋ ਜਿਹਾ ਨਹੀਂ ਜੇ ਪਾਉਣਾ ਤਾਂ ਕੁਛ ਇਹੋ ਜਿਹਾ ਜਿਹੜਾ ਚੰਗਾ ਹੋਵੇ। ਮੇਰਾ ਫੋਨ ਐਂ ਪਿਆ ਹੁੰਦਾ, ਕਈ ਵਾਰੀ ਮੈਂ ਭੁੱਲ ਜਾਂਦਾ, ਘਰੇ ਸਾਰਾ ਦਿਨ ਪਿਆ ਹੀ ਰਹਿੰਦਾ ਨਾ, ਮੈਂ ਕਦੇ ਦੇਖਾਂ। ਇਹ ਵੀ ਨਹੀਂ ਗੱਲ ਹੈ ਕਿ ਇਹਦਾ ਫੋਨ ਮੈਂ ਚੱਕ ਕੇ ਇਹਦਾ ਫੋਨ ਦੇਖਣ ਲੱਗ ਜਾਂਦਾ, ਕਦੇ ਫੇਸਬੁੱਕ ਦੇਖ ਲਈ, ਕਦੇ ਕੁਛ ਦੇਖ ਲਿਆ। ਸਾਡੇ 'ਚ ਕੋਈ ਇਹੋ ਜਿਹੀਆਂ ਗੱਲਾਂ ਹੈ ਨਹੀਂ, ਕਿਉਂਕਿ ਇਹਦਾ ਮੂਲ ਆਧਾਰ ਕੀ ਆ? ਸੱਚ ਆ। ਤੁਸੀਂ ਜਿੰਨਾ ਕੁ ਲਕੋਮੋਗੇ, ਹੁਣ ਇਹ ਮੈਨੂੰ ਕੋਈ ਇਹ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਾਡੀ ਦੋਹਾਂ ਦੀ ਲੜਾਈ ਹੈ ਜਿਹੜੀ ਕਦੇ ਨਾ ਕਦੇ ਜਿਹੜੀ ਹੁੰਦੀ ਉਹ ਇੱਕੋ ਗੱਲ ਤੋਂ ਹੁੰਦੀ ਹੈ ਵੀ ਤੂੰ ਮੈਨੂੰ ਝੂਠ ਬੋਲੇ। ਹੁਣ ਮੈਂ ਫੇਰ ਦੱਸਦਾ, ਮੈਂ ਇੰਟਰਵਿਊ 'ਚ ਮੈਂ ਸਾਰਿਆਂ ਦੇ ਸਾਹਮਣੇ ਵੀ ਦੱਸ ਦਿੰਦਾ, ਮੈਂ ਕਿਹਾ ਵੀ ਦੇਖ ਮੈਂ ਤੈਨੂੰ ਕਦੇ ਝੂਠ ਨਹੀਂ ਬੋਲਦਾ ਹੈਗਾ। ਹਾਂ ਜੇ ਕਦੇ ਮੇਰੀ ਡਰਿੰਕ ਕੀਤੀ ਹੁੰਦੀ ਆ, ਮੈਂ ਤੂੰ ਕਹੇਂਗੀ ਵੀ ਡਰਿੰਕ ਕੀਤੀ ਹੈ, ਮੈਂ ਕਹੂੰਗਾ ਨਾ।
ਤੂੰ ਚਾਹੇ ਜੋ ਮਰਜੀ ਕਹਿ ਲੈ ਵੀ ਮੈਂ ਇਹ ਬੋਲਣਾ ਹੀ ਬੋਲਣਾ। ਔਰ ਇਹ ਵੀ ਇੱਕ ਸੱਚ ਆ, ਅੱਖਾਂ ਕਹਿ ਜਾਂਦੀ ਇਹ ਵੀ ਇੱਕ ਸੱਚ ਆ ਮੇਰਾ, ਇਹ ਵੀ ਇੱਕ ਸੱਚ ਆ। ਮੈਂ ਕਿਹਾ ਵੀ ਮੈਂ ਕਹੂੰਗਾ ਵੀ ਮੈਂ ਨਹੀਂ ਪੀਤੀ, ਬਾਕੀ ਤੇਰੀ ਮਰਜ਼ੀ, ਜੋ ਮਰਜ਼ੀ ਸਜ਼ਾ ਦੇ ਲੈ। ਬਸ ਐਂ ਚੱਲਦਾ ਰਹਿੰਦਾ। ਕਈ ਵਾਰੀ ਗੁੱਸੇ ਹੋ ਵੀ ਜਾਂਦੇ, ਸਵੇਰ ਨੂੰ ਠੀਕ ਹੋ ਜਾਂਦੇ। ਬਸ ਐਂ ਉਹ ਵੀ ਐਂ ਨਹੀਂ ਹੈ ਕੋਈ ਵੀ ਬਹੁਤ ਜ਼ਿਆਦਾ ਹੁੰਦਾ, ਹਲਕਾ ਫੁਲਕਾ ਹੀ ਆ ਬਸ। ਜਿਹੜੀ ਟਰਸਟ ਦੀ ਲੋੜ ਹੈ ਨਾ, ਉਹ ਇਹ ਚਲੋ ਇਹਦਾ ਫੋਨ ਤਾਂ ਮੈਂ ਖੈਰ ਬੜਾ ਚੈੱਕ ਕਰਦੀ ਹਾਂ, ਬਹੁਤ ਕੁਛ ਦੇਖਦੀ ਰਹਿੰਦੀ ਫੋਟੋ ਜਿੱਦਾਂ ਨਾ, ਬਟ ਮੇਰੇ ਤੇ ਅਸਰ ਨਹੀਂ ਕਰਦਾ ਬੜਾ। ਮਤਲਬ ਮੈਨੂੰ ਵਧੀਆ ਲੱਗਦਾ, ਮੈਂ ਕਹਿੰਦੀ ਚੱਲ ਆਪਦੀ ਰੌਣਕ ਜੀ ਚ ਫਿਰਦਾ ਹੈ ਨਾ। ਤੇ ਪਤਾ ਕੀ, ਹਸਬੈਂਡ ਵਾਈਫ ਸੀਮਿਤ ਹੋ ਜਾਂਦੇ ਆ ਵੀ ਮੇਰੇ ਬੱਚੇ, ਇਹ ਮੇਰੇ ਬੱਚੇ, ਮੇਰਾ ਅਸਲ 'ਚ ਅਸੀਂ ਇਹੋ ਜਿਹੀ ਜ਼ਿੰਦਗੀ ਨਹੀਂ ਚਾਹੁੰਦੇ। ਮੈਂ ਤਾਂ ਜਿਹੜੇ ਸਕੂਲ ਪੜ੍ਹਾਉਂਦੀ ਹਾਂ, ਮੇਰੇ ਬੱਚੇ ਆਮ ਹੀ ਕਹਿ ਦਿੰਦੇ ਆ ਵੀ ਮੰਮੀ ਤੂੰ ਉਹਨਾਂ ਨੂੰ ਵੱਧ ਪਿਆਰ ਕਰਦੀ ਆ, ਸਾਨੂੰ ਘੱਟ ਕਰਦੀ ਆ। ਮਤਲਬ ਮੇਰੇ ਲਈ ਸਾਰੇ ਆਪਦੇ ਨੇ, ਇੱਕ ਖੁੱਲ੍ਹੀ ਜਿਹੀ ਜ਼ਿੰਦਗੀ ਹੈ ਇਹ 'ਚ। ਜੇ ਅਸੀਂ ਗਲਤੀ ਨਹੀਂ ਕਰਾਂਗੇ ਸਿੱਖਾਂਗੇ ਕਿੱਥੋਂ, ਹੈ ਨਾ। ਸੋ ਹੁੰਦੀਆਂ ਨੇ ਗਲਤੀਆਂ ਜਦੋਂ ਲਾਈਫ 'ਚ ਖੁੱਲ੍ਹਦੇ ਆ, ਵਿਚਰਦੇ ਆ। ਸਿੱਧੀ ਜਿਹੀ ਗੱਲ ਹੈ, ਜੇ ਕਿਸੇ ਨੂੰ ਉਡਾ ਕੇ ਨਹੀਂ ਨਾ ਦੇਖਿਆ, ਖੁੱਲ੍ਹਾ ਨਹੀਂ ਕੀਤਾ, ਤਾਂ ਤੁਸੀਂ ਭੁੱਲ ਜਾਓ ਕਿ ਜਿਹੜੀ ਤੁਹਾਡੀ ਖੁੱਲ੍ਹਾ ਉਹਦੀ ਪੋਸੀਬਿਲਿਟੀ ਹੈਗੀ ਹੈ। ਜਿਹੜੀਆਂ ਕੁੜੀਆਂ ਨੇ, ਕੁੜੀਆਂ ਇੰਨਾ ਫੜ ਕੇ ਰੱਖ ਲੈਂਦੀਆਂ ਨਾ। ਨਹੀਂ ਗੱਲ ਇਹਦੀ ਸੀ, ਇਹਦੀ ਗੱਲ ਸੀ। ਉਹ ਮੈਂ ਕਿਹਾ ਵੀ ਉਡਾਨ ਹੀ ਨਹੀਂ ਭਰਦਾ ਨਾ ਬੰਦਾ, ਜੇ ਉੱਡਾਂਗੇ ਨਹੀਂ, ਜੇ ਖੰਭ ਜੁੜੇ ਹੀ ਰਹਿਣਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਗਲਤੀਆਂ ਤੁਹਾਡੀ ਉਡਾਨ ਆ। ਇਹ ਜਿਹੜਾ ਸਮਾਜ ਆ, ਹੁਣ ਬੱਚੇ ਜਾਂਦੇ ਆ ਬਾਹਰ ਜਾਂਦੇ ਆ, ਉਹਨਾਂ ਨੂੰ ਫਿਰ ਐਂ ਆ ਵੀ ਕਈ ਵਾਰੀ ਪਿੱਛੋਂ ਜਾ ਕੇ ਚੋਰੀ ਵੀ ਦੇਖਣਾ ਪੈਂਦਾ, ਉਹਨਾਂ ਦੀਆਂ ਹਰਕਤਾਂ ਵੀ ਨੋਟ ਕਰਨੀਆਂ ਪੈਂਦੀਆਂ, ਉਮਰ ਦਾ ਤਕਾਜ਼ਾ ਇਹੋ ਜਿਹਾ ਉਹ ਵੀ ਦੇਖਣਾ ਪੈਂਦਾ। ਪਰ ਇੱਕ ਗੱਲ ਹੋ ਰਿਹਾ ਕਿ ਤੁਹਾਨੂੰ ਸਮਾਜ 'ਚ ਉਹਨਾਂ ਨੂੰ ਵਿਚਰਨਾ ਸਿਖਾਉਣਾ ਵੀ ਪੈਂਦਾ ਵੀ ਬਾਹਰ ਬੱਚਿਆਂ 'ਚ ਕਿਵੇਂ ਵਿਚਰਨਾ। ਹੋਰ ਨਹੀਂ ਤਾਂ ਕਈ ਵਾਰੀ ਘਰ ਦੇ ਮਧੋਲੇ ਜਿਹੇ ਬੱਚੇ ਬਣ ਜਾਂਦੇ, ਹੋਰ ਹੀ ਅਕਲ ਜਿਹੀ ਨਹੀਂ ਹੁੰਦੀ। ਸੋ ਨਿਕਲਣਾ ਤਾਂ ਉਹਨਾਂ ਨੇ ਸਮਾਜ 'ਚ ਹੀ ਆ। ਕੱਲ੍ਹ ਨੂੰ ਅਸੀਂ ਕਹਾਂਗੇ ਤੁਸੀਂ ਕੰਮ ਕਰੋ, ਕੱਲ੍ਹ ਨੂੰ ਅਸੀਂ ਕਹਾਂਗੇ ਤੁਸੀਂ ਜੋਬ ਕਰੋ, ਕਰਨਗੇ ਕਦੋਂ ਜਦੋਂ ਉਹਨਾਂ ਨੂੰ ਉਹਨੇ ਜੋਗਾ ਪ੍ਰੈਕਟੀਕਲੀ ਰੂਪ ਹੀ ਨਾ ਦਿੱਤਾ। ਸੋ ਬਸ ਇਹੋ ਜਿਹਾ ਹੀ ਲਾਈਫ ਹੈ। ਰੁਪਿੰਦਰ ਭੈਣ, ਮੈਨੂੰ ਨਾ ਐਵੇਂ ਲੱਗਦਾ ਵੀ ਜਿਹੜਾ ਆਪਾਂ ਆਪਦੇ ਮਨ ਦੇ ਸਕੂਨ ਲਈ ਸਭ ਕੁਝ ਕਰਦੇ ਹਾਂ, ਹੈ ਨਾ। ਦੇਖੋ ਮੈਨੂੰ ਸਕੂਨ ਕਿਹੜੀ ਚੀਜ਼ 'ਚੋਂ ਮਿਲਣਾ, ਵੀ ਮੈਂ ਇੱਕ ਚੀਜ਼ ਨੂੰ ਇਸ਼ੂ ਬਣਾ ਲਾਂ, ਮੈਂ ਇੱਦਾਂ ਕਰ ਲਾਂ, ਮੈਂ ਤਾਂ ਆਪਦਾ ਸਕੂਨ ਖੋਹ ਲੈਂਦੀ ਹਾਂ ਉਹ ਕਹਿ ਕੇ। ਇਹਦੇ ਨਾਲੋਂ ਸਿਆਣਪ ਇਹੀ ਆ ਵੀ ਜਿਹੜੀ ਚੀਜ਼ ਨੇ ਜਿਵੇਂ ਚੱਲਣਾ। ਪਹਿਲੀ ਗੱਲ ਤਾਂ ਜਿਹੜੀ ਲਾਈਫ ਆ, ਹੈ ਨਾ, ਆਪਾਂ ਨਹੀਂ ਇਹਨੂੰ ਚਲਾ ਸਕਦੇ, ਇਹ ਨਹੀਂ ਸਾਨੂੰ ਚਲਾਉਣਾ। ਸੋ ਇਹਦੇ ਰੰਗਾਂ ਨੂੰ ਸਾਨੂੰ ਮੰਨਣਾ ਪੈਣਾ ਸਿਸਟਮ ਦੇ ਵਿੱਚ। ਸੋ ਮੈਂ ਆਲਵੇਜ਼ ਇਹ ਦੇਖਦੀ ਹਾਂ ਵੀ ਮੈਨੂੰ ਸਕੂਨ ਕਿੱਥੇ ਮਿਲਦਾ, ਮੇਰਾ ਅੰਦਰ ਕਿੱਥੇ ਸ਼ਾਂਤ ਰਹਿੰਦਾ। ਬਾਕੀ ਇਹ ਵੀ ਹੁਣ ਇੰਨੀ ਏਜ 'ਚ ਆ ਗਏ, ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜੇ ਚਾਪਲੂਸੀਆਂ 'ਚ ਪਵਾਂਗੇ, ਈਗੋ 'ਚ ਪਵਾਂਗੇ, ਹੈ ਨਾ, ਉਹਨੇ ਆਪਦੇ ਅੰਦਰ ਨੂੰ ਹੀ ਖਰਾਬ ਕਰਨਾ। ਸਿਆਣਪ ਇਹ ਆ ਵੀ ਥੋੜ੍ਹਾ ਜਿਹਾ ਸਮਾਜ ਨੂੰ ਵੀ ਕੁਛ ਦਈਏ, ਉਹ ਤਾਂ ਹੀ ਦੇਵਾਂਗੇ ਜੇ ਆਪਦੇ ਅੰਦਰ ਵੱਲ ਝਾਤੀ ਮਾਰਾਂਗੇ, ਉਹਦੇ 'ਚ ਚੰਗਿਆਈ ਭਰੀਏ। ਅੰਦਰ ਕੁਛ ਚੰਗਾ ਤੁਸੀਂ ਤਾਂ ਹੀ ਉਹਨੂੰ ਬਾਹਰ ਚੰਗਾ ਖੰਡਾ ਸਕਦੇ ਹੋ ਨਾ। ਪਰ ਕੁੜੀਆਂ ਨੂੰ ਤਾਂ ਹਮੇਸ਼ਾ ਹੀ ਹੁੰਦਾ ਵੀ ਮੈਂ ਆ ਕੇ ਬਹੁਤ ਐਡਜਸਟਮੈਂਟ ਕੀਤੀ, ਜਾਂ ਮੈਂ ਸਾਰੇ ਰਿਸ਼ਤਿਆਂ ਨੂੰ ਦੇਖ ਕੇ ਜ਼ਿੰਦਗੀ ਜਿਉਈ, ਮੈਂ ਉਹਦਾ ਵੀ ਸੋਚਿਆ। ਮੁੰਡਿਆਂ ਨੂੰ ਵੀ ਐਡਜਸਟਮੈਂਟ ਕਰਨੀ ਪੈਂਦੀ ਆ ਵੀ ਮਾਂ ਤੇ ਘਰ ਵਾਲੀ 'ਚ ਜਾਂ ਭੈਣ ਤੇ ਘਰ ਵਾਲੀ 'ਚ ਬਹੁਤ ਜ਼ਿਆਦਾ ਬੈਲੈਂਸ ਰੱਖਣਾ ਪੈਂਦਾ ਤੁਹਾਨੂੰ। ਕਿਉਂਕਿ ਜਦੋਂ ਤੁਹਾਡੇ ਸਾਰੇ ਇਮੋਸ਼ਨ ਇੱਕ ਰਿਸ਼ਤੇ 'ਚ ਹੀ ਉਹ ਹੋ ਜਾਂਦੇ ਆ ਨਾ, ਖਿੱਚੇ ਜਾਂਦੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਜਿਹੜਾ ਵਾਈਫ ਦਾ ਰਿਸ਼ਤਾ, ਇਹ ਮਾਂ ਦਾ ਵੀ ਹੈ, ਭੈਣ ਦਾ ਵੀ ਆ। ਤੁਸੀਂ ਕਦੇ ਵੀ ਦੇਖਿਓ, ਇੱਕ ਮਾਂ ਦੇ ਅੰਗਾਂ ਨਾਲ ਇੱਕ ਬਹੁਤ ਛੋਟਾ ਬੱਚਾ ਖੇਲਦਾ, ਹਸਬੈਂਡ ਦਾ ਉਹੀ ਹਾਲ ਹੁੰਦਾ, ਉਹ ਇੱਕ ਬੱਚਾ ਵੀ ਹੁੰਦਾ। ਇਹ ਤੁਹਾਡੇ ਸਮਝਣ 'ਤੇ ਆ। ਦੂਜੀ ਗੱਲ ਹੈ, ਜਿਹੜੇ ਇਹ ਰਿਸ਼ਤੇ ਆ, ਜਦੋਂ ਜਿਹੜੇ ਮਤਲਬ ਜਿਵੇਂ ਹੁਣ ਭੈਣ ਦਾ ਰਿਸ਼ਤਾ, ਜਦੋਂ ਉਹਦੇ 'ਤੇ ਕੋਈ ਪ੍ਰੋਬਲਮ ਆਉਂਦੀ ਆ, ਤੁਸੀਂ ਉਹਦੇ 'ਤੇ ਚਟਾਨ ਵਾਂਗੂ ਖੜੋ। ਪਰ ਐਂ ਗੱਲ ਨਹੀਂ ਹੈਗੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਨਿੱਕੀਆਂ ਗੱਲਾਂ 'ਤੇ ਕਈ ਵਾਰੀ ਕੋਈ ਊਂ ਫਸਾਦ ਪਿਆ ਰਹਿੰਦਾ, ਹੈ ਨਾ, ਇਹਨਾਂ ਰਿਸ਼ਤਿਆਂ ਕਰਕੇ ਪਿਆ ਰਹਿੰਦਾ। ਉਹਨਾਂ ਲਈ ਮੈਂ ਬੁਰੀ ਤਰ੍ਹਾਂ ਕਹਿ ਦਿੰਦਾ ਨਾ ਵੀ ਨਹੀਂ, ਇਹ ਨਹੀਂ ਗੱਲ ਹੈਗੀ। ਠੀਕ ਆ, ਉਹਨਾਂ ਨੂੰ ਉਹਨਾਂ ਦਾ ਬਣਦਾ ਪਿਆਰ ਦੇਈਦਾ, ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦੇਈਦਾ। ਇਹ ਤਾਂ ਤੁਸੀਂ ਇਹ ਤੁਹਾਡਾ ਇਹ ਕੋਈ ਤੱਕੜੀ ਨਹੀਂ ਹੈਗੀ, ਬਸ ਊਂ ਹੀ ਹੁੰਦਾ ਵੀ ਤੋਲ ਲੈਂਦੇ ਹੋ ਤੁਸੀਂ ਵੀ ਨਹੀਂ ਯਾਰ ਇੰਨੇ ਕੁ ਠੀਕ ਆ, ਕਿਉਂਕਿ ਤੁਸੀਂ ਆਖਰ ਭਰਾ ਵੀ ਹੋ, ਪੁੱਤ ਵੀ ਹੋ ਅਤੇ ਹਸਬੈਂਡ ਵੀ ਹੋ। ਉਹ ਫਿਰ ਸਾਰਿਆਂ ਨੂੰ ਬਣਦਾ ਸਰਦਾ ਉਨਾ ਕੁ ਤਾਂ, ਹੈ ਨਾ, ਬੈਲੈਂਸ ਰੱਖਣਾ ਪੈਂਦਾ। ਜਿਵੇਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਸੋਨਜੀਤ ਨੂੰ ਤੁਸੀਂ ਕਈ ਗੱਲਾਂ 'ਚ ਬਹੁਤ ਫਰੀਡਮ ਆ ਤੁਹਾਨੂੰ, ਹੈ ਨਾ, ਜਿਵੇਂ ਵੀ ਤੁਸੀਂ ਜੋ ਮਰਜ਼ੀ ਪਾਉਣਾ, ਜਿੱਥੇ ਵੀ ਮਰਜ਼ੀ ਜਾਣਾ। ਪਰ ਮੈਨੂੰ ਲੱਗਦਾ ਹੁੰਦਾ ਵੀ ਇਹ ਫਰੀਡਮ ਵੀ ਕਿਤੇ ਇੱਕ ਦਿਨ 'ਚ ਐਸਟੈਬਲਿਸ਼ ਨਹੀਂ ਹੁੰਦੀ, ਹੈ ਨਾ। ਉਹਦੇ ਪਿੱਛੇ ਜਿਵੇਂ ਤੁਹਾਡੇ ਪਾਰਟਨਰ ਦਾ ਇੱਕ ਸਟਰਗਲ ਹੈ ਵੀ ਉਹਨਾਂ ਨੇ ਖੁਦ ਜਵਾਬ ਦਿੱਤਾ ਲੋਕਾਂ ਨੂੰ, ਹੈ ਨਾ, ਵੀ ਨਹੀਂ ਇਹ ਚੀਜ਼ ਮੈਨੂੰ ਜੋ ਚੰਗੀ ਲੱਗਦੀ ਹੈ ਜਾਂ ਸਾਡੀ ਦੋਨਾਂ ਦੀ ਜ਼ਿੰਦਗੀ ਲਈ ਕੀ ਚੰਗਾ, ਹੈ ਨਾ। ਅਤੇ ਪਰ ਉਸ ਟਾਈਮ ਵੀ ਕੋਈ ਪ੍ਰੋਬਲਮ ਆਈ ਵੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਪਿੰਡ 'ਚ ਆ ਕਮਿਊਨਿਟੀ ਵੀ ਹੁੰਦੀ ਆ, ਜਾਂ ਸਾਡੇ ਘਰ ਦੇ ਵੀ ਨਹੀਂ ਇੰਨੀ ਰਾਤ ਨੂੰ ਕਿਉਂ ਆਉਣਾ, ਨਹੀਂ ਇਹੋ ਜਿਹੇ ਕੱਪੜੇ ਕਿਉਂ ਪਾਉਣੇ, ਨਹੀਂ ਐਵੇਂ ਕਿਉਂ ਰਹਿਣਾ, ਇਹ ਚੀਜ਼ਾਂ ਹੋਈਆਂ? ਨਹੀਂ, ਇਹ ਤਾਂ ਨਹੀਂ ਹੋਇਆ। ਮੈਂ ਹਾਸੇ ਵਾਲੀ ਗੱਲ ਦੱਸਦਾ। ਇੱਕ ਵਾਰੀ ਨਾ ਇਹਨੇ ਇੱਕ ਬਹੁਤ ਹੀ ਸ਼ਾਰਟ ਜਿਹਾ ਸੰਭਾਲਿਆ, ਠੀਕ ਹੈ। ਇਹ ਕਹਿੰਦੇ ਵੀ ਇੱਥੇ ਨਹੀਂ ਮੈਂ ਕੈਨੇਡਾ ਪਾਉਣਾ। ਉਦੋਂ ਮੈਂ ਵੀ ਕੈਨੇਡਾ ਸੀ, ਮੈਂ ਸਰਾਬਾ ਕਰਨ ਗਿਆ ਹੋਇਆ ਸੀਗਾ। ਇਹਦੇ ਕਜ਼ਨ ਦੀ ਮੈਰਿਜ ਸੀਗੀ ਅਤੇ ਇਹ ਉੱਥੇ ਆ ਗਿਆ ਸੀ, ਰੈਸਟੋਰੈਂਟ ਜਾਣਾ ਸੀ, ਇਹਦਾ ਬ੍ਰਦਰ ਵੀ। ਅਤੇ ਇਹ ਭਾਈ ਤਿਆਰ ਹੋ ਗਈ,
ਬਹੁਤ ਹੀ ਛੋਟਾ ਸ਼ਾਟ ਸੀਗਾ ਇਹ। ਮੈਂ ਅਸੀਂ ਗਏ ਘਰ ਤੋਂ ਤੁਰ ਕੇ ਸਾਡੇ ਟੀਮ ਆਟਨ, ਉੱਥੋਂ ਅਸੀਂ ਥੋੜ੍ਹੇ ਜਿਹੇ ਮਫਨ ਜਿਹੇ ਲੈਣੇ ਸੀਗੇ, ਕੁਛ ਮਾੜਾ ਮੋਟਾ ਕੌਫੀ ਕੂਫੀ ਲੈਣੀ ਸੀ, ਅਸੀਂ ਬੈਠੇ ਹਾਂ। ਇਹ ਆਪਣੇ ਆਪ 'ਚ ਹੀ ਨਾ ਉਹ ਥੋੜ੍ਹਾ ਜਿਹਾ ਮਹਿਸੂਸ ਕਰੇ ਵੀ ਮੈਂ ਨਾ ਕੁਛ ਜ਼ਿਆਦਾ ਹੀ ਛੋਟਾ ਪਾ ਲਿਆ। ਅਸੀਂ ਨਹੀਂ ਕੀਤਾ। ਇਹਦਾ ਬ੍ਰਦਰ ਕੋਲੇ ਬੈਠਾ, ਕਹਿੰਦਾ ਪਾ ਹੀ ਲਿਆ ਹੁਣ, ਇਹਨੂੰ ਹੰਢਾ ਤਾਂ ਲੈ। ਕਹਿੰਦਾ ਜੇ ਪਾ ਕੇ ਐਂ ਸੁੰਗੜ ਕੇ ਬੈਠਣਾ ਫਿਰ ਪਾਉਣ ਦੀ ਕੀ ਲੋੜ ਆ। ਕਹਿੰਦਾ ਹੁਣ ਤੂੰ ਮੁਕਾਬਲਾ ਕਰ, ਹੈ ਨਾ। ਉਹ ਜਦੋਂ ਕੋਈ ਹੁਣ ਬੰਦਾ ਕੋਈ ਚਾਹੇ ਕੁਛ ਪੰਜਾਬੀ ਵੀ ਹੁੰਦੇ ਜਾਂ ਹੋਰ ਕੋਈ ਮਾੜਾ ਮੋਟਾ ਤਾਂ ਬੰਦਾ ਦੇਖੂਗਾ ਹੀ, ਹੈ ਨਾ। ਫਿਰ ਇਹਨੇ ਆਪ ਹੀ ਉਹ ਗੱਲ ਹੁੰਦੀ ਆ ਵੀ ਜਿੰਨਾ ਚਿਰ ਬੰਦਾ ਹੁਣ ਜੇ ਉਸੇ ਚੀਜ਼ ਤੋਂ ਮੈਂ ਰੋਕਾਂ ਫੇਰ ਕੀ ਹੋਊਗਾ। ਸਾਰੀ ਉਮਰ ਇੱਕ ਦਰਦ ਨਾ ਐ ਟੀਸ ਬਣਦਾ ਵੀ ਦੇਖਿਆ ਤੂੰ ਮੈਨੂੰ ਉਦੋਂ ਆਹ ਪਾਉਣ ਨਹੀਂ ਸੀ ਦਿੱਤਾ। ਰੁਪਿੰਦਰ ਭੈਣ ਹੈਗਾ ਸੀਗਾ ਬਹੁਤ ਆਪਣੇ ਪਹਿਲਾਂ ਜਦੋਂ ਮੈਂ ਵਿਆਹ 'ਚ ਕਿ ਨਹੀਂ ਸੂਟ ਵੀ ਲੰਬਾ ਸਮਾਉਣਾ ਇੱਥੇ ਤੱਕ, ਸ਼ੁਰੂ 'ਚ ਮੈਂ ਚੁੰਨੀ ਵੀ ਮੇਰੇ ਸਿਰ ਤੇ ਹੁੰਦੀ ਸੀ, ਹਨਾ। ਐਵੇਂ ਦਾ ਮਾਹੌਲ ਸੀ। ਮੈਂ ਤਾਂ ਨਹੀਂ ਕਿਹਾ ਨਹੀਂ, ਆਪਾਂ ਇਹ ਨਹੀਂ ਕਹਿੰਦੇ। ਉਹਦੇ ਵਿੱਚ ਕੀ ਹੋਇਆ ਫਿਰ ਹੌਲੀ ਹੌਲੀ ਦੇਖੋ, ਜਿਵੇਂ ਅਸੀਂ ਸਕੂਟੀ ਤੇ ਜਾਣਾ, ਹਨਾ। ਪਹਿਲਾਂ ਸਕੂਟਰ ਹੁੰਦਾ ਸੀ ਇਹਦੇ ਕੋਲੇ, ਉਹਦੇ ਪਿੱਛੇ ਬੈਠੇ, ਥੋੜਾ ਜਿਹਾ ਗਾਹਾਂ ਨੂੰ ਨਿਕਲਣਾ, ਇਹਨੇ ਕਹਿਣਾ ਚੱਲ ਸੋਂਜੀਤ ਹੁਣ ਤਾਂ ਕੋਈ ਨਾ ਖੋਲ ਲਾ ਵਾਲ। ਮਤਲਬ ਉਹ ਚੀਜ਼ਾਂ ਇਹਨੂੰ ਸੀਗਾ ਵੀ ਨਹੀਂ ਇਹ ਮੈਨੂੰ ਕਹਿੰਦਾ ਵੀ ਤੂੰ ਇੰਨੀ ਤੇਰੇ ਨਾ ਕੋਈ ਕੈਂਠਾ ਨਹੀਂ ਪੈ ਜਾਣਾ, ਤੂੰ ਕਿਉਂ ਆਪਦੇ ਆਪ ਨੂੰ ਦਬਾਇਆ ਹੋਇਆ। ਮਤਲਬ ਮੇਰਾ ਮਾਈਂਡ ਇੱਕੋ ਹੀ ਗੱਲ ਕਹਿੰਦਾ ਸੀ, ਕਿਸੇ ਨੇ ਕੀ ਖਾਣਾ, ਕਿਸੇ ਨੇ ਕੀ ਪਾਉਣਾ, ਹਨਾ। ਮਤਲਬ ਉਹ ਇੱਕ ਸਾਊ ਪੂਣਾ, ਉਹ ਸਾਊ ਪੂਣੇ ਦੇ ਵਿੱਚ ਕਈ ਕੁੜੀਆਂ ਨੂੰ ਤਾਂ ਲੋਕ ਬਿਲਕੁਲ ਦਬਾ ਲੈਂਦੇ ਨੇ। ਮਤਲਬ ਉੱਥੇ ਇਹਦਾ ਇਹ ਪੱਖ ਪਲੱਸ ਸੀਗਾ ਵੀ ਮੇਰੇ ਪਿਓ ਨੇ ਮੈਨੂੰ ਗਊ ਬਣਾ ਕੇ ਇਸ ਕਰੇ ਭੇਜਿਆ ਸੀ, ਇਹਨੇ ਮੈਨੂੰ ਸ਼ੇਰਨੀ ਬਣਾਇਆ ਵੀ ਸੋਂਜੀਤ ਆਪਦੇ ਲਈ ਕੋਈ ਜ਼ਿੰਦਗੀ ਹੁੰਦੀ ਆ, ਇਹਨੂੰ ਖੁੱਲ। ਮੈਂ ਬਣਾਉਂਦਾ ਹੁਣ ਮੈਨੂੰ ਹੀ ਵੱਢਣ ਲੱਗੀ। ਹਾਂ ਹੁਣ ਆਪਾਂ ਖੁੱਲ ਗਏ, ਹਨਾ। ਉਹ ਵੈਸੇ ਵੀ ਸਾਡੇ ਲਈ ਤਾਂ ਬਹੁਤ ਚੁਟਕਲੇ ਮਸ਼ਹੂਰ ਨੇ, ਕਹਿੰਦੇ ਵੀ ਗਾਂ ਕਿਹਾ ਸੀ ਘਰਦਿਆਂ ਨੇ, ਪਤਾ ਨਹੀਂ ਲੱਗਿਆ ਵੀ ਸ਼ੇਰਨੀ ਨੇ, ਨਾ। ਚਲੋ ਇਹ ਕ੍ਰੈਡਿਟ ਬਹੁਤ ਚੰਗੀ ਗੱਲ ਆ ਵੀ ਤੁਸੀਂ ਹਮੇਸ਼ਾ ਇਹਨਾਂ ਨੂੰ ਦਿੰਦੇ ਹੋ ਨਾ ਵੀ ਇਹਨਾਂ ਨੇ ਬਣਾਇਆ, ਤੇ ਤੁਸੀਂ ਵੀ ਇਹਨਾਂ ਲਈ ਇੱਕ ਬਹੁਤ ਸੋਹਣਾ ਸਭ ਕੁਛ ਜ਼ਿੰਦਗੀ ਦਾ ਕੀਤਾ। ਤੁਹਾਡੇ ਦੋ ਬਹੁਤ ਪਿਆਰੇ ਬੱਚੇ ਨੇ, ਹੈ ਨਾ। ਇਸ ਉਮਰ 'ਚ ਸੁਪਨੇ 'ਚ ਤੁਸੀਂ ਸਾਥ ਦੇ ਰਹੇ ਹੋ, ਹੈ ਨਾ। ਤੁਹਾਡੀਆਂ ਪੇਂਟਿੰਗ ਦੱਸ ਰਹੀਆਂ ਨੇ ਵੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਸੁਖਪਾਲ ਦਾ ਵੀ ਬਹੁਤ ਵੱਡਾ ਸਾਥ ਹੈ ਨਾ। ਅੱਗੇ ਹੁਣ ਜ਼ਿੰਦਗੀ ਨੂੰ ਹੋਰ ਸੋਹਣਾ ਕਿਵੇਂ ਬਣਾਉਣਾ? ਜਿਹੜੀ ਤਾਂ ਇਹਦੀ ਜ਼ਿੰਦਗੀ ਆ, ਇਹਨੇ ਸੋਚ ਲਿਆ, ਬੜੇ ਫੈਸਲੇ ਲੈ ਕੇ ਦੇਖ ਲਿਆ ਵੀ ਨਹੀਂ ਮੈਂ ਆਰਟ ਨੂੰ ਹੀ ਸਮਰਪਣ ਕਰਨੀ ਹੈ। ਮੈਂ ਵੀ ਚਾਹੁੰਦਾ ਖੈਰ, ਕਿਉਂਕਿ ਇੱਕ ਜਿਹੜਾ ਚੰਗਾ ਇਨਸਾਨ ਹੈ ਜਿਹਦੇ ਕੋਲ ਆਰਟ ਹੈਗਾ ਨਾ, ਉਹਨੂੰ ਦੁਨੀਆ ਦੀ ਬਾਹਲੀ ਪਰਵਾਹ ਨਹੀਂ ਹੁੰਦੀ। ਇੱਕ ਆਰਟਿਸਟ ਲਈ ਨਾ ਉਹਦਾ ਆਰਟ ਇਬਾਦਤ ਹੁੰਦੀ ਹੈ, ਉਹ ਇੱਕ ਭਗਤੀ ਹੋਈ ਹੁੰਦੀ ਆ। ਸੋ ਸੋਹਣੀ ਜ਼ਿੰਦਗੀ ਇਹਦੀ ਬਣੂਗੀ। ਬਸ 2 ਸਾਲ, ਹੈ ਨਾ, 2 ਸਾਲ ਰਹਿ ਗਏ ਤੇ ਇਹਨੂੰ ਇੱਕ ਸਟੂਡੀਓ ਪਾ ਕੇ ਦੇਣਾ ਜਿੱਥੇ ਇਹ ਕੰਮ ਕਰੇ, ਸਟੂਡੀਓ ਕਮ ਆਰਟ ਗੈਲਰੀ। ਉਹ ਅਸੀਂ ਪਾਵਾਂਗੇ, ਜਿਹੋ ਜਿਹੀ ਗੁੰਜਾਇਸ਼ ਹੋਈ ਕਿਸੇ ਨਾ ਕਿਸੇ ਢੰਗ ਨਾਲ, ਚਾਹੇ ਫੜ ਧੜ ਕੇ ਪਾਈਏ। ਜਾਣੀ ਇੱਕ ਮੈਨੂੰ ਲੱਗਦਾ ਵੀ ਇੱਕ 70-80 ਗਜ ਦਾ ਕੋਈ ਸੋਹਣਾ ਜਿਹਾ ਇੱਕ ਲੰਬਾ ਉਹੋ ਜਿਹਾ ਇਹਦੇ ਕੋਲ ਪੈਸੇਜ ਜਿਹਾ ਹੋਵੇ ਵੀ ਬਸ ਜਿੱਥੇ ਵਰਕ ਕਰੇ, ਅਤੇ ਜੇ ਕੋਈ ਵੀ ਬੰਦਾ ਆਉਂਦਾ, ਹੈ ਨਾ, ਇਹਦੀ ਐਗਜ਼ੀਬਿਸ਼ਨ ਦੇਖੇ ਆਪਦੀ, ਇਹਦੀਆਂ ਪੇਂਟਿੰਗਸ ਲੱਗੀਆਂ ਹੋਣ, ਜੇ ਉਹਦਾ ਮਨ ਆ ਬਸ ਸੋਹਣੀ ਜ਼ਿੰਦਗੀ, ਮੇਰੀ ਸੋਹਣੀ ਜ਼ਿੰਦਗੀ। ਮੈਨੂੰ ਆਇਆ, ਮੇਰਾ ਫੋਕਸ ਸੀਗਾ, ਮੈਨੂੰ ਸੀ ਵੀ ਮੈਂ ਕੋਈ ਚੰਗੇ ਕਰੈਕਟਰ ਕਰਾਂ। ਸੋ ਸਮੇਂ ਦੀ ਮਾਰ ਹੁੰਦੀ, ਅਸੀਂ ਥੀਏਟਰ 'ਚੋਂ ਨਿਕਲੇ, ਥੀਏਟਰ ਕਰਦੇ ਕਰਦੇ ਕਮਰਸ਼ੀਅਲ ਸਿਨੇਮਾ ਵੱਲ ਗਏ, 2-3 ਫਿਲਮਾਂ ਕੀਤੀਆਂ। ਆਹ ਲੋਕਡਾਊਨ ਆ ਗਿਆ ਅਤੇ ਉਹਦੇ ਨਾਲ ਕੀ ਸੀ, ਮੈਂ ਹੁਣ 2 ਪ੍ਰੋਜੈਕਟ ਮੇਰੇ ਤਿਆਰ ਸੀ, ਫਿਲਮਾਂ ਲਿਖੀਆਂ ਹੋਈਆਂ ਸੀ, ਪਰ ਆਇਆ ਵੀ ਉਹ ਅਜੇ ਤਾਂ ਫਸਟ ਸਟੇਜ ਦੀ ਜਿਹੜੀ ਕੈਟਾਗਰੀ ਆ ਉਹਨਾਂ ਦੀਆਂ ਹੀ ਪੂਰੀਆਂ ਨਹੀਂ ਹੋ ਰਹੀਆਂ। 100-150 ਵੱਡੀਆਂ ਫਿਲਮਾਂ ਅਜੇ ਲਾਂਚ ਹੋਣ ਤੋਂ ਪਈਆਂ ਨੇ। ਸੋ ਉੱਧਰ ਨੂੰ ਦਬਦਾ ਦੇਖ ਕੇ ਮੈਨੂੰ ਸੀਗਾ ਵੀ ਹਾਂ ਲਾਈਫ ਦੇ ਵਿੱਚ ਕੁਛ ਨਾ ਕੁਛ ਤੁਹਾਡਾ ਇਹੋ ਜਿਹਾ ਕਾਊਂਟਰ ਇਨਕਮ ਦਾ ਸੋਰਸ ਹੋਣਾ ਚਾਹੀਦਾ। ਅੱਜ ਕੱਲ੍ਹ ਮੇਰਾ ਉਹਦੇ 'ਤੇ ਜ਼ਿਆਦਾ ਫੋਕਸ ਹੈ। 1-2 ਸਾਲ ਮੈਂ ਉਹ 'ਤੇ ਫੋਕਸ ਕਰੂੰਗਾ, ਬਹੁਤ ਜ਼ਿਆਦਾ ਫੋਕਸ ਕਰੂੰਗਾ। ਜਦੋਂ ਰਨਿੰਗ 'ਚ ਆ ਗਿਆ ਉਦੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰੂੰਗਾ ਚੰਗੇ ਕਰੈਕਟਰ ਕੱਢਣ ਦੀ। ਹੁਣ ਮੈਂ ਲਿਖਣ ਦੀ ਘੱਟ ਕਰੂੰਗਾ, ਬਸ ਮੇਰਾ ਇਹ ਫੋਕਸ ਹੋਊਗਾ। ਮੈਨੂੰ ਕੋਈ ਬਹੁਤ ਜ਼ਿਆਦਾ ਪੈਸਿਆਂ ਪੂਸਿਆਂ ਮਸਤ ਮੌਲਾ ਜਿਹਾ ਬੰਦਾ, ਲਿਮਟਿਡ ਜਿਹਾ ਖਰਚਾ ਮੇਰਾ, ਬਸ ਮੈਨੂੰ ਆਇਆ ਵੀ ਮੈਂ ਚੰਗੇ ਕਰੈਕਟਰ ਕੱਢਾਂ। ਇੱਕ ਮੇਰਾ ਸੁਪਨਾ ਸੀਗਾ, ਜਿਹੜਾ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਕਹਿੰਦਾ ਇੱਕ ਮੇਰਾ ਸੁਪਨਾ ਹੈ, ਜੇ ਮੈਂ ਜਿਉਂਦਾ ਰਿਹਾ ਤਾਂ ਮੈਂ ਇੱਕ ਸਿੱਖੀਜ਼ਮ 'ਤੇ ਇੱਕ ਵੱਡੀ ਫਿਲਮ ਬਣਾਊਂਗਾ। ਉਸ ਪ੍ਰੋਜੈਕਟ 'ਤੇ ਮੇਰਾ ਫੋਕਸ ਹੈਗਾ ਵੀ ਉਹ ਕੰਟੈਂਟ ਕੀ ਆ, ਉਹ ਮੇਰਾ ਚੁਣਿਆ ਹੋਇਆ। ਅੱਗੇ ਦੇਖਦੇ ਜਦੋਂ ਪ੍ਰਮਾਤਮਾ ਨੇ ਸਾਥ ਦਿੱਤਾ। ਫਿਲਹਾਲ ਤਾਂ ਮਤਲਬ ਮੈਂ ਬਹੁਤ ਜ਼ਿਆਦਾ ਨਹੀਂ ਸੋਚਦਾ, ਬਸ ਐਂ ਸੋਚਦਾ ਵੀ ਡੇਲੀ ਕੀ ਕਰ ਰਿਹਾ, ਬਸ ਇੰਨਾ ਕੀ ਬਹੁਤ ਆ। ਅਤੇ ਇਹਦੇ 'ਚ ਮੈਨੂੰ ਕੋਈ ਫਿਕਰ ਬਾਹਲਾ ਨਹੀਂ ਹੈ, ਸਮਾਜ ਕੀ ਆ, ਫਲਾਨਾ ਕੀ ਆ, ਗਰੀਬੀ ਆ, ਅਮੀਰੀ ਆ, ਹੈਗੇ ਆ ਨਹੀਂ ਹੈਗੇ, ਇਹਨਾਂ ਗੱਲਾਂ ਤੋਂ ਮੈਂ ਵੈਸੇ ਹੀ ਮੁਕਤ ਹਾਂ। ਮੈਂ ਜ਼ਿੰਦਗੀ ਨੂੰ ਇੰਜੋਏ ਕਰਦਾ, ਇਹਨੂੰ ਮੈਂ ਬਹੁਤ ਜ਼ਿਆਦਾ। ਬਾਕੀ ਰੁਪਿੰਦਰ ਭੈਣ, ਹੁਣ ਅਸੀਂ ਆਪਣੇ ਬੱਚੇ ਪਾਲ ਲਏ, ਹੈ ਨਾ। ਮਤਲਬ ਹੁਣ ਉਹ ਇਹ ਆ ਵੀ ਹੁਣ ਉਹਨਾਂ ਨੂੰ ਕੁਦਰਤ ਹੈਗੀ ਆ ਪਾਲਣ ਦੇ ਲਈ, ਖੁੱਲ੍ਹੇ ਛੱਡ ਦੇਣਾ ਚਾਹੀਦਾ ਥੋੜ੍ਹਾ ਜਿਹਾ। ਇਹ ਵੀ ਹੁਣ ਪਹਿਲਾਂ ਨਾ ਥੋੜ੍ਹੀ ਕਬੀਲਦਾਰੀ ਵੀ ਭਾਰੀ ਹੁੰਦੀ ਆ ਆਪਣੇ 'ਤੇ, ਮਤਲਬ ਉਹਦੇ ਤੋਂ ਅਸੀਂ ਥੋੜ੍ਹੇ ਜਿਹੇ ਸੁਰਖਰੂ ਹੋ ਗਏ। ਹੁਣ ਆਪਣਾ ਜਿਹੜਾ ਸਫ਼ਰ ਹੈ, ਜਿਹੜੀਆਂ ਚੀਜ਼ਾਂ ਸੋਚੀਆਂ ਹੋਈਆਂ, ਬਸ ਐਂ ਵੀ ਉਹਨਾਂ 'ਤੇ ਪਹਿਲੀ ਜਿਹੜੀ ਪੈੜ ਆ ਉਹ ਸ਼ੁਰੂ ਹੋ ਗਈ ਹੈ।
ਹੁਣ ਇਹ ਉਹ ਸਫ਼ਰ ਹੈ ਸਾਡਾ ਵੀ ਜਦੋਂ ਹੁਣ ਅਸੀਂ 1 ਤੇ 1 11, ਉਹ ਜਿਹੜੇ ਲੜਾਈ ਝਗੜੇ ਵਾਲੇ ਸੀਗੇ ਹੈ ਨਾ, ਜਿਹੜਾ ਸਮਾਂ ਸੀ ਉਹ ਹੁਣ ਮੁੱਕ ਗਿਆ। ਹੁਣ ਬਸ ਇਹ ਆ ਵੀ ਆਪਾਂ ਨਵੇਂ ਇੰਟਰਵਿਊ ਕਰਾਂਗੇ 2 ਸਾਲ ਤੱਕ। ਮੈਂ ਇੱਕ ਗੱਲ ਕਹਾਂ ਰੁਪਿੰਦਰ, ਤੁਸੀਂ ਸੋਨਜੀਤ ਬੈਠੇ ਆ ਜਾਂ ਮੈਂ, ਤੁਸੀਂ ਕਹਿੰਦੇ ਤੁਹਾਡੇ ਨੇੜੇ ਕੌਣ ਆ, ਤੁਸੀਂ ਨਹੀਂ ਕਹਿ ਸਕਦੇ। ਇਹ ਨਾ ਇੱਕ ਸਬਕੌਂਸ਼ੀਅਸ ਮਾਈਂਡ ਆ। ਕੋਈ ਵੀ ਰਿਸ਼ਤਾ ਉਹਦੇ 'ਚ ਤੁਹਾਡਾ ਬੱਚਾ ਹੋ ਸਕਦਾ, ਤੁਹਾਡੀ ਧੀ ਹੋ ਸਕਦੀ ਆ, 2 ਨਹੀਂ ਹੁੰਦੇ, 1 ਹੁੰਦਾ। ਇੱਕ ਰਿਸ਼ਤਾ ਇਹੋ ਜਿਹਾ ਹੁੰਦਾ ਜਿਹੜਾ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਹਰ ਸਮੇਂ ਹੀ ਚੱਲਦਾ ਹੁੰਦਾ ਪ੍ਰੈਕਟੀਕਲੀ, ਬਸ ਉਹ ਤੁਹਾਡੇ ਨੇੜੇ ਹੁੰਦਾ। ਨਹੀਂ ਕੋਈ ਇਸ਼ਾਰਾ ਨਹੀਂ ਮੈਂ ਕਰਦਾ, ਮੈਂ ਕਹਿੰਦਾ ਵੀ ਹਰ ਇੱਕ ਨੂੰ, ਮੈਂ ਤਾਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਦੋਂ ਆਪਾਂ ਕਹਿੰਦੇ ਨਾ ਵੀ ਤੁਹਾਡੇ ਨੇੜੇ ਰਿਸ਼ਤਾ ਕੌਣ ਆ, ਉਹ ਤੁਹਾਡੇ ਮਾਈਂਡ 'ਚ ਕਿਵੇਂ ਚੱਲਦਾ, ਉਹਨੇ ਸਬਕੌਂਸ਼ੀਅਸ ਮਾਈਂਡ 'ਚ ਜਦੋਂ ਤੁਸੀਂ ਸੋਚਦੇ ਹੋ, ਤੁਹਾਡੀ ਸੋਚ ਉੱਥੇ ਹੁੰਦੇ, ਤੁਸੀਂ ਕਰੀ ਜਾਂਦੇ ਹੋ, ਤੁਹਾਡਾ ਧਿਆਨ ਹਰ ਜਗ੍ਹਾ ਲੱਗਿਆ ਰਹਿੰਦਾ, ਪਰ ਤੁਹਾਨੂੰ ਇੱਕ ਰਿਸ਼ਤੇ ਦੀ ਕੇਅਰ ਹੁੰਦੀ ਆ। ਉਹ ਤੁਹਾਡੇ ਬੈਕਅਪ 'ਤੇ ਅੱਧੇ ਘੰਟੇ 15 ਮਿੰਟ ਉਹ ਕਿਤੇ ਨਾ ਕਿਤੇ ਕੋਈ ਗੱਲ ਆ ਉਹਦੀ ਇਹੋ ਜਿਹੀ ਆ, ਜਾਂ ਫੋਨ ਕਰ ਲਈਏ ਜਾਂ ਨਹੀਂ ਕਰ ਲਈਏ, ਜਾਂ ਉਹ ਕੀ ਕਰਦਾ ਹੋਊਗਾ ਹੈ ਨਾ, ਜਾਂ ਉਹ ਕਿਵੇਂ ਆ, ਉਹ ਚੱਲਦਾ ਹੀ ਰਹਿੰਦਾ, ਉਹ ਤੁਹਾਡੇ ਨੇੜੇ ਹੁੰਦਾ ਰਿਸ਼ਤਾ। ਇਹਦੇ 'ਚ ਨਾ ਇੱਕ ਮੈਂ ਗੱਲ ਐਡ ਕਰਦੀ ਹਾਂ, ਮੇਰੇ ਤਾਈ ਜੀ ਪਿੱਛੇ ਜੇ ਪੂਰੇ ਹੋ ਗਏ ਸੀ ਹੈ ਨਾ, ਮੇਰੇ ਤਾਏ ਨੇ ਬਹੁਤ ਪਿਆਰ ਕੀਤਾ ਮੇਰੀ ਤਾਈ ਨੂੰ, ਪਰ ਜ਼ਾਹਿਰ ਨਹੀਂ ਕੀਤਾ, ਕਦੇ ਵੀ ਜ਼ਾਹਿਰ ਨਹੀਂ ਕੀਤਾ। 1-2 ਆਪਣੇ ਪੰਜਾਬੀਆਂ ਦੀਆਂ ਗਾਲਾਂ ਹੁੰਦੀਆਂ ਹੈ ਨਾ ਮਸ਼ਹੂਰ ਜੀਆਂ, ਉਹ ਆਮ ਹੀ ਕਹਿ ਦਿੰਦੇ ਸੀ ਵੀ ਜਿਵੇਂ ਆਪਾਂ ਕਹਿੰਦੇ ਹੈ ਨਾ, ਮਤਲਬ ਨੋਰਮਲ ਜਿਹਾ ਹੈ, ਤਾਂ ਬਹੁਤ ਵਧੀਆ ਸੀਗਾ ਰਿਲੇਸ਼ਨ। ਤੇ ਚਲੋ ਜੀ ਇੱਦਾਂ ਹੀ ਚੱਲੀ ਗਿਆ ਸਮਾਂ, ਕਦੇ ਨਹੀਂ ਕਿਹਾ ਵੀ ਹਾਂ ਵੀ ਮੈਂ ਤੇਰਾ ਕਰਦਾ ਜਾਂ ਆਪਣਾ ਹੈ ਨਾ। ਤੇ ਪਿੱਛੇ ਜੇ ਉਹ ਸਕੂਟੀ ਤੇ ਬੈਠੇ ਸੀ, ਫੌਰਨ ਜਾਣਾ ਸੀ ਉਹਨਾਂ ਨੇ ਕਿਤੇ, ਬਸ ਉਹ ਕਾਲੀ ਕਾਲੀ 'ਚ ਹੀ ਹੋਈ ਸਕੂਟੀ ਸਟਾਰਟ, ਵਿਚਾਰੀ ਮੇਰੀ ਤਾਈ ਮਤਲਬ ਉੱਥੇ ਡਿੱਗ ਕੇ ਪੂਰੀ ਹੋ ਗਈ ਹੈ ਨਾ। ਬਟ ਜਿਹੜਾ ਹੁਣ ਮਤਲਬ ਮੈਂ ਕਹਿੰਦੀ ਹਾਂ, ਮੇਰੇ ਤਾਈ ਤੋਂ ਸਭ ਕੁਝ ਲੈ ਲਓ ਤੁਸੀਂ, ਮੇਰੀ ਤਾਈ ਦੇ ਦਿਓ, ਸਾਰਾ ਕੁਝ ਲੈ ਲਓ। ਮਤਲਬ ਇਹ ਬਸ ਆਪਾਂ ਇਹੀ ਚੀਜ਼ ਸਿੱਖਣੀ ਆ, ਮਤਲਬ ਜਦੋਂ ਆਪਣੇ ਆਸ-ਪਾਸ ਇਹੋ ਜਿਹਾ ਬਹੁਤ ਕੁਝ ਵਾਪਰ ਰਿਹਾ, ਸਿਆਣਾ ਇਹ ਹੈ ਵੀ ਆਪਾਂ ਸਿੱਖ ਲਈ ਉਸ ਚੀਜ਼ ਤੋਂ ਹੈ ਨਾ। ਉਹ ਚੀਜ਼ ਤੋਂ ਮੈਂ ਸਮਝ ਰਹੀ ਹਾਂ ਵੀ ਚੰਗੀ ਗੱਲ ਹੈ ਕਿ ਆਪਾਂ ਇੱਕ ਤਾਂ ਜਿਹਦਾ ਪਿਆਰ ਕਰਦੇ ਹਾਂ ਉਹਨੂੰ ਜ਼ਾਹਿਰ ਕਰੀਏ, ਤੇ ਇਹੀ ਰਿਸ਼ਤੇ ਸੋਹਣੇ ਆ। ਸੈਕਿੰਡ ਕੀ ਹੁੰਦਾ, ਇੱਦਾਂ ਦੀਆਂ ਕਹਾਣੀਆਂ ਵੀ ਮੇਰੇ ਆਪਣੇ ਪਰਿਵਾਰਾਂ 'ਚ ਪਈਆਂ ਕਿ ਮੁੰਡਾ ਨਹੀਂ ਸੀ ਚਾਹੁੰਦਾ ਮੇਰਾ ਇਹ ਕੁੜੀ ਨਾਲ ਵਿਆਹ ਹੋ ਜੇ, ਉਹ ਸ਼ੱਕੀ ਵੀ ਸੀ ਇੱਥੋਂ ਤੱਕ ਕਿ, ਪਰ ਉਹ ਕੁੜੀ ਨੇ ਆਪਣਾ ਸਭ ਕੁਝ ਉਹਨੂੰ ਸਮਰਪਿਤ ਕਰਤਾ। ਉਹ ਇਹ 5-6 ਸਾਲਾਂ ਦੀ ਖੇਡ ਸੀਗੀ ਉਸੇ ਪਿਆਰ ਦੀ, ਅੱਜ ਉਹ ਮੁੰਡਾ ਉਹਦੇ ਤੋਂ ਬਿਨਾਂ ਸਾਹ ਹੀ ਨਹੀਂ ਲੈ ਰਿਹਾ ਹੈ ਨਾ। ਹੁਣ ਜੇ ਤੁਹਾਡੀ ਸੋਚ ਹੈਗੀ ਆ ਮਟੀਰੀਅਲ ਦੀ ਹੈ ਜਾਂ ਹੋਰ ਹੈ, ਫਿਰ ਤਾਂ ਇਹਨਾਂ ਰਿਸ਼ਤਿਆਂ 'ਚ ਹਿਲਜੁਲ ਲਾਉਣੀ ਹੋਈ ਆ, ਕਿਉਂਕਿ ਰਿਸ਼ਤੇ ਸੱਚੇ ਨਹੀਂ ਹੁੰਦੇ। ਉੱਥੇ ਕੀ ਹੈ ਕਿ ਜੀ ਭੈਣ ਤਕੜੀ ਹੈ, ਬਸ ਉਹ ਤੋਂ ਵੀ ਪ੍ਰੋਬਲਮ ਹੋ ਗਈ, ਤੋਂ ਆਪਦੇ ਬੱਚਿਆਂ ਨੂੰ ਕਿੱਥੇ ਦੇਖਣਾ, ਆਪਦੀ ਮਾਸੀ ਦੇ ਅਗਲੇ ਜਵਾਕਾਂ ਨਾਲ, ਕਿਉਂ ਬਈ ਅਸੀਂ ਜ਼ਿੰਦਗੀ ਨੂੰ ਹੋਰਾਂ ਨਾਲ ਕੰਪੇਅਰ ਕਿਉਂ ਬਈ। ਹੁਣ ਮੇਰੇ ਕੋਲੇ ਪਿੱਛੇ ਜੇ 2 ਸਾਲ ਪਹਿਲਾਂ ਟੁੱਟੀ ਜੀ ਸਕੂਟਰੀ ਸੀਗੀ, ਉਹ ਇੱਕ ਮੈਨੂੰ ਕਹਿੰਦਾ ਵੀ ਸੋਨਜੀਤ ਤੂੰ ਸਕੂਟੀ ਤਾਂ ਬਦਲ ਲਾ। ਮੈਂ ਕਿਹਾ ਦੇਖ ਆਪਾਂ ਬੜੇ ਖੁਸ਼ ਹਾਂ, ਆਪਣੀ ਤਾਂ ਹੈਗੀ ਆ ਨਾ, ਕਿਸੇ ਤੋਂ ਨੱਤਾ ਨਹੀਂ ਮੰਗੀ ਨਾ। ਮਤਲਬ ਸੋ ਜਿਹੜਾ ਕੁਝ ਆਪਣਾ ਹੈਗਾ ਨਾ ਉਹਦੇ ਨਾਲ ਸੈਟਿਸਫਾਈਡ ਹੋਣਾ, ਆਪਣੇ ਆਪ ਦੀਆਂ ਗਲਤੀਆਂ ਨੂੰ ਦੇਖਣਾ, ਦੂਜੇ ਦੇ ਗੁਣਾਂ ਨੂੰ ਦੇਖਣਾ। ਬਾਕੀ ਇਹ ਰਿਸ਼ਤੇ ਤੋਂ ਬਿਨਾਂ ਤੁਸੀਂ ਜਿਉ ਹੀ ਨਹੀਂ ਸਕਦੇ। ਇਹ ਰੱਬ ਨੇ ਐਵੇਂ ਨਹੀਂ ਇਹ ਰਿਸ਼ਤਾ ਕ੍ਰੀਏਟ ਕੀਤਾ। ਇੱਕ ਚੀਜ਼ਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਤੁਸੀਂ, ਸਾਨੂੰ ਕਿਸੇ ਨੇ ਥੋੜ੍ਹੇ ਦਿਨ ਪਹਿਲਾਂ ਕਿਹਾ ਸੀ ਵੀ ਨਾ ਤੁਸੀਂ ਗਰੀਬੀ ਨੂੰ ਅਖੀਰ ਤੱਕ ਦੇਖ ਸਕਦੇ ਹੋ ਵੀ ਉਹਦੀ ਹੱਦ ਕੀ ਆ, ਹੈ ਨਾ, ਨਾ ਤੁਸੀਂ ਅਮੀਰੀ ਨੂੰ ਅਖੀਰ ਤੱਕ ਦੇਖ ਸਕਦੇ ਹੋ। ਹਾਂ, ਜੇ ਤੁਸੀਂ ਦੇਖ ਸਕਦੇ ਹੋ ਤਾਂ ਸਿਰਫ ਉਹ ਦੇਖ ਸਕਦੇ ਹੋ ਜੋ ਉਸ ਵਕਤ ਤੁਹਾਡੇ ਕੋਲ ਆ, ਤੁਹਾਡੀ ਜ਼ਿੰਦਗੀ 'ਚ, ਹੈ ਨਾ। ਚਾਹੇ ਉਹ ਤੁਹਾਡੇ ਸਭ ਤੋਂ ਸੋਹਣੇ ਖੂਬਸੂਰਤ ਰਿਸ਼ਤੇ ਨੇ, ਚਾਹੇ ਤੁਹਾਡੇ ਬੱਚੇ ਨੇ, ਜਾਂ ਫਿਰ ਜ਼ਿੰਦਗੀ 'ਚ ਜਿੰਨੀਆਂ ਕੁ ਚੀਜ਼ਾਂ ਨੂੰ ਤੁਸੀਂ ਇੰਜੋਏ ਕਰ ਰਹੇ ਹੋ, ਤੁਹਾਡਾ ਘਰ, ਤੁਹਾਡਾ ਆਲਾ ਦੁਆਲਾ, ਹੈ ਨਾ, ਉਹ ਸਿਰਫ ਤੁਸੀਂ ਉਸ ਵਕਤ ਉਹਨਾਂ ਚੀਜ਼ਾਂ ਨੂੰ ਦੇਖੋ ਤਾਂ ਜ਼ਿੰਦਗੀ ਬਹੁਤ ਸੋਹਣੀ ਹੋ ਸਕਦੀ ਹੈ ਨਾ। ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਅਸੀਂ ਇਹ ਨਹੀਂ ਦੇਖਦੇ ਮੇਰੇ ਕੋਲ ਕੀ ਆ, ਅਸੀਂ ਇਹ ਦੇਖਦੇ ਹਾਂ ਵੀ ਅੱਛਾ ਮੇਰੀ ਭੈਣ ਦੇ ਘਰੇ ਕੀ ਪਿਆ, ਕਿਹਨੇ ਕਿਹੋ ਜਿਹਾ ਨਵਾਂ ਫਰਨੀਚਰ ਲੈ ਆਂਦਾ, ਜਾਂ ਕਿਹਨੇ ਜ਼ਿੰਦਗੀ ਦੇ ਵਿੱਚ ਅੱਛਾ ਫਲਾਣੇ ਦੇ ਬੱਚੇ ਬਾਹਰ ਚਲੇ ਗਏ, ਮੇਰੇ ਹਾਲੇ ਕਿਉਂ ਨਹੀਂ ਗਏ, ਹੈ ਨਾ। ਹੋ ਸਕਦਾ ਕਿ ਕੱਲ੍ਹ ਆਉਣ ਵਾਲੀ ਜ਼ਿੰਦਗੀ 'ਚ ਤੁਹਾਡੇ ਕੋਲ ਇਹ ਵੀ ਖੂਬਸੂਰਤ ਨਾ ਰਹੇ, ਅਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਤਰਸੋ, ਹੈ ਨਾ। ਜਿਵੇਂ ਤੁਸੀਂ ਕਿਹਾ ਵੀ ਮੇਰੇ ਤਾਇਆ ਜੀ ਇਸ ਵਕਤ ਉਸ ਰਿਸ਼ਤੇ ਲਈ ਤਰਸ ਰਹੇ ਨੇ, ਤਾਂ ਹੁਣ ਬੱਚੇ ਵੱਡੇ ਹੋ ਗਏ ਨੇ, ਹੈ ਨਾ, ਤੁਸੀਂ ਜ਼ਿੰਮੇਵਾਰੀਆਂ ਤੋਂ ਥੋੜ੍ਹੇ ਸੁਰਖਰੂ ਹੋ ਜਾਂਦੇ ਹਾਂ ਅਸੀਂ ਇਸ ਉਮਰ 'ਚ, ਤਾਂ ਨਿਆਣਿਆਂ ਦੇ ਫੈਸਲੇ ਕੌਣ ਕਰਦਾ ਫਿਰ ਦੋਵਾਂ 'ਚੋਂ? ਨਿਆਣੇ ਨਹੀਂ, ਉਹ ਵੀ ਇਦਾਂ ਦੇ ਹੀ ਨੇ। ਹਾਂਜੀ, ਸਾਡੇ ਵਰਗੇ, ਮੈਂ ਤੁਹਾਨੂੰ ਉਹੀ ਗੱਲ ਦੱਸਦੀ ਹਾਂ ਨਾ ਵੀ ਆਪਾਂ ਜਿੰਨਾ ਮਰਜ਼ੀ ਸੋਚ ਲਈਏ ਜ਼ਿੰਦਗੀ ਨੂੰ ਐਂ ਚਲਾ ਲਾਂਗੇ, ਇਹਦੀ ਪੋਸੀਬਿਲਿਟੀ ਹੈ ਨਹੀਂ।
ਸਿਰਫ ਜਿਹੜਾ ਸਾਡੇ ਆਪਦੇ ਅੰਦਰਲਾ ਗੁਣ ਹੈ ਨਾ, ਸੱਚੀ ਉਹਨੂੰ ਹੀ ਅਸੀਂ ਸਮਾਂ ਦਈਏ, ਉਹਨੂੰ ਹੀ ਨਿਖਾਰ ਲਈਏ। ਬੱਚਿਆਂ ਨੇ ਦੇਖ ਕੇ ਆਪੇ ਸਿੱਖਣਾ, ਉਵੇਂ ਦੇ ਹੀ ਬਣ ਜਾਣਾ, ਉਵੇਂ ਦੇ ਲੱਗ ਜਾਣਾ। ਇਹ ਮੇਰਾ ਬੜਾ ਮਨ ਹੈ ਵੀ ਜਿਹੜੇ ਮੇਰੇ ਬੱਚੇ ਆ ਵੀ ਹਾਂ ਉਹਨਾਂ 'ਚ ਚੰਗਿਆਈ ਭਰੀ ਹੋਵੇ, ਉਹ ਚੀਜ਼ ਉਹਨਾਂ 'ਚ ਹੈਗੀ ਆ। ਆਪਾਂ ਕਦੇ ਇਹ ਸੋਚਿਆ ਹੀ ਨਹੀਂ ਵੀ ਉਹਦੀ ਆਹ ਪੋਜੀਸ਼ਨ ਹੋਊਗੀ, ਆਹ ਬਣਾ ਦੇਣਾ ਜਾਂ ਨਹੀਂ। ਹਾਂ ਇੰਨਾ ਕੁ ਹੈਗਾ ਜਿੰਨਾ ਕੁ ਕੋਸ਼ਿਸ਼ ਕਰੀਦੀ ਆ, ਮਿਹਨਤ ਕਰਨ ਕੋਸ਼ਿਸ਼ ਕਰੀਦੀ ਆ ਵੀ ਉਹ ਚੰਗੇ ਗ੍ਰੈਜੂਏਟ ਹੋਣ ਅਤੇ ਮਾੜਾ ਮੋਟਾ ਆਪਦੀ ਕਿਸੇ ਪ੍ਰੋਫੈਸ਼ਨਲ ਲਾਈਨ 'ਚ ਜਾਣ। ਇਹ ਤਾਂ ਹਰੇਕ ਮਾਂ ਬਾਪ ਨੂੰ ਹੁੰਦਾ, ਪਰ ਐਂ ਨਹੀਂ ਹੈ ਤੁਸੀਂ ਐਂ ਕਰ ਲਾ, ਤੁਸੀਂ ਐਂ ਕਰ ਲਾ, ਜਾਂ ਉਹਨਾਂ ਨੂੰ ਕਹੀਦਾ ਠੀਕ ਹੈ ਜਿੱਧਰ ਨੂੰ ਇੰਟਰਸਟ ਹੈਗਾ ਉੱਧਰ ਨੂੰ ਫੋਕਸ ਕਰੋ। ਇੰਨਾ ਜ਼ਰੂਰ ਗਾਈਡ ਕਰੀਦਾ ਵੀ ਤੁਹਾਡਾ ਫੋਕਸ ਹੈ ਕਿੱਧਰ ਨੂੰ ਆ, ਇਹ ਜ਼ਰੂਰੀ ਆ। ਇਹ ਕਿਸੇ ਹੁਣ ਇਹ ਸਵੇਰੇ ਆਪ 5 ਵਜੇ ਉੱਠ ਜਾਂਦਾ ਸੁਖਪਾਲ, ਹੈ ਨਾ। ਮੈਂ ਤੂੰ ਕਹਿ ਕੇ ਗੱਲ ਕਰਦੀ ਹਾਂ, ਦੋਸਤੀ ਦੇ ਰਿਸ਼ਤੇ 'ਚ ਤੂੰ ਹੀ ਚੱਲਦਾ ਹੈ ਨਾ ਸਾਡਾ। ਤੇ ਇਹਨੇ ਉੱਠ ਜਾਣਾ, ਫਿਰ 5:15 ਬੱਚਿਆਂ ਨੂੰ ਉਠਾ ਦਿੰਦਾ। ਮਤਲਬ ਇਹਦੀ ਬੜਾ ਪਲੱਸ ਹੈਗਾ ਪੁਆਇੰਟ। ਮਤਲਬ 5:15 5:30 ਉੱਠ ਕੇ ਉਹ ਗਰਾਊਂਡ ਆਪਣਾ ਨਿਕਲ ਜਾਂਦੇ। ਨਹੀਂ 5:30 ਤੱਕ ਮੈਂ ਧੱਕੇ ਨਾਲ ਇਹਨੂੰ ਵੀ ਉਠਾ ਦਿੰਦਾ। ਹਾਂ ਉਦੋਂ ਤੱਕ ਚਾਹ ਦਾ ਕੱਪ ਤਿਆਰ ਹੁੰਦਾ। ਨਹੀਂ, ਸੋਹਣੀ ਗੱਲ ਹੈ ਕਿ ਤੁਸੀਂ ਵਿਆਹ ਨੂੰ ਇਹ ਨਾ ਮੰਨੋ ਕਿ ਕੋਈ ਤੁਹਾਡੇ ਘਰ 'ਚ ਆ ਰਿਹਾ ਤੁਹਾਡੀਆਂ ਹਦਾਇਤਾਂ ਮੰਨਣ ਲਈ, ਜਾਂ ਫਿਰ ਜਿਹਦੇ ਘਰ ਮੈਂ ਜਾ ਰਹੀ ਹਾਂ ਉਹ ਹੁਣ ਪੂਰੀ ਤਰ੍ਹਾਂ ਬਦਲ ਕੇ ਇੱਕ ਕੁੱਜਾ ਹੈ ਉਹਦੇ 'ਚ ਹੀ ਪੈ ਜਾਏਗਾ, ਹੈ ਨਾ। ਉਡਾਣ ਦੋਨਾਂ ਲਈ ਜ਼ਰੂਰੀ ਹੈ, ਉਹ ਸੋਸ਼ਲੀ ਵੀ ਜ਼ਰੂਰੀ ਆ, ਉਹ ਮੈਂਟਲੀ ਵੀ ਜ਼ਰੂਰੀ ਆ। ਸੁਪਨੇ ਦੋਵਾਂ ਦੇ ਪੂਰੇ ਹੋਣੇ ਚਾਹੀਦੇ ਨੇ ਤਾਂ ਜੋ ਤੁਹਾਨੂੰ ਲੱਗੇ ਕਿ ਤੁਸੀਂ ਕਿਸੇ ਨਵੇਂ ਬੰਦੇ ਨਾਲ ਜੁੜੇ ਹੋ ਜ਼ਿੰਦਗੀ 'ਚ, ਜ਼ਿੰਦਗੀ ਨੂੰ ਜਿਉਣ ਲਈ, ਜ਼ਿੰਦਗੀ ਨੂੰ ਕੱਟਣ ਲਈ ਨਹੀਂ, ਹੈ ਨਾ। ਕਿਉਂਕਿ ਜਿਹੋ ਜਿਹੀਆਂ ਜ਼ਿੰਦਗੀਆਂ ਅਸੀਂ ਦੇਖ ਰਹੇ ਹਾਂ ਉਹਦੇ ਕਰਕੇ ਬਹੁਤ ਸਾਰੇ ਟੀਨੇਜ ਬੱਚੇ ਨੇ ਜਿਹੜੇ ਉਹ ਇਹ ਸੋਚਦੇ ਨੇ ਕਿ ਵਿਆਹ ਜ਼ਿੰਦਗੀ 'ਚ ਸਭ ਤੋਂ ਬੁਰਾ ਐਕਸਪੀਰੀਅੰਸ ਹੁੰਦਾ। ਇਹ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਅਸੀਂ ਮਾਂ ਪਿਓ ਉਹਨਾਂ ਨੂੰ ਇਹ ਐਕਸਪੀਰੀਅੰਸ ਦਿਖਾ ਰਹੇ ਹਾਂ। ਬਿਲਕੁਲ ਅਸੀਂ ਤਾਂ ਲੜ ਲੁੜ ਕੇ ਆਪਦੀ ਪੜਾਸ ਕੱਢ ਲੈਂਦੇ ਹਾਂ, ਪਰ ਜਿਹੜਾ ਬੱਚੇ ਤੇ ਅਸਰ ਹੋ ਰਿਹਾ ਉਹ ਅਸੀਂ ਦੇਖਦੇ ਨਹੀਂ। ਫਿਰ ਆਪਾਂ ਆਪਦੇ ਬੱਚੇ ਨੂੰ ਦੇਖ ਹੀ ਰਹੇ ਹਾਂ। ਇਹੀ ਸਾਡੀ ਕੋਸ਼ਿਸ਼ ਹੈ ਕਿ ਜ਼ਿੰਦਗੀ 'ਚ ਕੋਈ ਵੀ ਇਹ ਨਾ ਸੋਚੇ ਕਿ ਤੁਸੀਂ ਉਹੀ ਜਿਹੜੀਆਂ ਬਚਪਨ 'ਚ ਕਹਾਣੀਆਂ ਸੁਣਦੇ ਆਏ ਸੀ ਕਿ ਇੱਕ ਰਾਜਕੁਮਾਰ ਆਏਗਾ ਜਾਂ ਫਿਰ ਇੱਕ ਰਾਜਕੁਮਾਰੀ ਬੈਠ ਕੇ ਆਏਗੀ, ਹੈ ਨਾ। ਜ਼ਿੰਦਗੀ 'ਚ ਤੁਹਾਨੂੰ ਬਹੁਤ ਸਾਰੇ ਐਕਸਪੀਰੀਅੰਸ ਹੋਣਗੇ ਇੱਕ ਨਵੇਂ ਬੰਦੇ ਨਾਲ ਜੁੜਨ ਤੋਂ ਬਾਅਦ, ਅਤੇ ਉਹੀ ਕਹਾਣੀਆਂ ਅਸੀਂ ਲੋਕਾਂ ਨੂੰ ਦਿਖਾਈਏ ਕਿ ਹਾਂ ਕੋਈ ਵੀ ਬੰਦਾ ਜੇ ਅੱਜ ਉਹਦੇ ਚਿਹਰੇ 'ਤੇ ਤੁਹਾਨੂੰ ਹਾਸਾ ਨਜ਼ਰ ਆ ਰਿਹਾ ਤਾਂ ਇਹ ਤਮਾਮ ਉਮਰ ਨਹੀਂ ਸੀਗਾ, ਉਹਦੇ ਤਜਰਬਿਆਂ 'ਚੋਂ ਨਿਕਲਿਆ ਹੋਇਆ। ਬਹੁਤ ਵਾਰੀ ਉਹਦੀ ਜ਼ਿੰਦਗੀ ਲੜਖੜਾਈ ਵੀ ਅਤੇ ਉਹਨੇ ਸੰਭਾਲੀ ਆ ਨਾ। ਤੁਹਾਡਾ ਰਿਸ਼ਤਾ ਬਿਲਕੁਲ ਇੱਦਾਂ ਦਾ ਹੀ ਆ, ਪਰ ਖੁਸ਼ੀ ਇਸ ਚੀਜ਼ ਦੀ ਆ ਕਿ ਮੈਂਟਲੀ ਤੁਸੀਂ ਬਹੁਤ ਫਰੀ ਹੋ, ਸੋਸ਼ਲੀ ਵੀ ਤੁਸੀਂ ਫਰੀ ਹੋ, ਅਤੇ ਜ਼ਿੰਦਗੀ ਦੀ ਇਹੀ ਫਰੀਡਮ ਤੁਹਾਡੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਏਗੀ, ਹੈ ਨਾ। ਅਖੀਰ 'ਤੇ ਸੁਖਪਾਲ ਸੋਨਜੀਤ ਲਈ 2 ਸ਼ਬਦ ਕਿ ਉਹਨਾਂ ਨੇ ਜ਼ਿੰਦਗੀ ਨੂੰ ਕਿਵੇਂ ਸੋਹਣਾ ਬਣਾਇਆ ਤੁਹਾਡੀ। ਇੱਕ ਨਾ ਤੁਸੀਂ ਪਹਿਲਾਂ ਜਿਹੜੀ ਗੱਲ ਕਹੀ ਸੀ, ਆਪਾਂ ਦੁਨੀਆਦਾਰੀ ਦੀ ਗੱਲ ਚੱਲਦੀ ਸੀ, ਇਹ 'ਚ ਕੋਈ ਸ਼ੱਕ ਨਹੀਂ ਵੀ ਤੁਹਾਡੇ ਕੋਲ ਕੀ ਆ, ਤੁਸੀਂ ਇਹ ਦੇਖੋ, ਆਪਣਾ ਮੂਲ ਰੂਪ ਪਛਾਣੋ, ਤੁਸੀਂ ਦੇਖੋ ਔਰ ਉਹਨੂੰ ਇੰਜੋਏ ਕਰੋ। ਅਸੀਂ ਫੋਟੋਗ੍ਰਾਫ ਦੇਖਦੇ ਹਾਂ, ਕੈਨੇਡਾ ਤੋਂ ਫੋਟੋਗ੍ਰਾਫ ਆਉਂਦੇ ਆ, ਬੜਾ ਸੋਹਣਾ ਵੈਦਰ ਹੁੰਦਾ ਉੱਥੇ ਦਾ, ਕਲਾਈਮੇਟ ਇਹੋ ਜਿਹਾ, ਮਸ਼ੀਨਾਂ ਕਿਉਂਕਿ ਉੱਧਰਲੇ ਸਿਸਟਮ ਨਾਲ ਬਣੀਆਂ ਹੋਈਆਂ ਨੇ, ਉਹਨਾਂ ਦੇ ਫੋਟੋਗ੍ਰਾਫ ਬਹੁਤ ਸੋਹਣਾ। ਅਸੀਂ ਕਹਿੰਦੇ ਵੀ ਇਹ ਬਹੁਤ ਵਧੀਆ ਇੰਜੋਏ ਕਰਦੇ ਆ। ਗੱਲ ਇਹ ਨਹੀਂ, ਸਾਡੇ ਕੋਲ ਬਹੁਤ ਕੁਛ ਆ ਇੱਥੇ, ਹਰ ਚੀਜ਼ ਆ, ਖਾਣ ਪੀਣ ਆ, ਕੁਦਰਤ ਆ, ਨਜ਼ਾਰੇ ਆ, ਅਸੀਂ ਲੈਂਦੇ ਨਹੀਂ। ਸਾਡੇ ਲੋਕ ਮਟੀਰੀਅਲਿਸਟਿਕ ਜ਼ਿਆਦਾ ਹੋ ਗਏ। ਮੈਂ ਨਹੀਂ ਕਹਿੰਦਾ ਕਿ ਮਟੀਰੀਅਲ ਦੀ ਵੈਲਿਊ ਨਹੀਂ, ਪਰ ਹੋਰ ਮਟੀਰੀਅਲ ਦੇ ਨਾਲ ਹੋਰ ਚੀਜ਼ਾਂ, ਰਿਸ਼ਤੇ, ਸਿਹਤ, ਸਾਰੇ ਪੱਖਾਂ ਨੂੰ ਦੇਖ ਕੇ ਦੇਖੀਏ ਨਾ, ਅਸੀਂ ਇੱਥੇ ਇੰਜੋਏ ਘੱਟ ਕਰਦੇ ਹਾਂ। ਸਾਡੀ ਉਹ ਲੱਗੀ ਹੋਈ ਆ, ਦੌੜ ਲੱਗੀ ਹੋਈ ਆ। ਅਸੀਂ ਕਿਸੇ ਚੀਜ਼ ਨੂੰ ਐਂ ਨਹੀਂ ਹੈਗਾ ਵੀ ਚਾਹ ਦਾ ਕੱਪ ਰੱਖ ਕੇ ਵੀ ਅਸੀਂ ਵੀ ਸਕੂਨ ਲੈਂਦੇ ਹਾਂ ਵੀ ਇੱਥੇ ਬੈਠੇ, ਇਹੋ ਜਿਹੇ ਨਹੀਂ ਹੈਗੇ। ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਇਸ ਚੀਜ਼ ਨੂੰ ਅੱਜ ਕੀ ਆ ਉਸ ਚੀਜ਼ ਨੂੰ ਇੰਜੋਏ ਕਰੀਏ। ਇਹ ਥੋੜ੍ਹਾ ਜਿਹਾ ਸਾਡਾ, ਮੈਂ ਨਹੀਂ ਕਹਿੰਦਾ ਕਿ ਆਮ ਨਾਲੋਂ ਥੋੜ੍ਹਾ ਜਿਹਾ ਸਾਡਾ ਇੱਕ ਡਿਫਰੈਂਟ ਪਾਰਟ ਆ। ਅਸੀਂ ਉੱਥੇ ਸਤਲੁਜ 'ਤੇ ਜਾਂਦੇ ਰਹਿੰਦੇ ਹਾਂ, ਉੱਥੇ ਕਦੇ ਬਾਰਬੀਕਿਊ ਲਾ ਲਏ, ਕਦੇ ਕੁਛ ਲਾ ਲਏ, ਅਸੀਂ ਮੋਟਰਾਂ 'ਤੇ ਚਲੇ ਗਏ, ਅਸੀਂ ਸੰਘਣੀਆਂ ਸ਼ਾਮਾਂ, ਕਦੇ ਜੰਗਲਾਂ 'ਚ ਘੁੰਮੇ ਆਏ। ਅੱਜ ਕੱਲ੍ਹ ਫੇਸਬੁੱਕ 'ਤੇ ਜਾਂ ਹੋਰ ਨਹੀਂ ਪਾਉਂਦੇ, ਪਰ ਐਂ ਵੀ ਇਹ ਗੱਲ ਹੈਗੀ ਕਿ ਥੋੜ੍ਹੇ ਜਿਹੇ ਕੁਦਰਤ ਨਾਲ ਜੁੜ ਜਾਓ। ਪਿਛਲੀ ਵਾਰੀ ਲੋਕਡਾਊਨ 'ਚ ਇੱਥੇ ਮੈਂ 1200-1300 ਬੂਟੇ ਲਾਏ, ਮੇਰਾ ਸੁਪਨਾ ਸੀ। ਔਰ ਸਾਡੇ ਪਿੰਡ 'ਚ ਹੁਣ ਤੁਸੀਂ ਐਂ ਲਾ ਲਓ ਵੀ ਇੰਨੇ ਅੰਬ ਲੱਗ ਗਏ, ਇੰਨੇ ਗਲਮੋਹਰ ਲੱਗ ਗਏ, ਜਰਕੰਡੇ ਲੱਗ ਗਏ, ਕੇਸੂ ਲੱਗ ਗਏ, ਹੈ ਨਾ, ਵਧੀਆ ਮਤਲਬ ਬਹੁਤ ਸੋਹਣੇ ਉਹ ਲੱਗ ਗਏ। ਮੇਰੀ ਖੁਆਇਸ਼ ਸੀ ਵੀ ਮੇਰਾ ਪਿੰਡ ਨਾ ਇੱਕ ਇੰਨਾ ਸੋਹਣਾ ਪਿੰਡ ਹੋਵੇ। ਸੋ ਜਦੋਂ ਅਸੀਂ ਕੁਦਰਤ ਨਾਲ ਜੁੜਾਂਗੇ ਤਾਂ ਜਿਹੜਾ ਤੁਹਾਡੀ ਪਹਿਲੀ ਗੱਲ ਸੀ ਵੀ ਤੁਹਾਨੂੰ ਸੈਟਿਸਫੈਕਸ਼ਨ ਕਿੱਥੋਂ ਮਿਲੇ, ਤੁਸੀਂ ਸੈਟਿਸਫਾਈਡ ਹੋ ਜਾਓਗੇ। ਅਤੇ ਜਦੋਂ ਤੁਸੀਂ ਮਟੀਰੀਅਲ ਨਾਲ ਜੁੜੋਗੇ ਫਿਰ ਤਾਂ ਚਾਹੇ ਤੁਸੀਂ ਅੰਬਾਨੀ ਬਣ ਜਾਓ, ਚਾਹੇ ਅਡਾਨੀ ਬਣ ਜਾਓ, ਫਿਰ ਤੁਹਾਡੀ ਇੱਕ ਦੌੜ ਲੱਗੀ ਰਹੂ। ਤੁਸੀਂ ਜ਼ਿੰਦਗੀ ਦਾ ਖੂਬਸੂਰਤ ਪਲਾਂ ਦਾ ਨਜ਼ਾਰਾ ਨਹੀਂ ਲੈ ਸਕਦੇ। ਉਵੇਂ ਸੁਖਪਾਲ ਜ਼ਿੰਦਗੀ ਦੇਖੋ ਕੋਈ ਫੁੱਲ ਤਾਂ ਹੈ ਨਹੀਂ, ਰੱਬ ਨੇ ਫੁੱਲ ਨੂੰ ਖੂਬਸੂਰਤੀ ਦਿੱਤੀ ਕਿੰਨੇ ਦਿਨ ਦੀ, 4 ਦਿਨ ਦੀ। ਜ਼ਿੰਦਗੀ 4 ਦਿਨ ਦੀ ਤਾਂ ਹੈ ਨਹੀਂ, ਇਹ ਤਾਂ ਬੜੀ ਲੰਬੀ ਆ। ਮਤਲਬ ਇਹਦੇ 'ਚ ਕੋਈ ਸ਼ੱਕ ਨਹੀਂ, ਔਖ ਆਉਂਦੀ ਆ। ਅਤੇ ਇੱਕ ਗੱਲ ਅਸੀਂ ਆਪਦੇ ਮਨ 'ਚ ਬਿਠਾ ਲਈਏ ਵੀ ਜਿਹੜੀ ਔਖ ਆ ਉਹਨੇ ਤੁਹਾਨੂੰ ਨਿਖਾਰਨਾ,
ਪਰ ਹਾਂ ਤੁਹਾਡੇ 'ਚ ਜਜ਼ਬਾ ਹੋਵੇ ਨਿਖਰਨ ਦਾ। ਬਿਲਕੁਲ, ਤੁਸੀਂ ਹਾਂ ਸਮੇਂ ਤੋਂ ਪਹਿਲਾਂ ਨਾ ਹਾਰ। ਬਿਲਕੁਲ, ਉਹਨੇ ਹੀ ਤੁਹਾਡੇ ਅੰਦਰ ਕੁਝ ਭਰਨਾ ਨਵਾਂ। ਜੇ ਤੁਸੀਂ ਕਹੋ ਸੁੱਖ 'ਚ ਕੀ ਪਿਆ, ਸੁੱਖ 'ਚ ਤਾਂ ਠੀਕ ਆ, 4 ਫੂਡ ਖਾ ਲਏ, ਹੋਰ ਢਿੱਡ ਵਧਾ ਲਿਆ, ਸੌਂ ਲਏ, ਫਿਰ ਇੱਕ ਡਿਪਰੈਸ਼ਨ ਕ੍ਰੀਏਟ ਹੋ ਗਿਆ। ਉਹ 'ਚੋਂ ਸੀਰੀਅਸਲੀ ਨਹੀਂ ਆਪਾਂ ਨੂੰ ਉਹਦੇ 'ਚ ਕੁਝ ਮਿਲਣਾ। ਮਤਲਬ ਜਿਹੜੀ ਔਖ ਆ ਨਾ, ਇਹ ਲਾਈਫ 'ਚ ਇੱਕ ਚੰਗਾ ਪਾਰਟੀ ਹੁੰਦੀ ਹੈ। ਛੋਟੀਆਂ ਛੋਟੀਆਂ ਗੱਲਾਂ ਤੇ ਰੁੱਸੇ ਸੋ ਨਹੀਂ। ਦੇਖੋ ਕਿੱਡੀ ਵਧੀਆ ਗੱਲ ਕਰਦੀ। ਔਖ ਕਹਿੰਦੀ ਚੰਗਾ ਪਾਠ ਹੁੰਦੇ। 15 ਸਾਲਾਂ ਤੋਂ ਮੈਂ ਇਹਨੂੰ ਚੰਗਾ ਪਾਠ ਦੇ ਰਿਹਾ। ਹਾਂ, ਤੁਸੀਂ ਪਹਿਲਾਂ ਕਿਹਾ ਸੀ ਵੀ ਇਹਨਾਂ ਲਈ ਮੈਂ 2 ਸ਼ਬਦ ਕਹਾਂ। ਮੈਂ ਇਹਨਾਂ ਲਈ 2 ਸ਼ਬਦ ਕੀ, ਮੇਰੀ ਜ਼ਿੰਦਗੀ ਆ ਇਹ। ਸਾਰੀ ਉਮਰ ਬੋਲੀ ਜਾਵਾਂ, ਉਹ ਸਾਰੇ ਸ਼ਬਦ ਇਹਦੇ ਲਈ ਹੋਈ ਆ। ਇਹਨੇ ਮੈਨੂੰ ਇੱਕ ਨਵਾਂ ਰੂਪ ਦੇਤਾ ਹੈ ਨਾ। ਮੈਂ ਹੋਰ ਤਰ੍ਹਾਂ ਦਾ ਬੇਪਰਵਾਹ, ਹੁਣ ਵੀ ਬੇਪਰਵਾਹ, ਪਰ ਇਹਨੇ ਮੈਨੂੰ ਥੋੜ੍ਹਾ ਪਰਵਾਹ ਕਰਨੀ ਸਿਖਾਈ, ਰਿਸ਼ਤਿਆਂ ਦੀ, ਸਮਾਜ ਦੀ ਵੀ, ਪਰਸਨਲ ਜਿਹੜੇ ਸਾਡੇ ਘਰੇਲੂ ਰਿਸ਼ਤਿਆਂ ਦੀ ਵੀ। ਮੈਂ ਇਹੋ ਜਿਹਾ ਹੈ ਨਹੀਂ ਜਿਹੋ ਜਿਹਾ ਇਹਨੇ ਮੈਨੂੰ ਬਣਾਤਾ, ਔਰ ਮੈਂ ਢਲੀ ਜਾਂਦਾ। ਅਸਲ 'ਚ ਜਿਵੇਂ ਇਹ ਕਹਿੰਦੀ ਸੀ ਕੱਚੀ ਮਿੱਟੀ ਹੈ, ਨਹੀਂ ਕੱਚੀ ਮਿੱਟੀ ਤਾਂ ਮੈਂ ਖੁਦ ਨੂੰ ਫੀਲ ਕਰਦਾ, ਪਰ ਮੈਂ ਵੀ ਮੈਂ ਜੋ ਬਣ ਰਿਹਾ, ਮੈਂ ਚੰਗਾ ਮੇਰਾ ਰੂਪ ਨਿਖਰ ਕੇ ਆ ਰਿਹਾ ਸਾਹਮਣੇ। ਬਸ ਇੰਨਾ ਕੀ, ਇਹ ਆਪਣੀ ਆਤਮਾ। ਸੁਣਜੀਤ, ਤੁਹਾਨੂੰ ਮੈਂ ਇੱਕ ਸਵਾਲ ਪੁੱਛਦੀ ਹਾਂ ਨਾ, ਜਿਵੇਂ ਸੁਖਪਾਲ ਨੇ ਵਾਰ-ਵਾਰ ਕਿਹਾ ਕਿ ਮੈਂ ਬਹੁਤ ਕੇਅਰਿੰਗ ਪਰਸਨ ਨਹੀਂ ਸੀ, ਹੈ ਨਾ। ਮੈਂ ਤਾਂ ਬਿਲਕੁਲ ਉਵੇਂ ਮੁੰਡੇ, ਜਿਵੇਂ ਆਪਾਂ ਕਹਿ ਦਿੰਦੇ ਵੀ ਕੇਅਰਲੈਸ ਜੀ ਨੇਚਰ ਦਾ ਹੋਣਾ, ਜਾਂ ਬਹੁਤ ਜ਼ਿਆਦਾ ਫਿਕਰ ਫੁਕਰ ਨਹੀਂ ਕਿਸੇ ਚੀਜ਼ ਦਾ। ਸਾਰੀਆਂ ਕੁੜੀਆਂ ਨੂੰ ਤਕਰੀਬਨ ਇਹੀ ਲੱਗਦਾ ਹੁੰਦਾ ਵੀ ਮੇਰੇ ਘਰ ਵਾਲਾ ਇਹੋ ਜਿਹਾ ਹੀ ਆ, ਹੈ ਨਾ। ਜਦ ਮੈਨੂੰ ਐਵੇਂ ਦਾ ਮੁੰਡਾ ਮਿਲਿਆ, ਮੈਂ ਜ਼ਿੰਦਗੀ 'ਚ ਇਹਨੂੰ ਬਿਹਤਰ ਨਹੀਂ ਬਣਾ ਸਕੀ। ਜਿਵੇਂ ਦਾ ਸੁਖਪਾਲ ਆਪਾਂ ਹੁਣ ਦੇਖਦੇ ਹਾਂ ਨਾ, ਜਿਹਨੂੰ ਹਰ ਗੱਲ 'ਚ ਤੁਸੀਂ ਕ੍ਰੈਡਿਟ ਦੇ ਰਹੇ ਹੋ ਵੀ ਜੋ ਸਿਖਾਇਆ ਸੁਖਪਾਲ ਨੇ ਸਿਖਾਇਆ, ਜਿਵੇਂ ਦੀ ਜ਼ਿੰਦਗੀ ਸੋਹਣੀ ਹੋਈ ਸੁਖਪਾਲ ਕਰਕੇ ਹੋਈ। ਇਸ ਤਰੀਕੇ ਨਾਲ ਇੱਕ ਬੰਦੇ ਨੂੰ ਕਿਵੇਂ ਆਪਣੇ ਹਿਸਾਬ ਨਾਲ ਪੋਲਿਸ਼ ਕੀਤਾ ਜਾ ਸਕਦਾ, ਵੀ ਆਪਾਂ ਸੋਚੀਏ ਵੀ ਹਾਂ ਜ਼ਿੰਦਗੀ ਲਈ ਜੋ ਅੱਜ ਮੇਰੇ ਨਾਲ ਆ ਇਹ ਪਰਫੈਕਟ ਹੈ। ਤੁਸੀਂ ਕਿਵੇਂ ਦੀ ਮਿਹਨਤ ਕੀਤੀ ਇਹਨਾਂ 'ਤੇ? ਜਿਹੜਾ ਪਹਿਲਾਂ ਤਾਂ ਇਹ ਵੀ ਆਪਾਂ ਉਹ ਬਦਲ ਚਾਹੁੰਦੇ ਕਿਉਂ ਆ। ਆਪਾਂ ਬੰਦੇ 'ਚ ਬਦਲ ਕਰਤਾ, ਮੰਨ ਲਓ ਕਰਤਾ, ਕਿ ਅਸੀਂ ਉਹਨੇ ਨਾਲ ਸੈਟਿਸਫਾਈਡ ਹੋ ਜਾਵਾਂਗੇ, ਹੋਣਾ ਤਾਂ ਫੇਰ ਨਹੀਂ। ਸੋ ਉਹਦੇ ਆਪਦੇ ਰਾਹ ਨੇ। ਗੱਲ ਉਹੀ ਹੈ ਵੀ ਉਹਨੂੰ ਉੱਦਾਂ ਹੀ ਚੱਲਣ ਦਿਓ, ਠੀਕ ਹੈ। ਜੇ ਉਹੀ ਹੈ ਕਿ ਇੱਕ ਤਾਂ ਬਾਰ-ਬਾਰ ਕੋਈ ਚੀਜ਼ ਵੱਲ ਅਸੀਂ ਧੱਕੇ ਨਾ ਜਾ ਰਹੇ ਹਾਂ, ਉਹ ਇਰੀਟੇਟ ਹੁੰਦਾ ਬੰਦਾ, ਉਹ ਵੀ ਰਿਐਲਿਟੀ ਹੈ, ਹੈ ਨਾ। ਸੋ ਕੁਛ ਵੀ ਨਹੀਂ ਕਰਨਾ, ਸਿਰਫ ਆਪਦੀ ਸੋਬਰਨੈਸ ਨੂੰ ਬਰਕਰਾਰ ਰੱਖਣਾ, ਆਪਦੇ ਮਾਈਂਡ ਦੇ ਵਿੱਚ ਉਹਦਾ ਪਿਆਰ ਬਰਕਰਾਰ ਰੱਖਣਾ। ਉਹ ਵਾਈਬਸ ਆਟੋਮੈਟਿਕਲੀ ਕੰਮ ਕਰਨਗੀਆਂ। ਹਰ ਇੱਕ ਚੀਜ਼ ਦਾ ਹੱਲ, ਜਿਹਦਾ ਕੋਈ ਹੱਲ ਨਹੀਂ ਹੈ ਨਾ, ਉਹਨੂੰ ਸਪੇਸ ਦੇਣੀ ਪੈਣੀ ਆ। ਪਰ ਇੰਨੀ ਵੀ ਸਪੇਸ ਨਾ ਦੇ ਦਿਓ ਵੀ ਜਾਣ ਬੁੱਝ ਕੇ ਅਗਲੇ ਨੂੰ ਇਕੱਲਾ ਮਹਿਸੂਸ ਕਰਾਓ। ਆਪਾਂ ਉੱਦਾਂ ਦਾ ਕੁਝ ਕਰਨ ਲੱਗ ਜਾਂਦੇ ਹਾਂ। ਮਤਲਬ ਉਹ ਨਹੀਂ ਕਰਨਾ। ਸਿਰਫ ਆਪਦੀ ਮਸਤੀ 'ਚ ਰਹੋ, ਆਪਦੇ ਆਪ ਨੂੰ ਨਿਖਾਰਦੇ ਰਹੋ। ਆਪੇ ਹੀ ਜਿਹੜੀ ਚੀਜ਼ ਹੈਗੀ ਹੈ, ਕਿਉਂਕਿ ਦੇਖੋ ਸੱਚਾਈ ਤਾਂ ਮੌਤ ਹੀ ਆ, ਇਕੱਲੇ ਨੇ ਜਾਣਾ, ਹੈ ਨਾ। ਇੰਨਾ ਬੰਨਣ ਦੀ ਜ਼ਰੂਰਤ ਹੀ ਹੈ ਨਹੀਂ। ਨਾਲੇ ਜਿੱਥੇ ਸਾਨੂੰ ਇਹ ਲੱਗਦਾ ਨਾ ਵੀ ਹਾਂ ਅਸੀਂ ਬੰਨਣ ਨਾਲ ਸੈਟਿਸਫਾਈਡ ਹੋ ਜਾਵਾਂਗੇ, ਹੁਣ ਉਹਦੇ ਨਾਲ ਵੀ ਨਹੀਂ, ਫਿਰ ਅੱਗੇ ਨਵੀਆਂ ਚੀਜ਼ਾਂ ਨਿਕਲਣੀਆਂ ਸਟਾਰਟ ਹੋ ਜਾਣੀਆਂ। ਸੋ ਇੰਨਾ ਕਿਸੇ ਨਾਲ ਬਾਉਂਡ ਅਪ ਨਾ ਹੋਵੋ, ਠੀਕ ਹੈ। ਤੁਸੀਂ ਆਪਦੀ ਮਸਤੀ 'ਚ ਆਪਦੀ ਜ਼ਿੰਦਗੀ ਢਾਲੋ, ਨਾ ਤਾਂ ਅਸੀਂ ਕਿਸੇ ਦੇ ਅਨੁਸਾਰ ਬਦਲ ਹੀ ਸਕਦੇ ਹਾਂ। ਜਿਹੜਾ ਇਹਦਾ ਬੇਸਿਕ ਆ ਉਹ ਉਹੀ ਪਿਆ, ਜਿਹੜਾ ਮੇਰਾ ਬੇਸਿਕ ਆ ਉਹੀ ਪਿਆ, ਉਹੀ ਰਹਿਣਾ ਉਸ ਮੋਡ ਨੇ। ਪਰ ਹਾਂ ਹੌਲੀ ਹੌਲੀ ਜਦੋਂ ਤੁਸੀਂ ਉਹਨੂੰ ਸਪੇਸ ਦੇਣੀ ਸ਼ੁਰੂ ਕਰਤੀ, ਹੈ ਨਾ, ਉਹਦੀ ਜ਼ਿੰਦਗੀ ਨੂੰ ਖੁੱਲ੍ਹੋ, ਅਤੇ ਤੁਹਾਡੀ ਜ਼ਿੰਦਗੀ ਆਪਦੀ ਫੁੱਲਾਂ ਵਰਗੀ ਹੋ ਗਈ, ਸੋਹਣੀ ਹੋ ਗਈ ਆਪਦੀ, ਉਹਨੇ ਆਪਣੇ ਆਪ ਆ ਕੇ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਮਰਜ ਹੋ ਜਾਣਾ। ਹਾਂ, ਨਹੀਂ, ਬਹੁਤ ਸੋਹਣੀਆਂ ਗੱਲਾਂ ਨੇ ਤੁਹਾਡੀਆਂ। ਦੋਵੇਂ ਜੀ ਜਿਹੜੇ ਨੇ ਜ਼ਿੰਦਗੀ ਨੂੰ ਤਾਂ ਹੀ ਸੋਹਣਾ ਬਣਾ ਸਕਦੇ ਆ ਜੇ ਇੱਕ ਦੂਜੇ ਲਈ, ਜਿਵੇਂ ਤੁਸੀਂ ਕਿਹਾ, ਆਪਣੇ ਆਪ ਨੂੰ ਸਮਰਪਣ ਕਰ ਦੇਣ, ਹੈ ਨਾ। ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਇਹ ਸੋਚਣ ਕਿ ਜਿੰਨਾ ਬਿਹਤਰੀਨ ਲਈ ਜਾਂ ਜਿੰਨਾ ਬਿਹਤਰ ਢੰਗ ਨਾਲ ਮੈਂ ਆਪਣੇ ਲਈ ਸੋਚ ਸਕਦਾ, ਸਾਹਮਣੇ ਵਾਲਾ ਵੀ ਬਿਲਕੁਲ ਉਸੇ ਢੰਗ ਨਾਲ ਸੋਚ ਰਿਹਾ, ਹੈ ਨਾ। ਕਹਿੰਦੇ ਹੁੰਦੇ ਨੇ ਵੀ ਜ਼ਿੰਦਗੀ ਤਦ ਹੀ ਕਾਮਯਾਬ ਹੁੰਦੀ ਹੈ ਜਾਂ ਤੁਸੀਂ ਕਿਸੇ ਦੇ ਮਗਰ ਲੱਗ ਜਾਓ, ਜਾਂ ਫਿਰ ਤੁਹਾਡੇ 'ਚ ਇੰਨੀ ਕਾਬਲੀਅਤ ਹੋਵੇ ਵੀ ਕੋਈ ਤੁਹਾਡੇ ਮਗਰ ਲੱਗ ਜਾਏ, ਹੈ ਨਾ। ਤਾਂ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਹੈ ਕਿ ਹੋਰ ਵੀ ਬਹੁਤ ਸਾਰੇ ਲੋਕ ਸਿੱਖਣਗੇ, ਕਿਉਂਕਿ ਵਿਆਹ ਤੋਂ ਬਾਅਦ ਸੱਚੀ ਜ਼ਿੰਦਗੀ 'ਚ ਬਹੁਤ ਸਾਰੀਆਂ ਉਲਝਣਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸੁਲਝਾਉਣਾ ਕਿਵੇਂ ਆ ਉਹ ਨਹੀਂ ਸਮਝ ਆ ਰਿਹਾ ਹੁੰਦਾ। ਤਾਂ ਉਮੀਦ ਹੈ ਕਿ ਲੋਕ ਇਹ ਸਿੱਖਣਗੇ, ਹੈ ਨਾ। ਇਹ ਸਨ ਸੋਨਜੀਤ ਅਤੇ ਸੁਖਪਾਲ ਸੇਖੋਂ। ਬੜੀਆਂ ਚੰਗੀਆਂ ਗੱਲਾਂ ਉਹਨਾਂ ਨੇ ਆਪਣੇ ਤਜਰਬੇ ਨਾਲ ਸਾਨੂੰ ਦੱਸੀਆਂ ਨੇ। ਇਹ ਵੀ ਸੱਚ ਹੈ ਕਿ ਅਸੀਂ ਕਿਸੇ ਦੇ ਤਜਰਬੇ ਨੂੰ ਆਪਣੀ ਜ਼ਿੰਦਗੀ 'ਤੇ ਅਪਲਾਈ ਨਹੀਂ ਕਰ ਸਕਦੇ। ਕਿਸੇ ਦਾ ਤਜਰਬਾ ਸਾਡੀ ਜ਼ਿੰਦਗੀ 'ਤੇ ਲਾਗੂ ਹੋ ਕੇ ਸਾਡੀ ਜ਼ਿੰਦਗੀ ਨੂੰ ਸੋਹਣਾ ਨਹੀਂ ਬਣਾ ਸਕਦਾ। ਪਰ ਫਿਰ ਵੀ ਕਹਿੰਦੇ ਨੇ ਕਿ ਕਦੀ ਕਿਸੇ ਦੇ ਤਜਰਬੇ 'ਚੋਂ ਨਿਕਲੀ ਹੋਈ ਇੱਕ ਚੀਜ਼ ਤੁਹਾਨੂੰ ਸਿਖਾ ਦਿੰਦੀ ਹੈ ਕਿ ਤੁਸੀਂ ਜੇ ਇਸ ਰਾਹ 'ਤੇ ਚੱਲੋ ਤਾਂ ਜ਼ਰੂਰ ਤੁਹਾਨੂੰ ਕਾਮਯਾਬੀ ਮਿਲੂਗੀ।
ਬਹੁਤ ਸਾਰੇ ਲੋਕ ਨੇ ਜੋ ਰਿਸ਼ਤਿਆਂ ਦੇ ਵਿੱਚ ਕੜਵਾਹਟਾਂ ਨੂੰ ਫੇਸ ਕਰ ਰਹੇ ਨੇ, ਜਾਂ ਰਿਸ਼ਤਿਆਂ ਦੇ ਵਿੱਚ ਕੁਝ ਅਜਿਹਾ ਹੁੰਦਾ ਕਿ ਸਾਨੂੰ ਲੱਗਦਾ ਕਿ ਨਹੀਂ ਬਸ ਅਸੀਂ ਇਸ ਤੋਂ ਜ਼ਿਆਦਾ ਨਿਰਵਾਹ ਜਿਹੜਾ ਨਹੀਂ ਕਰ ਸਕਦੇ। ਪਰ ਥੋੜ੍ਹਾ ਜਿਹਾ ਇੰਤਜ਼ਾਰ ਅਤੇ ਥੋੜ੍ਹੀ ਜਿਹੀ ਉਡੀਕ ਜਾਂ ਥੋੜ੍ਹਾ ਜਿਹਾ ਤੁਹਾਡਾ ਮੋਹ ਜ਼ਰੂਰ ਕਿਤੇ ਨਾ ਕਿਤੇ ਕੰਮ ਕਰਦਾ ਅਤੇ ਤੁਹਾਡਾ ਰਿਸ਼ਤਾ ਬਹੁਤ ਸੋਹਣਾ ਬਣ ਕੇ ਆਉਂਦਾ ਹੈ। ਅਤੇ ਇਸੇ ਤਰ੍ਹਾਂ ਫਿਰ ਜੀਅ ਕਰਦਾ ਹੁੰਦਾ ਕਿ ਉਸ ਰਿਸ਼ਤੇ ਨੂੰ ਲੋਕਾਂ ਤੱਕ ਪਹੁੰਚਾਈਏ। ਅਗਲੀ ਵਾਰ ਫਿਰ ਇੱਕ ਨਵੀਂ ਸ਼ਖਸੀਅਤਾਂ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।